ਮੈਂ ਕਹਿੰਦਾ ਸਾਡੇ ਚ ਲੈ ਤੁਹਾਡੇ ਕਾਲੇ ਚੋਂ ਕੱਟੇਗਾ ਸਾਡੇ ਹੋ ਗਏ ਮੈਂ ਇੰਜ ਕਰਕੇ ਰਜ਼ਾਈ ਲਾਈ ਤੇ ਸੈਂਟਰੀ ਵਾਲਾ ਪਿਆ ਤੇ ਧੂੰਆਂ ਕਿੱਦਾਂ ਬਾਹਰ ਜਾ ਰਿਹਾ? ਉੱਪਰ ਤੀਰ ਕਢਾਤੇ ਆ ਮੈਂ ਉਧਰ ਗਿਆ ਜਾ ਕੇ ਬੁਲਾਇਆ ਮੈਂ ਕਿਹਾ ਯਾਰ ਭਾ ਸਾਬਰ ਤੂੰ ਗਜ਼ਾਸ ਉਧਰ ਕਰਦਾ ਓਏ ਉਹ ਤਾਂ ਨਿਕਲ ਗਿਆ ਕਹਿੰਦਾ अस्सलाम वालेकुम जी नाज़रीन, टी टाइम में खुश आमदीद जनाब जी, कैसे हैं आप? बस 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 नहीं जश्न होना चाहिए उस्ताद जी नहीं हो गया नाज़रीन किद्दां तबीयत तुहाडी? नाज़रीन सब तो पहले यार तुहाडी मेहरबानी है मैनू ना गल कर लेंदे करो जी करो मैं जी तुहानू इजाजत है ना कि जो तुहाडा दिल करदा तुसीं पिछे बोल के अगले नूं कोई तरीका मौत अकल मौत सिख लो कोई मैं इशारा करांगा फिर बोलना तुसीं सारे ने ठीक है खास कर तू। अस्सलाम वालेकुम नाज़रीन, टी टाइम में खुश आमदीद माशाल्लाह, कैसे हैं आप साहब? ठीक है जी। ते ਉਹ ਹੁਣ ਬਚਾਇਆ ਨਹੀਂ ਤੇ ਗੁੱਡ ਸ਼ਾਬਾਸ਼। ਗੱਲ ਇਹ ਆ ਕਿ ਮੈਂ ਕੋਈ ਵੀ ਗੱਲ ਕਰਾਂ ਹੁਣ ਇੱਕ ਮਿਸਾਲ ਤੁਹਾਨੂੰ ਨਾ ਗਵਾਰ ਗੁਜ਼ਰੇ ਜਾਂ ਉਹ ਨਾ ਸਹੀ ਹੋਵੇ ਤੇ ਫੌਰਨ ਕੁੱਤੇ ਨੂੰ ਨਹੀਂ ਪੈਣਾ ਮੈਨੂੰ, ਠੀਕ ਹੈ? ਵੇਟ ਕਰਨਾ ਤਹਮਲ ਮਜ਼ਾਜੀ ਦੇ ਨਾਲ। ਉਸ ਤੋਂ ਬਾਅਦ ਜਦੋਂ ਪੌਜ਼ ਮਿਲੇ ਉਸ ਤੋਂ ਬਾਅਦ ਕਹਿਣਾ ਕਿ ਸਾਹ ਜੀ ਤੁਸੀਂ ਆਹ ਗੱਲ ਕੀਤੀ ਹੈ ਇਹ ਇੱਦਾਂ ਨਹੀਂ ਇੱਦਾਂ ਠੀਕ ਹੋ ਗਿਆ। ਤੈਨੂੰ ਮੈਂ ਇੱਕ ਸੀਟੀ ਰੱਖਣੀ ਤੇਰੀ ਮੈਂ ਤੈਨੂੰ ਕਹਿ ਫਿਰ ਤੂੰ ਬੋਲਣਾ ਜਦੋਂ ਮੈਂ ਕਹਾਂ ਉਦੋਂ ਤੂੰ ਚੁੱਪ ਕਰੇ। ਉਸ ਤੋਂ ਬਾਅਦ ਠੀਕ ਹੈ ਜੀ ਇਹ ਚਾਰ ਮੇਰੇ ਚਰਸਤਾ ਵਾ ਇਸ਼ਾਰੇ ਸੀਟੀ ਇੱਕ ਲੈ ਕੇ ਆਉਣੀ ਹੈ ਸ਼ੋਅ ਤੋਂ ਬਾਅਦ। ਠੀਕ ਹੈ ਜੀ ਓਕੇ ਓਕੇ ਜੀ। ਸਾਡੇ ਨਾਲ ਜੀ ਨੋਨੀ ਮਿੱਠਾ ਤੇ ਦਾਨਿਸ਼ ਫੈਸਲ। ਅਬਾਸ ਸਾਹਿਬ ਨਹੀਂ ਆਏ ਜੀ, ਅਬਾਸ ਸਾਹਿਬ ਨੂੰ ਸੱਟ ਲੱਗੀ ਆ। ਉਹ ਜਦੋਂ ਉਹਨਾਂ ਦਾ ਦਿਲ ਕਰੇਗਾ ਕਿ ਮੈਂ ਠੀਕ ਹੋ ਗਿਆ ਉਦੋਂ ਆਉਣਗੇ। ਝਰੀਟਾਂ ਉਹਨਾਂ ਦੀਆਂ ਅੰਦਰੋਂ ਆਰ ਪਾਰ ਹੋ ਗਈਆਂ ਨੇ ਝਰੀਟਾਂ ਉਹਨਾਂ ਦੀਆਂ ਆਰ ਪਾਰ ਹੋ ਗਈਆਂ ਨੇ ਮਤਲਬ ਇੱਥੇ ਝਰੀਟ ਵੱਜੀ ਆ ਤੇ ਉਹ ਪਿੱਛੋਂ ਵੀ ਨਜ਼ਰ ਆਉਣ ਲੱਗ ਪਿਆ ਬਹੁਤ ਗਹਿਰਾ ਜ਼ਖਮ ਹੋ ਗਏ ਨੇ। ਤੇ ਉਹ ਕੀ ਚਾਹੀਦਾ ਅੰਨੇ ਨੂੰ ਕੀ ਚਾਹੀਦਾ ਦੋ ਨਾਲੇ ਚੋਪੜੀਆਂ ਉਹ ਅੱਲਾ ਖੈਰ ਕਰੇ। ਉਹ ਤਾਂ ਜਦੋਂ ਫੁੱਲ ਤੰਦਰੁਸਤ ਹੁੰਦਾ ਵਾ ਉਦੋਂ ਤੁਹਾਡੇ ਸਾਹਮਣੇ ਹੀ ਆ ਤੇ ਹੁਣ ਤੇ ਉਹਨੂੰ ਸੱਟਾਂ ਲੱਗ ਗਈਆਂ। ਹਾਏ 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 ਉਹਦੇ ਸੀਰੀਅਸ ਹੈ ਨਹੀਂ ਉਹਦੇ ਅੱਬੂ ਵੀ ਤੇ ਉਹ ਵੀ ਜ਼ਿੰਦਗੀ 'ਚ ਕਦੀ ਸੀਰੀਅਸ ਨਹੀਂ ਹੋਏ। ਉਹ ਉਸਤਾਦ ਜੀ ਮੈਂ ਹਿਸਾਬ ਲਾਇਆ ਉਹਦੇ ਅੱਬੂ ਉਸ ਤੋਂ ਵੱਡੇ ਸ਼ਹਜ਼ਾਦੇ ਨੇ। ਹਾਏ ਫਸੇ ਹੋਏ ਹਾਂ ਵਿਚਾਰੇ ਮਾਸੂਮ ਆਦਮੀ ਨੇ। ਤੇ ਬਾਦਸ਼ਾਹ ਮਾਸ਼ਾਅੱਲਾ ਆਉਣਗੇ ਜਦੋਂ ਸੱਟਾਂ ਸੁੱਟਾਂ ਠੀਕ ਹੋ ਗਈਆਂ। ਲੇਕਿਨ ਰੁਕਣਾ ਲੱਗੀਆਂ ਹੀ ਬਹੁਤ ਆ ਮਿੱਠੇ ਬਹੁਤ ਯਾਰ ਮੈਂ ਕਹਿੰਦਾ ਉਸਤਾਦ ਜੀ ਹਾਲਾਂਕਿ ਮੈਂ ਵੇਖਿਆ ਨਹੀਂ ਲੇਕਿਨ ਜਿੱਦਾਂ ਉਹਨੇ ਮਹੀਨਾ ਲੰਘ ਗਿਆ ਮੇਰੇ ਹਿਸਾਬ ਨਾਲ ਉਹ ਬਹੁਤ ਔਖਾ ਕੰਮ ਆ ਉਸਤਾਦ ਜੀ। ਉਹ ਦੁਬਾਰਾ ਦਿਲ ਕਰੇ ਕੰਮ ਕਰਨ ਜੋਗਾ ਵੀ ਨਾ ਰਿਹਾ ਹੋਵੇ ਹੁਣ ਕਿਉਂਕਿ ਉਹ ਇਸੇ ਚੱਕਰ 'ਚ ਸੀ ਕਿ ਮੈਨੂੰ ਸੱਟਾਂ ਲੱਗਣ। ਆਲਮਪਨਾ ਇੱਕ ਤੇ ਤੁਹਾਡੀ ਸੀਟੀ ਤੋਂ ਬਗੈਰ ਬੋਲੇ ਸਭ ਤੋਂ ਵੱਡੀ ਹਾਂ ਉਹ ਵੇਖਿਆ ਵਾਇਲੇਸ਼ਨ। ਹਾਂ ਵੇਖਿਆ। ਦੂਸਰੀ ਗੱਲ ਹੈ ਕਿ ਉਹਨੂੰ ਡਾਕਟਰ ਨੇ ਮੰਜੀ ਰੈਸਟ ਦੱਸੀ ਹੈ 3 ਮਹੀਨੇ ਦੀ। ਓਹੋ ਉਹਨੂੰ ਮੰਜੀ ਲੱਗੀ ਹੈ ਜੀ ਉਹ ਕਿਉਂਕਿ ਬੈੱਡ ਹੈ ਨਹੀਂਗਾ ਮੰਜੀ ਜੋੜ ਕੇ ਸ਼ੋਅ ਵੀ ਉਹ ਡਾਕਟਰ ਨੇ ਪਹਿਲੇ ਪੁੱਛਿਆ ਤਾਂ ਰੈਸਟ ਦੱਸਣੀ ਤੁਹਾਡੇ ਘਰ ਕੀ ਆ ਬੈੱਡ ਆ ਕਿ ਮੰਜੀ ਆ? ਉਹਨੇ ਕਿਹਾ ਜੀ ਮੇਰੇ ਘਰ ਛੋਟਾ ਜਿਹਾ ਗੱਦਾ। ਉਹਨੇ ਕਿਹਾ ਗੱਦਾ ਰੈਸਟ ਕਰਨੀ ਚਟਾਈ ਰੈਸਟ ਅੱਲਾ ਦੀ ਇਹ ਨਹੀਂ ਉਹ ਮਾਸ਼ਾਅੱਲਾ ਠੀਕ ਆ ਐਡੀ ਕੋਈ ਗੱਲ ਨਹੀਂ। ਨਹੀਂ ਉਸਤਾਦ ਜੀ ਉਹ ਪਹਿਲੇ ਪੁੱਛੀਦਾ ਹੁੰਦਾ ਉੱਤੇ ਮੈਂ ਇਹੀ ਕਿਹਾ ਉਸਤਾਦ ਜੀ ਮੈਂ ਪੁੱਛਣ ਹੀ ਲੱਗਾ ਸੀ ਕਿ ਨਹੀਂ ਉਹਨੇ ਗੱਲ ਕੀਤੀ ਤੂੰ ਵਿੱਚ ਕਰ ਪਹਿਲੇ ਪੁੱਛੀ ਤਾਂ ਕਾਤੋਂ ਤੁਸੀਂ ਆਪ ਨਹੀਂ ਕਿਹਾ ਸੀ ਇਸ਼ਾਰਾ ਕਰਾਂ ਉਹਦੇ ਮਾਹੌਲ ਬਣਾ ਦੇਖੀ ਤੂੰ ਉਹਦੇ ਬੋਲਣੇ ਉਸਤਾਦ ਜੀ ਮੈਂ ਬੋਲਾਂ ਐਵੇਂ ਉਹਦੇ ਨਿੱਕੇ ਸੱਟਾਂ ਸੀ ਉਹਨੇ ਜ਼ੂਮ ਕਰਕੇ ਸਟੇਟਸ ਲਾਇਆ। ਸਹੀ ਉਹ ਵੱਡੇ ਗਏ ਉਹਦੇ ਘਰ ਸ਼ੋਅ ਕੀਤਾ ਹਾਂਜੀ ਉਹ ਅਪਲੋਡ ਨਹੀਂ ਕੀਤਾ ਸ਼ੋਅ ਤੁਸੀਂ? ਉਹ ਉਸਤਾਦ ਜੀ ਅਪਲੋਡ ਉਹ ਜਦੋਂ ਆ ਜਾਏਗਾ ਉਦੋਂ ਅਪਲੋਡ ਕਰਨਾ ਜਦੋਂ ਸੈੱਟ ਹੋ ਜਾਏਗਾ। ਉਹ ਤੋਂ ਕੀ ਉਹਦੀ ਕੰਡੀਸ਼ਨ ਸੀ ਮਤਲਬ ਸੱਟਾ ਕੀ ਸੀ? ਉਹ ਦੇਸੀ ਨੂੰ ਦੱਸਿਆ ਉਸਤਾਦ ਜੀ ਮੈਂ ਚਾਰ ਇਕੱਠੇ ਬੋਲੋ ਮਿਲ ਕੇ ਮੈਂ ਉਸਤਾਦ ਜੀ ਨੂੰ ਜਾ ਕੇ ਕਿਹਾ ਲੰਮੇ ਪੈ ਜਾ ਅਸੀਂ ਤੇਰਾ ਪਤਾ ਲੈਣਾ ਆਉਂਦੇ। ਉਹ ਕੈਸਾ ਮਰੀਜ਼ ਹੋਣਾ ਜਿਹੜਾ ਸਾਨੂੰ ਆਪ ਬਗਦਾਦੀ ਚੌਕ ਤੋਂ ਲੈਣ ਆਇਆ ਵਾ ਇੱਥੇ ਖਲੋਵਾ ਕਹਿੰਦਾ ਨਹੀਂ ਪਤਾ ਲੱਗਣ ਐਡਰੈਸ ਮੈਂ ਲੈਣਾ ਹੁੰਦਾ ਤੁਹਾਨੂੰ। ਉਸਤਾਦ ਜੀ ਉਹਦੇ ਪੇਸ਼ੈਂਟ ਹਾਂ ਤੁਸੀਂ ਉਹਦੀ ਸੱਟ ਦੇਖਣੀ ਆ। ਉਹ ਜਿਹਦਾ ਮਾਵਾਂ ਵਿਚਾਰੀਆਂ ਮਸਾਲਾ ਹੀ ਚੈੱਕ ਕਰਦੇ ਨੇ ਸਾਡੀ ਚੋਂ ਥੋੜਾ ਜਿਹਾ ਉਹ ਐ ਸੱਟ ਸੀ ਐ ਕਾਲੀ ਜੀ। ਉਹ ਗਏ ਆ ਸ਼ੂਟ ਕਰਨ ਤੇ ਪਹਿਲਾ ਜਿਹੜਾ ਉਹਦੇ ਦਰਵਾਜ਼ੇ ਅੱਗੇ ਕੀਤਾ ਨਾ ਉਹ ਲਾਈਟ ਉਹਨੇ ਹੀ ਫੜੀ ਸੀ। ਲੇਕਿਨ ਉਸਤਾਦ ਜੀ ਡਾਕਟਰ ਨੇ ਉਹਨੂੰ ਕਿਹਾ ਹੈ ਦੇਸੀ ਘਿਓ ਦਾ ਕਿਹਾ ਪੌੜੀਆਂ ਨਹੀਂ ਉਤਰਨੀਆਂ ਚੜ੍ਹਨੀਆਂ ਠੀਕ ਹੈ ਵਜ਼ਨ ਨਹੀਂ ਚੁੱਕਣਾ ਆਰਾਮ ਕਰਨਾ ਮੰਜੀ ਤੇ ਰਹਿਣਾ ਬਰਤਨ ਨਹੀਂ ਧੋਣੇ ਪੈਰਾਂ ਪਰ ਬਹਿ ਕੇ ਝਾੜੂ ਨਹੀਂ ਮਾਰਨਾ। ਨਹੀਂ ਉਸਤਾਦ ਜੀ ਉਹ ਨਹੀਂ ਉਹਦਾ ਤਾਂ ਫਾਇਦਾ ਬਸ ਹੋ ਗਿਆ। ਨਹੀਂ ਆਹੋ ਅੱਲਾ ਦੀ ਗੈਰ ਤੋਂ ਮਦਦ ਕਰ ਨਹੀਂ ਉਹ ਜਦੋਂ ਠੀਕ ਹੋਣ ਲੱਗੋ ਨਾ ਜ਼ਖਮ ਉਦੋਂ
ਡਾਕਟਰ ਦੱਸਦੇ ਨੇ। ਮੈਂ ਡਾਕਟਰ ਕੋਲ ਗਿਆ, ਮੈਂ ਕਿਹਾ ਡਾਕਟਰ ਸਾਹਿਬ ਦਾ ਕੀ ਬੰਦ ਕਰਾਇਆ? ਕਹਿੰਦਾ ਮੈਂ ਸਿਰਫ ਟੀ ਟਾਈਮ ਦਾ ਮੁਸ਼ਾਰਾ ਬੰਦ ਕਰਾਇਆ, ਬਾਕੀ ਜੋ ਮਰਜ਼ੀ ਕਰੇ। ਬਾਕੀ ਜੋ ਮਰਜ਼ੀ ਕਰੇ। ਟੀ ਟਾਈਮ ਤੇ ਮਸ਼ਹਰਾ ਉਹ ਡਾਕਟਰ ਨੇ ਨਹੀਂ ਬੰਦ ਕਰਾਇਆ। ਨਹੀਂ, ਡਾਕਟਰ ਨੇ ਇਹਨੂੰ ਕਿਹਾ ਕਿ ਸੇਬ ਬੰਦ ਨੇ, ਰੋਟੀ ਬੰਦ ਆ, ਠੀਕ ਆ ਜੀ, ਭੱਲੇ ਬੰਦ ਆ, ਦਹੀਂ ਬੰਦ ਆ, ਚੌਲ ਬੰਦ ਆ, ਤੇ ਇਹਨੇ ਆਪ ਕਹਿੰਨੇ ਕਿਹਾ ਜੀ ਟੀ ਟਾਈਮ। ਉਹਨੇ ਕਿਹਾ ਉਹ ਤਾਂ ਪਹਿਲਾਂ ਹੀ ਬੰਦ ਆ। ਡਾਕਟਰ ਨੇ ਕਿਹਾ ਸਿਰਫ ਤੂੰ ਤਲੀਆਂ ਚੀਜ਼ਾਂ ਤੋਂ ਤੇ ਕੈਮਰੇ ਤੋਂ ਪਰਹੇਜ਼ ਕਰ। ਲੇਕਿਨ ਉਸਤਾਦ ਜੀ ਦੈਟਸ ਰੋਂਗ। ਮੈਂ ਕਹਾਂਗਾ ਉਸਤਾਦ ਜੀ ਨਹੀਂ ਓਕੇ ਕਰਤਾ ਮੈਂ ਭਾਣ, ਮੈਂ ਤੁਹਾਡੇ ਵੱਲੋਂ ਭਾਣ, ਮੈਂ ਤੇ ਓਕੇ ਲਾ ਲਓ ਤੇ ਖੈਰ ਸੱਲਾ ਬਸ। ਨਹੀਂ ਕਮੈਂਟ ਆਣੇ ਉਹਨਾਂ ਨੇ ਕਹਿਣਾ ਉਹਨੂੰ ਆਇਆ ਨਹੀਂ ਮਿਸਿੰਗ। ਚਲੋ ਠੀਕ ਹੈ, ਤੁਸੀਂ ਉਹਦੇ ਘਰ ਦਾ ਤੁਹਾਨੂੰ ਦੱਸ ਦੇਂਗੇ, ਉੱਥੇ ਚੱਲ ਜਾਣਾ। ਉਹ ਸੱਚਾ ਵਾ, ਕਹਿੰਦਾ ਮੇਰੇ ਜਾਂ ਉਹਨੂੰ ਫੋਨ ਆਉਣੇ ਨੇ, ਉਹ ਹੋਰ ਕਿਸੇ ਤੁਹਾਨੂੰ ਚੈਨਲ ਤੇ ਨਜ਼ਰ ਆ ਜਾਏਗਾ ਬੈਠਾ, ਕਹਿੰਦਾ ਉੱਥੇ ਦੇਖ ਲੈਣਾ ਉਹਨੂੰ ਬਾਅਦ। ਬਹੁਤ ਜੁਗਤਾਂ, ਬਹੁਤ ਸਟਾਈਲ ਬਹੁਤ ਅੱਛਾ ਉਹਦਾ, ਕਸਮੇ। ਉਹ ਅੱਛਾ ਜੀ। ਕਹਿੰਦਾ ਮੈਨੂੰ ਡਾਕਟਰ ਨੇ 60 ਲੱਗਣ ਤੋਂ ਪਹਿਲੇ 1.5 ਸਾਲ ਕਹਿਤਾ ਸੀ ਤੂੰ ਬੋਲਣਾ ਨਹੀਂ। ਤੈਨੂੰ 1.5 ਸਾਲ ਐਡਵਾਂਸ ਉਸਤਾਦ ਜੀ ਉਹਦੇ ਵਾਲਦ ਸਾਹਿਬ ਨੇ ਕੋਸ਼ਿਸ਼ ਕੀਤੀ, ਮੈਂ ਕਿਹਾ ਥੋੜੀਆਂ ਬਹੁਤੀਆਂ ਸੱਟਾਂ ਨੇ, ਇਹਨੂੰ ਛੱਡ ਜਾਓ ਦਫ਼ਤਰ। ਉਹ ਵੀ ਨਹੀਂ ਫਿਰ ਆਏ। ਇਹ ਕਮ ਸੇ ਕਮ 15 ਦਿਨ ਪੁਰਾਣੀ ਗੱਲ ਹੈ। ਹਾਂਜੀ ਹਾਂਜੀ 60 ਲੱਗੀ ਨੂੰ ਤਾਂ ਮਹੀਨਾ ਹੋ ਗਿਆ। ਹਾਂਜੀ ਉਸਤਾਦ ਜੀ ਯਕੀਨ ਮੰਨੋ, ਉਹਦੇ ਬੋਲ ਦੇਖ ਕੇ ਨਾ ਮੈਨੂੰ ਅੱਖਾਂ 'ਚ ਪਾਣੀ ਆਉਂਦਾ ਸੀ। ਇੰਨੀ ਮੁਹੱਬਤ ਕਰਦੇ ਉਹਦੇ ਨਾਲ ਯਾਰ। ਸਹੀ ਗੱਲ। ਉਹ ਆਪ ਤੇ ਪਾਗਲ ਆ ਯਾਰ। ਇੰਨੀ ਕਿ ਸੱਟ ਉਹਦੇ ਅੱਬੂ ਕਹਿੰਦੇ ਯਾਰ ਇਹ 'ਚ ਰੇਸ਼ਾ ਨਾ ਪਵਾ ਲਈ, ਜਾ ਕੇ ਪਾਇਓਡੀਨ ਲਾ, ਆਹ ਕਰ ਆ। ਉਹਦੇ ਅੱਬੂ ਜਿੱਦਾਂ ਹੀ ਥੱਲੇ ਗਿਆ, ਯਕੀਨ ਮੰਨੋ ਉਹ ਵੀ ਸ਼ਰਾਦਾ, ਉਹਨੇ ਫਿਰ ਪਾਇਓਡੀਨ ਲਾਈ ਇੰਜ ਕਰਕੇ। ਲੇਕਿਨ ਉਸਤਾਦ ਜੀ ਇਸ਼ਕ ਚ ਮੁਬਤਲਾ ਹੈ। ਹੈ ਕੌਣ? ਅਬਾਸ ਜਿਹਦੇ ਮਤਲਬ 10,000 ਖੋਲ ਕੇ 10,000 ਜਦ ਕਰਨ ਹੀ ਨਹੀਂ ਯਾਰ। ਨਹੀਂ ਦੱਸਦੇ ਉਹ ਇਸ਼ਕ 'ਚ ਮੁਬਤਲਾ ਜੀ, ਹਿਸਾਬ ਲਾਇਆ। ਉਸਤਾਦ ਜੀ ਇਸ਼ਕ ਚ ਮੁਬਤਲਾ ਹੈ, ਉਹ ਸਿਸਟਮ ਹੋਰ ਕਰਨ ਲੱਗ ਪਿਆ। ਨਹੀਂ ਤੇ ਜਿਹਦੇ ਇਸ਼ਕ 'ਚ ਮੁਬਤਲਾ ਉਹਨੂੰ ਮੈਂ ਕਿਹਾ ਤੂੰ ਇਹਨੂੰ ਪਸੰਦ ਕਰਦੀ, ਉਹ ਕਹਿੰਦੀ ਭਾਈ ਮੈਂ ਪਸੰਦ ਤਾਂ ਕਰਦੀ, ਹੁਣ ਬੱਚੇ ਛੱਡ ਕੇ ਕਿੱਥੇ ਜਾਵਾਂ। ਉਹਨੇ ਉਸਤਾਦ ਜੀ ਯਾਰ ਇੱਕ ਮਿੰਟ, ਉਹਦਾ ਰੇਟ ਪੂਰਾ ਹੋ ਲੈਂਦੇ। ਤੈਨੂੰ ਨਹੀਂ ਅਕਲ ਹੈਗੀ ਇਸ ਗੱਲ ਦੀ? ਯਾਰ ਸੋਗਲੇ। ਅੱਛਾ ਜੀ। ਉਹ ਮੈਂ ਗਿਆ ਉਸਤਾਦ ਜੀ ਜਿਹੜੇ ਇਸ਼ਕ ਚ ਮੁਬਤਲਾ ਹੈ ਨਾ, ਉਹ ਕਹਿੰਦੀ ਭਾਈ ਫੈਸਲੇ ਨੂੰ ਸਮਝਾਓ, ਮੇਰੇ ਬੰਦੇ ਨੇ ਨਹੀਂ ਤੇ ਮਾਰ ਦੇਣਾ ਜੀ ਇਹਨੂੰ। ਕਹਿੰਦੀ ਮੈਂ 4 ਦਿਨ ਪੇਕਿਆਂ ਦੇ ਰਹਿਣਾ ਹੀ, ਮੈਨੂੰ ਰਹਿ ਲੈਂਦੇ ਸੁੱਖ ਨਾਲ ਇੱਥੇ, ਇਹਨੂੰ ਸਮਝਾਓ ਕੁਛ। ਉਸਤਾਦ ਜੀ ਯਾਨੀ ਉਹ ਪੇਕਿਆਂ ਦੇ ਰਹਿਣ ਜਾਂਦੀ ਤੇ ਬੰਦੇ ਦਾ ਨਹੀਂ ਫੋਨ ਹੁੰਦਾ, ਇਹਦਾ ਫੋਨ ਹੁੰਦਾ ਕਿ ਕਿਹਦੇ ਕੋ ਪੁੱਛ ਕੇ ਗਈ। ਉਹਦੇ ਪੇਕੇ ਕਹਿੰਦੇ ਔਰਤ ਨੂੰ ਆਵਾਜ਼ ਛੱਡ ਜਾ ਯਾਰ, ਆਵਾਜ਼ ਨੂੰ ਛੱਡ ਜਾ ਇੱਥੇ ਜਰਾ, ਬੰਦਾ ਕੰਮ ਤੇ ਹੁੰਦਾ ਉਹ। ਯਾਰ ਕੀ ਬਗੈਰ ਉਸਤਾਦ ਜੀ ਨਹੀਂ ਉਸਤਾਦ ਜੀ ਹਕੀਕਤ ਅਸੀਂ ਤੇ ਬਿਆਨ ਕਰ ਰਹੇ ਹਾਂ। ਉਹਦਾ ਸੀਰੀਅਸਲੀ ਉਹਦਾ ਤੁਸੀਂ ਰੂਮ ਦੇਖਦੇ ਨਾ, ਜਿਸ ਰੂਮ 'ਚ ਠਹਿਰਿਆ ਸੀਗਾ, ਜਿਸ ਰੂਮ 'ਚ ਆਰਾਮ ਫਰਮਾ ਰਿਹਾ, ਸ਼ਾਇਰ ਵਾਲਾ ਕਮਰਾ ਸੀ, ਜਿਹਨਾਂ ਸ਼ਾਇਰ ਵੀ ਰਹਿੰਦੇ ਹੁੰਦੇ। ਕਿਤਾਬਾਂ ਪਈ। ਹਾਂ ਮੈਨੂੰ ਐ ਲੱਗਣਾ ਮੈਨੂੰ ਤੂੰ ਸਾਇਆ ਹੋ ਜਾਣਾ ਵਾ। ਕਿਤਾਬਾਂ ਨਹੀਂ, ਕਿਤੇ ਮੋਮਬਤੀ ਵਾਲੀ, ਕਿਤੇ ਅਗਰਬੱਤੀ ਵਾਲੀ ਆ, ਛਿੰਡੇ ਤੇ ਬੈਠਾ ਲੱਗਣ ਡਿਆ ਸੀ। अच्छा मेरे कमरे में आने की तमन्ना है तुम्हें? हाँ, कोलियों के सिवा कुछ भी नहीं, सिर्फ शेख स्पाइसी। ਨਹੀਂ ਉਹਦਾ ਕਮਰਾ ਇੱਕ ਤਰਤੀਬ ਚ ਸਤਾਜੀ ਇੰਜ ਤਸਵੀਰਾਂ ਉਹਨੇ ਲੱਗੀਆਂ। ਉਹਦਾ ਭਰਾ ਇੱਕ ਕਬਾੜੀਆ ਵਾ, ਉਹ ਜਿਹੜੀ ਕੋਈ ਐਸੀ ਆਈਟਮ ਲਿਆਂਦਾ ਨਾ, ਉਹ ਲਿਆ ਕੇ ਆਪਣੇ ਕਮਰੇ 'ਚ ਤੇ ਰੱਖ। ਤੁਹਾਨੂੰ ਇੰਜ ਲੱਗਦਾ ਕਿ ਯਾਰ ਇਹਨੂੰ ਕਿੰਨੀ ਅੱਛੀ ਹੈ ਦੱਸ। ਹਾਂ ਇੱਕ ਲੈਂਪ ਪਿਆ ਵਾ ਉਹਦਾ, ਉਹ ਕੈਪ ਜਿਹਾ ਥੱਲੇ ਪਿਆ ਵਾ। ਇੱਕ ਕੱਲਾ ਉਹ ਲੈਂਪ ਨਾ ਭਾਵੇਂ ਬੱਕਰੀ ਬੰਨ ਲਓ, ਉਹ ਟੋਪੀ ਹੈਰੀ ਨਾ ਉੱਤੇ। ਇੱਕ ਸਤਾਜੀ ਬੱਚਿਆਂ ਵਾਲਾ ਝੂਲਾ ਪਿਆ ਜਿਸ ਚ ਝੂਟੇ ਨਹੀਂ ਤੇ ਉਹ ਵੀ ਉਹਨੇ ਆਪਣੇ ਕਮਰੇ 'ਚ ਰੱਖਿਆ ਵਾ। ਆਹੋ ਇੱਕ ਝੂਲੇ ਸਿਨਰੀ ਜਾਂ ਬਾਗਾਂ ਵਾਲੀ, ਮੈਂ ਕਿਹਾ ਇਹ ਕੀ ਕਹਿੰਦਾ, ਇਹ ਵੀ ਕਬਾੜੀਏ ਲਈ। ਨਹੀਂ ਜਿੱਦਾਂ ਬਾਬੇ ਨੇ ਹੁੰਦੇ ਦੰਦਰੂਦ ਵਾਲੇ ਯਾਨੀ ਉਹ ਕੀਤਾ ਇੱਕ ਨੌਕਰ ਹੋਵੇ। ਕਮਰਾ ਸੀ। ਉਹ ਜਿਹੜਾ ਝੂਲਾ ਵਾ ਉਹ ਸੱਟਾਂ ਦਾ ਦੱਸੋ ਮੈਨੂੰ, ਸੱਟਾਂ ਤੁਸੀਂ ਦੇਖੀਆਂ? ਸਟਾਂ ਪੱਟੀਆਂ ਪੁੱਟੀਆਂ ਹੋਈਆਂ ਸੀਗੀਆਂ ਵੈਸੇ ਕੁਛ ਜੀ? ਵੀ ਨਹੀਂ ਸੀ, ਓਪਨ ਮਾਹੌਲ ਸੀਗਾ। ਸੱਟਾਂ ਖੁੱਲੀਆਂ ਰੱਖੀਆਂ ਉਹਨੇ? ਹਾਂਜੀ ਉਹਨੂੰ ਮੈਂ ਦੱਸਿਆ ਸੀ ਸ਼ੋਅ ਦੇ ਵਿੱਚ, ਮੈਂ ਕਿਹਾ ਤੂੰ ਮੈਨੂੰ ਘੁੱਟਾਂ ਤੂੰ ਆਹ ਕਰਨਾ ਵਾ। ਇਹ ਤੋਂ ਨੀਚੇ ਬੈਠਾ ਸੀ, ਮੈਂ ਘੁੱਟਣਾ ਸੀ, ਮੈਂ ਕਿਹਾ ਓਏ ਰਿਐਕਟ ਕਰ। ਉਸਤਾਦ ਜੀ ਇੰਨੀ ਕੁ ਸੱਟਾ ਆਏ, ਇੰਨੀ ਕੁ ਉਹ ਲਗੜਾ ਕੇ ਘਰ ਆਇਆ ਜੀ। ਹੱਥ ਲੱਗੀ ਕਿਤੇ ਸੱਟ? ਤਲੀ ਤੇ ਲੱਤਾਂ? ਲੱਤਾਂ ਠੀਕ ਆ। ਦੱਸਾਂ ਬਿਲਕੁਲ ਲੱਤਾਂ ਓਕੇ ਆ? ਹਾਂਜੀ ਜ਼ਬਾਨ ਵੀ ਓਕੇ, ਜਿਹਨਾਂ ਨੇ ਕੰਮ ਮੂੰਹ ਕਰਤਾ। ਮੂੰਹ ਵੀ ਸਭ ਮੂੰਹ ਕੁਝ ਤੇ ਸਾਰਾ ਸਾਰਾ ਬਾਜ਼ੂ? ਸਭ ਕੁਝ ਠੀਕ ਆ। ਹੱਥ ਤੇ ਇੱਕ ਸੱਟ ਆ, ਪਿੰਨੀ ਤੇ ਹਲਕੀ ਜਿਹੀ ਰਗੜ, ਉਹਨੂੰ ਹੀ ਨਹੀਂ ਰਾਮ ਆ ਰਿਹਾ। ਤੇ ਉਹ ਜਿਹੜਾ ਐਕਸੀਡੈਂਟ ਹੋ ਗਿਆ ਬਾਸ ਦਾ, ਬਸ ਉਹ ਜੈਲਸ ਲੋ ਉਸਤਾਦ ਜੀ, ਉਹ ਸੱਚੀ ਮੁੱਚੀ ਬਹੁਤ ਸੀਰੀਅਸ ਹੈ ਤੁਸੀਂ ਰਿਕਾਰਡ ਕੀਤਾ ਉਹ? ਹਾਂਜੀ ਬਸ ਠੀਕ ਹੈ, ਸ਼ੋਅ ਮੈਂ ਕਰਨਾ ਉਹਨੂੰ। ਉਸਤਾਦ ਜੀ ਉਹ ਸੀਰੀਅਸ ਹੈ, ਉਹਦੀ ਜ਼ੁਬਾਨ ਫੁੱਲੀ ਸੀਗੀ, ਜ਼ੁਬਾਨ ਥੱਲੇ ਦੰਦ ਆ ਗਏ ਸਭ। ਉਹ ਜਦੋਂ ਡਿੱਗਿਆ ਉਹਦੇ ਐਬ ਕਾਇਦਾ ਤੌਰ ਤੇ ਡਾਕਟਰਾਂ ਨੇ ਕਿਹਾ ਸਟਿਚਿੰਗ ਹੋਣੀ ਹੈ ਲੱਤਾਂ ਤੇ। ਟਾਂਕੇ ਵਗੈਰਾ ਲੱਗੇ ਕਿਤੇ? ਨਹੀਂ ਕੁਝ ਵੀ ਨਹੀਂ ਲੱਗਾ। ਰਗੜਾ ਟੈਪ? ਰਗੜਾ ਨੇ ਹੱਥ 'ਚ ਥੋੜਾ ਜਿਹਾ ਜ਼ਖਮ ਜਿਹੜਾ ਸੀ ਨਾ ਉਹ ਜ਼ਿਆਦਾ ਸੀ, ਇੰਨਾ ਕੁ ਤੇ ਗਹਿਰਾ ਸੀਗਾ। ਉਹਨੂੰ ਜਦੋਂ ਅਸੀਂ ਗਏ ਆ, ਆਰਾਮ ਆ ਗਿਆ ਸੀ। ਆਪਣੇ ਕੋਲ ਨੋਮੀ ਨਹੀਂ ਹੁੰਦਾ, ਨੁਮਾਨ?
ਹਾਂਜੀ ਹਾਂਜੀ ਨੁਮਾਨ ਭਾਈ। ਮੈਨੂੰ ਉਹਨੇ ਤਸਵੀਰਾਂ ਭੇਜੀਆਂ, ਉਹਦਾ ਪਤਾ ਨਹੀਂ ਐਕਸੀਡੈਂਟ ਜਾਂ ਕੀ ਹੋਇਆ, ਤੇ ਪੈਰ ਉਹਦੇ ਪੱਟੀਆਂ ਤੇ ਇਹ ਉਹ ਸਾਰਾ ਕੁਝ। ਤੇ ਮੈਂ ਉਹਨੂੰ ਪੁੱਛਿਆ ਤਸਵੀਰਾਂ ਵੇਖ ਕੇ ਨਾ, ਮੈਂ ਉਹਨੂੰ ਕਿਹਾ ਕਿੱਥੇ ਆ ਤੂੰ? ਕਹਿੰਦਾ ਮੈਂ ਦਫ਼ਤਰ। ਮੈਂ ਕਿਹਾ ਯਾਰ ਤੂੰ ਦਫ਼ਤਰ ਆ? ਕਹਿੰਦਾ ਯਾਰ ਭਾਈ ਮੈਂ ਘਰ ਵੀ ਤਾਂ ਰਹਿਣਾ ਹੀ ਥਾ, ਮੈਂ ਇੱਧਰ ਆ ਗਿਆ। ਘਰ ਵੀ ਤੇ ਮਤਲਬ ਮੈਂ ਹਾਂਜੀ। ਲੰਮੇ ਪੈਣ ਵਾਲਾ ਸਿਸਟਮ ਨਹੀਂ ਸੀ ਨਾ, ਉਹਨਾਂ ਤੁਰਨ ਫਿਰਨ ਵਾਲਾ ਸੀ। ਤੇ ਕਹਿੰਦਾ ਮੈਂ ਇੱਥੇ ਆ, ਉਹਦੇ ਹੱਥ ਦਾ ਮਰਾ ਅੰਗੂਠੀ ਛੁੱਟ ਨਿਕਲ ਗਿਆ ਸੀ ਪਤਾ ਨਹੀਂ ਕੀ। ਤੇ ਮੈਂ ਕਿਹਾ ਯਾਰ ਬੜੀ ਗੱਲ ਹੈ। ਬੜੀ ਗੱਲ ਆ। ਮੈਂ ਵੀ ਇੱਦਾਂ ਹੀ ਕਹਿਣਾ ਨਾ ਭਾਲ ਫੈਸਲ ਹੁਣ ਕਿ ਯਾਰ ਇੱਥੇ ਦਿਲ ਕਰਨ ਦਾ ਆਪਣਾ ਹੱਸਦਾ ਕਿ ਘਰ ਦਾ ਬੋਰ ਹੋ ਜਾਂਦਾ। ਸਾਡੇ ਜ਼ੋਰ ਦੀ ਮੱਖੀ ਆ ਕੇ ਵੱਜੇ, ਕਹਿੰਦਾ ਉਸਤਾਦ ਜੀ ਮੈਨੂੰ ਸਮਝ ਆ ਜੀ ਕੋਈ ਚੀਜ਼ ਵੱਜੀ ਮੇਰੇ ਮੈਂ ਨਹੀਂ। ਯਾਰ ਮੈਂ ਜਦੋਂ ਬਕਾਇਦਾ ਮੇਰੀ ਲੱਤ ਦਾ ਆਪਰੇਟ ਹੋਇਆ, ਮੈਂ ਦਫ਼ਤਰ ਆਉਂਦਾ ਰਿਹਾ। ਹਾਂ ਇਹ ਆਪਣੇ ਕੰਮ ਨਾਲ ਮਜ਼ਾ ਲਓ, ਇੰਜੋਏ ਸੱਟ ਕਰੋ। ਲੱਗੀ ਉਸਤਾਦ ਜੀ ਨੇ ਜਦੋਂ ਮੈਂ ਮਾਰਿਆ ਖੰਜਰ ਆਹੋ। ਮਾਰੀ। ਉਸਤਾਦ ਜੀ ਇੰਨੀ ਸੱਟ ਸੀ, ਇਹ ਲਾ ਲਓ ਕਿ ਇਹ ਨਹੀਂ ਸੀ ਲੱਗੀ। ਇਹ ਵੱਡੀ ਆ, ਇਹ ਵੱਡੀ ਆ। ਉਹ ਤੁਸੀਂ ਸੁਰਮੇ ਵਾਲੀ ਅੱਖ ਨਹੀਂ ਮੰਨ ਲੈਂਦੇ ਇੰਜ ਕਰਕੇ, ਉਹ ਹਿਸਾਬ ਸੀ ਤਲੀ ਦਾ, ਇੱਕ ਹਲਕੀ ਜਿਹੀ ਕਾਲੀ ਸੀ ਨਹੀਂ ਬਸ। ਤੇ ਚਲੋ ਇਸ ਗੱਲ ਨੂੰ ਤੇ 15 ਦਿਨ ਹੋ ਗਏ ਤੁਸੀਂ ਸ਼ੋਅ ਕਰਕੇ ਆਏ। ਹਾਂਜੀ। ਤੇ ਉਸ ਤੋਂ ਵੀ 10 ਦਿਨ 15 ਦਿਨ ਪਹਿਲੇ ਦੀ, ਤੇ ਹੁਣ ਤੱਕ ਮਤਲਬ ਜਦੋਂ ਅਸੀਂ ਪਤਾ ਲੈਣ ਗਏ ਸੀ ਕਹਿੰਦਾ ਤੁਸੀਂ ਜਲਦੀ ਆ ਕੇ ਸੱਟਾਂ ਹਲੇ ਲੱਗਣੀਆਂ ਵਾ। ਅੱਛਾ ਇਹ ਉਹਨਾਂ ਨੇ ਪਹਿਲੇ ਸੈਂਪਲ ਭੇਜੇ ਆ। ਸੈਂਪਲ ਭੇਜਿਆ ਉਹਨੂੰ ਕਿ ਯਾਰ ਤੁਸੀਂ ਸ਼ੋਅ ਕਰ ਲਓ, ਤੁਹਾਨੂੰ ਸ਼ੋਅ ਦਾ ਕਰਕੇ ਇੰਨਾ ਕਲਵਾਈਆਂ ਵਾ, ਬਾਕੀ ਬਾਅਦ ਚ ਲੱਗਣੀਆਂ ਨੇ ਵੱਡੀਆਂ। ਬਾਕੀ ਉਹਨੇ ਭੱਜ ਕੇ ਉਸਤਾਦ ਜੀ ਸਾਡੀ ਖਿਦਮਤ ਕੀਤੀ। ਕਮਰਾ ਉੱਤੇ ਸੀ, ਨੱਠ ਕੇ ਜਾਂਦਾ ਸੀ, ਚਾਹ ਲੈ ਕੇ ਆਇਆ, ਨੱਠ ਕੇ ਗਿਆ, ਹਰ ਸ਼ੈ ਉਹਨੇ ਲਿਆ ਕੇ ਹਾਜ਼ਰ ਕੀਤੀ। ਲੇਕਿਨ ਉਹਨੇ ਇੱਕ ਇਸ਼ਾਰਾ ਨੂੰ ਕੀਤਾ ਸੀ, ਤੈਨੂੰ ਕਿਹੜਾ ਇਸ਼ਾਰਾ ਕੀਤਾ ਸੀ ਉਹਨੇ? ਮੈਨੂੰ ਸਮਝ ਲੱਗੀ। ਉਹ ਮੈਂ ਦੱਸਦਾ ਨਾ, ਮੈਂ ਦੱਸਦਾ। ਹਾਂ ਉਹਨੇ ਕਿਹਾ ਸੀ ਪੈਸੇ ਤੂੰ ਲਾ ਲਾ। ਉਹ ਲਾਲਾ ਨਹੀਂ ਲੈ ਲੈ ਸੀ ਉਹਨੇ। ਅੱਛਾ ਉਹਦਾ ਪਤਾ ਲੈਣ ਗਈ ਉਹਨੇ ਇਹਦੇ ਕੋਲ 500 ਲੈ ਕੇ ਇਹਦਾ ਦੇ ਕੇਕਾਂ ਨੂੰ ਪੈਸੇ ਦੇ ਨਹੀਂ ਦੇ। ਤੁਹਾਡਾ ਵੈਸੇ ਬਣਦਾ ਵੀ ਸੀ ਕੁਝ ਲੈ ਕੇ ਜਾਂਦੇ। ਲੈ ਕੇ ਗਏ 2 ਕੈਮਰੇ ਲੈ ਕੇ, ਮਾਈਕ ਸਨੈਜਰ, ਫਲ ਫਰੂਟ ਵੀ ਲੈ ਕੇ ਗਏ ਉਸਤਾਦ ਜੀ ਅਸੀਂ, ਬਕਾਇਦਾ ਵੀ ਸਾਨੂੰ ਪਤਾ ਵਾ ਕਿੱਦਾਂ ਜਾਈਦਾ। ਯਾਰ ਰੂਲ ਹੁੰਦੇ ਨੇ ਮਰੀਜ਼ ਦਾ, ਜਦੋਂ ਪਤਾ ਕਰਨ ਜਾਣਾ ਹੈ ਉਹ ਇੱਕ ਰੂਲ ਹੁੰਦੇ ਨੇ। ਕੋਈ ਉਦੋਂ ਮਹਿਮਾਨ ਕਿਸੇ ਦੇ ਘਰ ਜਾਣਾ, ਉਹ ਵੀ ਰੂਲ ਹੁੰਦੇ। ਤੁਸੀਂ ਮੂੰਹ ਉਹ ਇੱਕ ਚੁੱਕ ਜੇ 18ਵੇਂ ਗ੍ਰੇਡ ਦਾ ਅਫਸਰ ਮਰੀਜ਼ ਸੀਗਾ ਵੀ ਦੇ ਭਾਜੀ। ਕੋਈ ਵੀ ਮਰੀਜ਼ ਹੋਵੇ, ਤੁਸੀਂ ਪਤਾ ਲੈਣ ਜਾਣਾ ਤੇ ਵੈਸੇ ਹੀ ਤੁਹਾਡਾ ਸਰ ਉਹ ਮਰੀਜ਼ ਹੋਰ ਹੁੰਦੇ ਉਸਤਾਦ ਜੀ, ਉਹਦੇ ਪਾੜੇ ਪਏ ਹੁੰਦੇ, 100 ਟਾਂਕਾ ਲੱਗਾ ਹੁੰਦਾ ਜਿਹਨਾਂ ਨੂੰ ਫਲ ਵਾਸਤੇ। ਉਹ ਤਾਂ ਸੋਹਣਾ ਕੈਪਟਨ ਆ ਕੇ ਪਛਾਣ ਲਿਆ ਤੁਸੀਂ। ਅਸੀਂ ਅੱਛਾ ਫਲ ਵਾਲੇ ਮਰੀਜ਼ ਹੋਰ ਹੁੰਦੇ ਨੇ। ਹੋਰ ਹੁੰਦੇ ਭਾਜੀ। ਲੇਕਿਨ ਅਸੀਂ ਉਸਤਾਦ ਫਲ ਲੈ ਕੇ ਗਏ ਉਸਤਾਦ ਜੀ, ਤੇ ਸੱਟਾਂ ਜਦੋਂ ਦੇਖੀਆਂ ਨਾ ਤੇ ਅਸੀਂ ਆਪ ਹੀ ਖਾ ਲਏ। ਹਾਂ ਵੀ ਗੱਲ ਨਹੀਂ, ਉਹ ਉੱਚਾ ਨਹੀਂ ਵਾ ਬੋਡਾ ਚੜ੍ਹ ਕੇ ਅਸੀਂ ਗਏ ਸੀਗੇ, ਬੜਾ ਮਹਿੰਗਾ ਚੀਪਾ ਜਿਹਾ ਉੱਪਰ ਬੜਾ ਹੈ ਦੂਸਰੇ ਪਲਾਜ਼ੇ ਤੇ। ਉਹ ਤੇ ਫੱਟੇ ਮੂੰਹ ਤੋਂ ਉਸਤਾਦ ਜੀ ਦੇ ਅੱਬੂ ਬਹੁਤ ਅੱਛੇ। ਕਹਿਣ ਕੌਂਦੇ ਆ ਜਿਹਦੇ ਘਰ ਵਿੰਗਾ ਚਿੱਪਾ ਵੀ ਨਹੀਂਗਾ। ਹਰ ਤੋਂ ਅਸਰ ਰੱਖਣਾ। ਇਹ ਤੇ ਇੱਕ ਦਿਨ ਬਾਹਰੋਂ ਇੱਕ ਬੰਦੇ ਨੇ ਨੋਨੇ ਨੂੰ ਉੱਤੇ ਚੜ੍ਹਦੇ ਵੇਖਿਆ, ਇਸ ਤਰੀਕੇ ਨਾਲ ਚੜ੍ਹ ਰਹੇ ਸੀ। ਬੰਦੇ ਨੇ ਬੂਹਾ ਖੜਕਾ ਕੇ ਉਹਨੂੰ ਕਿਹਾ ਭਾਜੀ ਤੁਹਾਡੇ ਘਰ ਟਾਰਜ਼ਨ ਉਸਤਾਦ ਜੀ ਘਰ 'ਚ ਫਿਰਦੇ ਤੁਰਦੇ ਹੁੰਦੇ, ਲੋਕੀ ਵੀਡੀਓ ਬਣਾ ਰਹੇ ਹੁੰਦੇ ਯਾਰ, ਉਹ ਵੇ ਕੀ ਕਰਦੇ ਹੋ। ਉਹ ਇਹਨਾਂ ਘਰ ਤੇ ਚੋਰ ਆ ਕੇ ਨਾ ਪੌੜੀ ਨਾ ਪੂਰੀ ਥੱਲੋਂ ਫਲੋ ਕਹਿੰਦੇ ਉਹ ਸੋਨਾ ਸੁੱਟ ਓਏ, ਕੀ ਸੋਨਾ ਸੁੱਟ, ਸੋਨਾ ਉਹ ਤਾਂ ਸੋਨਾ ਸੁੱਟੋ। ਓਏ ਉਹ ਸੋਨਾ ਸਾਡੇ ਕੋਲ ਉੱਤੇ ਨਹੀਂ ਆਇਆ ਜਾਣਾ। ਨਹੀਂ ਥੱਲੇ ਕਰ ਓਏ ਕਰ ਦੇ ਜੋ ਕੁਛ ਹੈ ਹੀ। ਤੇ ਇਹਦਾ ਬਹੁਤ ਹੀ ਨਹੀਂ ਆ ਬਸ ਤੇ ਇਹਦਾ ਬਹੁਤ ਕਹਿ ਰਿਹਾ ਭਾਜੀ ਛੱਡਦੇ ਆ ਕਿਉਂ ਨਾ ਕੁਛ ਕਿਸੇ ਨੂੰ। ਬੈਠ ਚੱਲ ਨਹੀਂ ਤੇ ਕਹਿੰਦੇ ਕੋ ਚੋਰ ਕਹਿ ਰਿਹਾ ਹੈ ਯਾਰ ਇਹ ਕਿਹੜੀ ਡਕੈਤੀ ਹੋ ਰਹੀ ਹੈ ਯਾਰ, ਮੇਰੇ ਬੋਲਾ ਮਾਫੀ ਦੇ ਦਿਓ। ਲੇਕਿਨ ਜੋ ਹੀ ਹੈ ਸਾਹ ਜੀ, ਤੁਹਾਡਾ ਬਣਦਾ ਸੀ ਮਾਫੀ ਦੇ ਨਾਲ। ਕੀ ਤੁਹਾਡਾ ਬਣਦਾ ਸੀ ਉਹਨੂੰ ਉੱਥੋਂ ਭਾਵੇਂ ਜੋ ਵੀ ਭੇਜਦੇ, ਜਾਂ ਤੁਸੀਂ ਆਏ ਹੋ ਜਾਂਦੇ ਉਹਦਾ ਪਤਾ ਡਿੱਗੀ ਭਰ ਕੇ ਯਾਰ ਜਾਂਦੇ। ਹੁਣ ਮੇਰਾ ਹੀ ਬਣੀ ਜਾਂਦਾ ਸਾਰਾ, ਇਲਾਕੇ ਦਾ ਪਤਾ ਲੱਗਦਾ, ਮੇਰਾ ਹੀ ਬਣੀ ਜਾਂਦਾ ਸਾਰਾ ਕੁਝ। ਹੁਣ ਯਾਰ ਛੱਡਦੇ ਪੂਰੇ ਇਲਾਕੇ ਨੂੰ ਪਤਾ ਲੱਗਦਾ ਕਿ ਉਸਤਾਦ ਜੀ ਆਏ ਨੇ, ਕੋਈ ਡਿੱਗੀ ਭਰ ਕੇ ਕੋਈ ਨਹੀਂ ਹੁਣ ਨਹੀਂ ਸੀ ਬਦਾਨਾ ਨਾਰ ਕੋਈ ਸੌਰੀ ਸੇਬ। ਸੁਤੇ। ਹੁਣ ਉਸਤਾਦ ਜੀ ਤੈਨੂੰ ਸੀ ਬਣਦਾ ਯਾਰ ਥੋੜੀ ਮੁਹੱਬਤ ਕੀਤੀ। ਉਸਤਾਦ ਜੀ ਮੈਂ ਤੈਨੂੰ ਉਧਰ ਕੀ ਕਿਹਾ ਸੀ, ਮੈਂ ਕਿਹਾ ਜਿੰਨੀ ਉਸਤਾਦ ਜੀ ਨੇ ਅਬਾਸ ਨਾਲ ਮੁਹੱਬਤ ਕੀਤੀ ਹੈ ਨਾ, ਜਿੰਨਾ ਉਸਤਾਦ ਜੀ ਨੇ ਅਬਾਸ ਨੂੰ ਢਿੱਲ ਦਿੱਤੀ, ਅਗਰ ਕਿਸੇ ਹੋਰ ਦਿੱਤੀ ਹੁੰਦੀ ਨਾ ਸ਼ਾਇਦ ਉਹ ਬੰਦਾ ਬਣ ਜਾਂਦਾ। ਲੇਕਿਨ ਉਹ ਬੰਦੇ ਦੇ ਨਾਲ ਸਿਸਟਮ ਹੋਰ ਆ। ਮੈਂ ਦੱਸਿਆ ਇਸ਼ਕ ਚ ਮੁਤਲਾ ਵਾ। ਹੁਣ ਤੁਸੀਂ ਕੀ ਚਾਹੁੰਦੇ ਹੋ ਫਿਰ, ਕੀ ਚਾਹੁੰਦੇ ਹੋ? ਅਸੀਂ ਚਾਹੁੰਦੇ ਜਿੱਥੇ ਰਵੇ ਖੁਸ਼ ਰਵੇ। ਨਹੀਂ ਉਸਤਾਦ ਜੀ ਹਾਂ ਇਹ ਗਲਤ ਲੱਗਦਾ ਹੈ। ਹਾਂ ਜੇ ਸਾਡੇ ਕੋਲ ਆ ਜਾਇਆ ਕਰੇਗਾ ਨਹੀਂ। ਤੇ ਜਦੋਂ ਆ ਜਾਇਆ ਕਰੇਗਾ ਜਿਹੜੇ ਸ਼ੋਅ 'ਚ ਵਿਆਹ ਕਰੇਗਾ ਅਸੀਂ ਉਹਨੂੰ ਉਹਦੇ ਪੈਸੇ ਅੱਛੇ ਪੈਸੇ ਦੇ ਦਿਆ ਕਰਾਂਗੇ। ਨਹੀਂ ਉਹਨੇ ਆਇਆ 24 ਨੂੰ ਆਇਆ ਉਹਨੇ, 24 ਨੂੰ ਆਉਣਾ ਉਹਨੇ। ਹੁਣ ਉਹ ਹਫਤਾ ਤੋਂ ਪਹਿਲੇ ਆਏਗਾ। ਕਿਉਂਕਿ 26 ਨੂੰ ਤਾਂ ਤੁਸੀਂ ਆਪ ਹੋਣਾ, ਕਿਉਂਕਿ 3 13 23 8 ਉਹ ਦਫ਼ਤਰ ਨਹੀਂ ਆਉਂਦਾ। ਯਾਰ ਉਹ ਤਾਂ ਦੱਸ ਤੇਰੇ ਘਰ ਦਾ ਕੀ ਬਣਿਆ ਪਿਆ ਜ਼ੋਰ 'ਚ ਦੱਸਣਾ ਬਾਕੀ ਸਾਡੀ ਮਾਜ਼ਰਤ, ਘਰ ਨਾ ਕਹੋ ਉਹਨੂੰ, ਬੁਰਜਲ ਮਿੱਠਾ ਕਹੋ ਉਹਨੂੰ, ਬੁਰਜਲ ਮਿੱਠਾ, ਮਾਲ ਆਫ ਝੰਡਾਪੁਰ ਕਹੋ ਉਹਨੂੰ। ਉਹ ਤੇ ਤੋਬਾ ਤੁਸੀਂ ਗਏ ਹੋ। ਤੂੰ ਤੇ ਕਿਹਾ ਸੀ ਉਹ 5-7 ਦਿਨਾਂ ਦਾ ਕੰਮ ਆ। ਬਸ ਉਸਤਾਦ ਜੀ ਮੇਰੇ ਛੇਤਰ ਮਾਰੋ, ਮੈਂ ਹੀ ਗਲਤ ਸੀਗਾ। ਮੇਰੇ ਕੋਲ ਗਲਤੀ ਹੋਈ ਆ। ਸਹੀ ਗੱਲ। ਮੈਨੂੰ ਬੰਦਾ ਕੋਈ ਸਹੀ ਟੱਕਰਿਆ ਹੀ ਨਹੀਂ।
ਤੁਸੀਂ ਮੈਨੂੰ ਕਿਹਾ ਸੀ, ਮੈਂ ਕਿਹਾ ਜੁਮੇ ਨੂੰ ਤੂੰ ਮੇਰੇ ਘਰ ਆਉਣਾ ਹੀ, ਤੂੰ ਸਿਰਫ ਛੱਤ ਤੇ ਬਹਿਣਾ ਵਾ, ਜੇ ਸ਼ਾਮ ਤੱਕ ਤੂੰ ਹੱਸੀ ਨਾ ਗਿਆ ਮੈਨੂੰ ਫੜ ਲਈ। ਲਾਫਟ ਤੇ ਸਾਰੇ ਹੀ, ਮਿਸਤਰੀ ਵੀ, ਸੈਂਟਰੀ ਵਾਲਾ ਵੀ, ਸਾਰੇ ਹੀ ਰਲੇ ਮਿਲੇ, ਥੀਏਟਰ ਲੱਗਾ ਉੱਤੇ ਤੇ ਕੀ ਬਣਾਉਂਦਾ। ਹੁਣ ਦੇਖੋ ਮੈਂ ਮਕਾਨ ਸ਼ੁਰੂ ਕਰਨਾ, ਇੱਕ ਬੰਦੇ ਨੂੰ ਕਿਹਾ, ਮੈਂ ਕਿਹਾ ਕੋਈ ਚੰਗਾ ਜਿਹਾ ਮਿਸਤਰੀ ਲੈ ਕੇ ਆ। ਮੈਨੂੰ ਸਿਰ ਨੇ ਆ ਕੇ ਠਾਇਆ, 5 ਮਿੰਟ ਬਾਹਰ ਆ, ਮਿਸਤਰੀ ਲੈ ਆ। ਸਾਡਾ ਜਿਹੜਾ ਫਰੰਟ ਵਾਲਾ ਲੈਂਟਰ ਵਾ, ਜਿਹੜੀ ਬਾਹਰ ਸ਼ੇਡ ਨਹੀਂ ਵਧੀ ਹੁੰਦੀ, ਉੱਤੇ ਪਰਦੇ ਕੀਤੇ ਹੁੰਦੇ, ਉਹ ਪਰਦੇ ਸੀ ਕੀਤੇ ਹੋਏ ਸੀਗੇ 5-5 ਫੁੱਟ ਦੇ ਐ। ਮਿਸਤਰੀ ਆਇਆ, ਮੈਂ ਕਿਹਾ ਜੀ ਉੱਪਰੋਂ ਹਿਸਾਬ ਲਾਓ, ਹਿਸਾਬ ਤੋਂ ਲਾ, ਕਹਿੰਦਾ ਓਏ ਹੋਏ ਹੋਏ, ਕਹਿੰਦਾ ਭਾਈ ਸ਼ੇਡ ਤੇ ਵਜ਼ਨ ਬਹੁਤ ਹੈ, ਪਰਦੇ ਢਾਓ। ਮੈਂ ਕਿਹਾ ਹੁਣੇ ਢੱਟ ਜਾਂਦੇ ਭਾਜੀ। ਮੈਂ ਛੋਟੇ ਭਾਈ ਨੂੰ ਕਿਹਾ, ਮੈਂ ਕਿਹਾ ਯਾਰ ਪਰਦੇ ਢਾਉਣੇ ਸ਼ੁਰੂ ਕਰ, ਮਿਸਤਰੀ ਨੇ ਸਵੇਰੇ ਲੱਗਣਾ। ਉਹ ਮਿਸਤਰੀ ਪਰਦੇ ਪੁਰਦੇ ਢਵਾ ਕੇ ਨਾ ਸਾਹਮਣੇ 2 ਘੰਟਿਆਂ 'ਚ ਕਹਿੰਦਾ ਭਾਜੀ ਮੇਰੇ ਕੋਲ ਤਾਂ ਟਾਈਮ ਨਹੀਂ ਹੈਗਾ, ਇਹ ਕਿਸੇ ਹੋਰ ਕੋ ਕਰਾ ਲਓ ਭਾਜੀ। ਮੈਂ ਕਹਿੰਦਾ ਪਰਦੇ ਕਾ ਤੋਂ ਢਵਾਇਆ? ਉਹ ਵਜਨ ਸੀ, ਕਹਿੰਦਾ ਇਹ ਵਜਨ ਪਿਆ ਸੀ, ਇਹ ਜ਼ਰੂਰੀ ਸੀ। ਦੇਖ ਪੈਂਟ ਸੀ ਨਹੀਂ ਤੇ ਅਗਲੇ ਦਿਨ ਨਵਾਂ ਮਿਸਤਰੀ ਆਇਆ ਤੇ ਉਹਨੂੰ ਮੈਂ ਕਿਹਾ ਭਾਈ ਪਰਦੇ ਢਾ ਦੇ, ਕਹਿੰਦਾ ਇਹ ਕਦੋਂ ਢਾਏ? ਕਹਿੰਦੇ ਤੇ ਢਾਉਣੇ ਨਹੀਂ ਸੀ। ਮੈਂ ਕਿਹਾ ਭਾਈ ਉਹ ਕਹਿੰਦੇ ਵਜਨ ਪੈਣ ਡਿਆ, ਕਹਿੰਦਾ ਯਾਰ ਲੈਂਟਰ ਤੇ ਕਾਹਦਾ ਵਜਨ? ਲੋਕਾਂ ਨੇ ਬੇਭਾਲ, ਲੋਕਾਂ ਨੇ ਕਮਰੇ ਪਾਏ ਲੈਂਟਰ ਤੇ, ਛੇੜ ਕੀ ਵਧਾਏ ਹੋ, ਤੂੰ ਕਹਿੰਦਾ ਢਾ ਤੇ ਕਿਹੜਾ ਬੇਵਕੂਫ ਸੀ। ਮੈਂ ਉਹਨੂੰ ਫੋਨ ਕੀਤਾ ਗੁੱਸੇ 'ਚ, ਮੈਂ ਕਿਹਾ ਯਾਰ ਮੈਂ ਸਲਾਮ ਅਲੈਕਮ, ਮੈਂ ਕਿਹਾ ਭਾਈ ਤੁਸੀਂ ਨਹੀਂ ਸੀ ਕਰਨਾ, ਤੁਸੀਂ ਪਰਦੇ ਢਵਾਤੇ। ਕਹਿੰਦਾ ਤੁਸੀਂ ਪਾਗਲ ਆ, ਤੁਸੀਂ ਨਾ ਹਟਾਉਂਦੇ। ਮੈਂ ਤਾਂ ਦੱਸਿਆ ਸੀ ਕਿ ਭਾਈ ਵਜਨ ਜਿਹਾ ਪੈਣ ਡਿਆ। ਮੈਂ ਕਿਹਾ ਯਾਰ ਹੁਣ ਉਸਤਾਦ ਜੀ ਮੈਂ ਮਿਸਤਰੀ ਲਾ ਲਿਆ, ਮਿਸਤਰੀ ਨਾ ਉਹ ਛੱਡ ਦਿੰਦਾ ਹਰ ਸ਼ੈ। ਨਾਲੇ ਤੂੰ ਮੈਨੂੰ ਪੁੱਛੀ ਕਿ ਕਿੰਨਾ ਮਸਾਲਾ ਲੱਗੂਗਾ, ਐ ਮੈਂ ਕੰਮ ਕਰ ਰਿਹਾ ਭਾਜੀ ਇਹ ਕਿੰਨਾ ਕੁ ਮਸਾਲਾ ਲੱਗ ਜਾਏਗਾ? ਭਾ ਮਿੱਠੂ ਮੇਰੀ ਗੱਲ ਸੁਣਦਾ, ਇਹਨੂੰ ਨਾ 4 ਇੱਕ ਦਾ ਕਰ ਲਾਈ ਗਿਆ ਨਾ, ਤੇ ਆਹ ਹਾਸਾ ਪਾਉਣਾ ਕਰ 3 ਇੱਕ ਦਾ ਲਾਇਆ ਲੈ। ਮੇਰੀ ਸੁਣ ਲੈ ਤੇ ਗੱਲ, ਕੰਮ ਛੱਡਤਾ ਕੰਮ ਪੌਣਾ ਘੰਟਾ ਮੈਨਾਂ ਉਹ ਰਿਸ਼ਤੇਦਾਰ ਜੀ ਨੂੰ ਦਖਲ ਦੇਣ ਡਿਆ ਵਾ, ਹੈ? ਰਿਸ਼ਤੇਦਾਰ ਜੀ ਨੂੰ ਦਖਲ ਦੇਣ ਡਿਆ ਵਾ। ਦੱਸਵੇਂ ਬਈ ਪੈਸਾ ਸ਼ਹਜ਼ਾਦਾ ਉਹ ਮੈਨੂੰ ਵੇਚ, ਮੇਰੀ ਸੋਹਣਾ ਗੱਲ, ਮੈਂ ਤੇਰਾ ਛੋਟਾ ਭਰਾ ਇੱਥੇ ਲੱਗਣ ਡਿਆ, ਇਹ ਕਿੰਨਾ ਕੁ ਕਮਾ ਲੈਂਦਾ ਵਾ। ਮੈਂ ਕਿਹਾ ਸਹੀ ਹੈ, ਸ਼ੁਕਰ ਆਪਣਾ ਗੁਜ਼ਾਰਾ ਕਰੀ ਜਾਂਦਾ। ਨਹੀਂ ਉਹ ਸੈਪਰੇਟ ਹੋ ਜਾ, ਮੈਨੂੰ ਤੇਰੀ ਸਮਝ ਨਹੀਂ ਆਉਂਦੀ, ਤੂੰ ਹੀ ਪੈਸੇ ਸਾਰੇ ਲਾਉਣ ਡਿਆ। ਮੈਂ ਕਿਹਾ ਸਾਰੇ ਰਲ ਮਿਲ ਕੇ, ਨਹੀਂ ਮੈਂ ਵੇਖਣਾ ਤੂੰ ਹੀ ਪਰੇਸ਼ਾਨ ਆ, ਛੱਡ ਦੇ ਭਰਾਵਾਂ ਪੁਰ ਕਰਾ ਦੇ ਲੈ। ਇਹ ਮਿਸਤਰੀ ਆ, ਮਿਸਤਰੀ ਪੂਰੀ ਗੱਲ। ਤੇ ਜਦੋਂ ਉਹਨਾਂ ਠੇਕਾ ਹੋਇਆ ਨਾ, ਕਹਿੰਦਾ ਭਾਜੀ ਹਰ ਸ਼ੈ ਮੇਰੀ ਆ, ਤੁਸੀਂ ਮੈਨੂੰ ਇੰਨੇ ਪੈਸੇ ਦੇਣੇ, ਤੁਹਾਡੀ ਖੁਸ਼ੀ ਹੋਏਗੀ ਮੈਨੂੰ ਇੱਕ ਟਾਈਮ ਚਾਹ ਦੇ ਦੇਣਾ, ਨਹੀਂ ਤਾਂ ਨਾ ਸਹੀ। ਮੈਂ ਕਿਹਾ ਠੀਕ ਆ। ਮੈਂ ਕਿਹਾ ਇਹਨੂੰ 2 ਟਾਈਮ ਚਾਹ ਦੇ ਦਿਆ ਕਰਨਾ। ਤੇ ਚੌਥੇ ਦਿਨ ਧੁੰਦ ਫੁੱਲ ਪਈ ਆ, ਤੇ ਮੈਨੂੰ ਫੋਨ ਕਰਕੇ ਕਹਿੰਦਾ ਉਹ ਮੇਰਾ ਨਹੀਂ ਕੰਮ ਨੂੰ ਦਿਲ ਕਰਦਾ। ਮੈਂ ਕੀ ਹੋਇਆ? ਉਹ ਬੇਬੇ ਨੇ ਥੱਲੋਂ ਚਾਹ ਨਹੀਂ ਨਿਕਲਾਏਗਾ ਤਾਂ। ਮੈਂ ਕਿਹਾ ਤੂੰ ਤੇ ਕਹੀ ਯਾਰ ਵੀ ਖੁਸ਼ੀ ਨਾਲ, ਉਹ ਖੁਸ਼ੀ ਕਹਿੰਦਾ ਇੱਕ ਅੱਧੇ ਦਿਨ ਦੇ ਹੁੰਦੇ ਨੂੰ ਰੂਟੀਨ ਬਣ ਕੇ, ਕਹਿੰਦਾ ਉਹਨੂੰ ਭਾਈ ਅਸੀਂ ਤਾਂ ਹੁਣ ਇੱਥੇ ਹੀ ਆ। ਇੱਥੇ ਹੀ ਆ ਕਹਿੰਦਾ। ਤੇ ਹੁਣ ਮੈਂ ਨਾ ਇੱਕ ਸੈਂਟਰੀ ਵਾਲਾ ਲੈ ਕੇ ਆਇਆ, ਛੋਟਾ ਭਾਈ ਕਹਿ ਕੇ ਯਾਰ ਸੈਂਟਰੀ ਵਾਲਾ ਹੁੰਦਿਆ ਵਾ ਤੇ ਹਾਂ ਕੰਮ ਕਰਨਾ। ਉਹ ਸੈਂਟਰੀ ਵਾਲਾ ਲੈ ਕੇ ਆਇਆ ਤੇ ਮੈਂ ਸੈਂਟਰੀ ਨੂੰ ਸਾਰਾ ਸਮਝਾਉਣ ਡਿਆ ਵਾ। ਮੈਂ ਕਿਹਾ ਯਾਰ ਇੱਥੋਂ ਪੈਪ ਲਗਾਉਣੇ ਆ, ਕਿਚਨ ਦੀ ਵਾਇਰਿੰਗ ਲੈਦਾ ਕਰਨੀ ਆ, ਵਾਸ਼ਰੂਮ ਦੀ ਵਾਇਰਿੰਗ ਲੈਦਾ ਕਰਨੀ ਆ, ਉਹ ਸਾਰਾ ਐਂ ਕਰੀਏ। ਮੈਂ ਦੇਖਣੀ ਵੀ ਨਹੀਂ। ਮੈਂ ਕਿਹਾ ਯਾਰ ਹੂੰਗਾ ਨਹੀਂ ਕਰਨ ਡਿਆ, ਥੱਲੇ ਲੈਦਾ ਲੈ ਕੇ। ਉਸਤਾਦ ਜੀ ਮੈਂ 15 ਮਿੰਟ ਸਮਝਾਇਆ, 15 ਮਿੰਟ ਸਮਝ ਕੇ ਕਹਿੰਦਾ ਭਾਜੀ ਮੈਂ ਤੇ ਬਿਜਲੀ ਵਾਲਾ ਹਾਂ ਭਾਜੀ। ਮੈਂ ਕਿਹਾ ਯਾਰ ਤੂੰ ਮੈਨੂੰ ਦੱਸ, ਉਦੋਂ ਦੱਸ ਦੇ ਮੈਂ ਤੈਨੂੰ ਸਾਰਾ ਨਾਲ ਸਮਝਾ। ਕਹਿੰਦਾ ਪਤਾ ਹੀ। ਮੈਂ ਕਿਹਾ ਪਤਾ ਨਹੀਂ ਭਾਜੀ ਕੀ ਗੱਲ ਆ, ਮੈਨੂੰ ਸਮਝਾਈ ਜਾਣ ਡਏ। ਅੱਛਾ ਉਹ ਚਲਾ ਗਿਆ। ਉਹ ਯਾਰ ਬਿਠੇ ਆਰਾਮ ਕਰਨ ਡਿਆ ਸੀਗਾ, ਉਹੀ ਦੱਸਣ ਲੱਗਾ। ਫਿਰ ਇੱਕ ਛੋਟਾ ਭਾਈ ਇੱਕ ਹੋਰ ਸੈਂਟਰੀ ਲੈ ਕੇ, ਉਹ ਅੱਲਾ ਦੀ ਕਰਨੀ ਕਿਤੇ ਪੁਰਾਣਾ ਵਾਕਫ ਨਿਕਲਿਆ ਹੈ, ਉਹਨੂੰ ਪਤਾ ਲੱਗ ਗਿਆ ਕਿ ਮਿੱਠੇ ਦਾ ਘਰ ਆ। ਉਹਨੇ ਨਾ ਦਰਵਾਜ਼ਾ ਖੜਕਾਇਆ, ਕੁਛ ਵੀ ਨਹੀਂ, ਅੰਦਰ ਪਿਛਲੇ ਕਮਰੇ ਚ ਆ ਕੇ ਮੈਨੂੰ ਕਹਿੰਦਾ ਖਾ ਲੈ ਮਿੱਠਾ ਕਿੱਥੇ ਆ? ਅੰਦਰ ਆ ਗਿਆ। ਕੌਣ ਆ? ਚੱਲਦਾ ਵਾ ਉਹ ਬਾਹਰ ਨਿਕਲ, ਕੌਣ ਆ? ਕਹਿੰਦਾ ਮੈਂ ਸੈਂਟਰੀ ਵਾਲਾ। ਕਹਿੰਦਾ ਮੈਂ ਸੈਂਟਰੀ ਵਾਲਾ, ਤੂੰ ਬਾਹਰ ਕੱਟਿਆ, ਬਾਹਰ ਕੱਟਿਆ। ਤੇ ਉਸਤਾਦ ਜੀ ਇੱਕ ਸੈਂਟਰੀ ਵਾਲਾ ਭਾਈ ਲੈ ਕੇ ਆਇਆ ਨਾ, ਤੇ ਉਹਨੂੰ ਮੈਂ ਸਾਰਾ ਸਮਝਾਇਆ। ਉਹਨੂੰ ਸਮਝਾਉਣਾ ਭਾਈ ਇੱਥੋਂ ਆ ਸਾਰਾ ਸਿਸਟਮ ਕਹਿੰਦਾ ਕਰ ਦਿਆਂਗੇ। ਤੇ ਮੈਂ ਗੌਰ ਕੀਤਾ, ਮੈਂ ਕਿਹਾ ਯਾਰ ਇਹ ਦੂਜਾ ਹੱਥ ਨਹੀਂ ਚੁੱਕ ਰਿਹਾ ਵੀ ਯਾਰ ਹੁੰਦਾ ਨਾ, ਨਹੀਂ ਭਾਜੀ ਇੱਥੇ ਤੁਹਾਡਾ ਵੇਸਣ ਲੱਗ ਜਾਏਗਾ, ਇੱਥੇ ਤਾਂ ਇੱਕੋ ਨਾ ਕਰੀਏ ਭਾਜੀ, ਠੀਕ ਆ ਭਾਜੀ ਓਕੇ ਹੋ ਜਾਏਗਾ ਗੱਲ ਕਰਕੇ। ਤੇ ਇਹ ਚੱਦਰ ਦੇ ਵਿੱਚ ਮੈਂ ਕਿਹਾ ਮੈਂ ਕੋਸ਼ਿਸ਼ ਮੈਂ ਫੀਲ ਕੀਤਾ, ਮੈਂ ਕਿਹਾ ਦੂਸਰਾ ਬਾਜ਼ੂ ਹੀ ਨਾ, ਮੈਂ ਕਿਹਾ ਦੂਸਰੇ ਬਾਜ਼ੂ ਕੀ ਗੱਲ ਆ? ਕਹਿੰਦਾ ਭਾਈ ਫਾਲਜ ਪਿਆ। ਕੀ ਪਿਆ? ਫਾਲਜ ਪੈ ਗਿਆ। ਤੇ ਮੈਂ ਕਿਹਾ ਇੱਕ ਹੱਥ ਨਾਲ ਕਿੱਦਾਂ ਕਰਨਾ? ਕਹਿੰਦਾ ਨਹੀਂ ਮੈਂ ਸਮਝ ਜਾਗਾ, ਭੇਜਾਂਗਾ ਮੁੰਡਾ ਉਹ ਕਰ ਜਾਏਗਾ। ਫਾਈਨਲ ਮਿਸਤਰੀ ਲੈ ਕੇ ਆਂਦਾ ਸੈਂਟਰੀ ਵਾਲਾ। ਹੁਣ ਉਹ ਆਇਆ ਸੈਂਟਰੀ ਕਰਨ ਵਾਸਤੇ। ਸਾਰੀ 2.5 ਫੁੱਟ ਦੇ ਨਾ ਟੀਅਰ ਵੱਧੇ ਹੋਏ ਸੀ ਕਮਰੇ ਦੇ ਵਿੱਚ, ਉਹ ਕੱਟਣੇ ਸੀਗੇ। 17 ਟੀਅਰ ਸੀ। ਇੰਜ ਕਰਕੇ 17 ਟੀਅਰ ਕੱਟੇ ਉਹਨੇ, ਤੇ ਕੱਟ ਕੇ ਉਹਨੇ ਥੱਲੇ ਰੱਖਤੇ। ਮੈਂ ਕਿਤੇ ਥੱਲੇ ਰੋਟੀ ਖਾਣ ਗਿਆ, ਮੈਂ ਘੰਟੇ ਕੇ ਬਾਅਦ ਉੱਪਰ ਚੜਿਆ। ਮੈਂ ਕਿਹਾ ਯਾਰ ਟੀਅਰ ਕੱਟ ਕੇ ਕਿੱਥੇ ਰੱਖੇ ਆ? ਕਹਿੰਦਾ ਭਾਜੀ ਮੈਂ ਇੱਥੇ ਰੱਖੇ ਸੀਗੇ, ਤੇ ਮਜ਼ਦੂਰ ਨਹੀਂ ਨਜ਼ਰ ਆ ਰਿਹਾ ਮੈਨੂੰ। ਮੈਂ ਕਿਹਾ ਮਜ਼ਦੂਰ ਕਿੱਥੇ ਆ? ਤੇ ਮਜ਼ਦੂਰ ਨਾ ਸੋਹਣਾ ਉਹ ਗੱਚਕ ਜਿਹੜੀ ਹੁੰਦੀ ਉਹ ਵੀ ਕਹਿੰਦੀ ਲਿਆ ਕੇ ਉੱਪਰਾਂ ਖਾਂਦਾ ਉੱਡ ਰਿਹਾ। ਮੈਂ ਕਿੱਥੇ ਗਿਆ ਸੀ? ਟੀਅਰ ਵੇਚਣ ਗਿਆ ਸੀ। ਕਹਿੰਦਾ ਭਾਜੀ
ਮੈਂ ਕਿਹਾ ਉਹ ਕੋਈ ਵੇਚੇ, ਉਹ ਮਜ਼ਦੂਰ ਦਾ ਹੀ ਹੱਕ ਹੁੰਦਾ ਵਾ। ਮੈਂ ਕਿਹਾ ਤਾਂ ਸਾਡੇ ਚ ਲੈ, ਤੁਹਾਡੇ ਕਾਲੇ ਜੋ ਕੱਟੇਗਾ ਸਾਡੇ ਹੋ ਗਏ। ਮੈਂ ਕਿਹਾ ਇਹ ਤੇ ਹਰੇਕ ਨਹੀਂ ਲੱਗੀ, ਉਹ ਤੁਹਾਡੀ ਜ਼ਿੰਮੇਵਾਰੀ ਆ। ਇਹ ਮਾਲਕ ਦਾ ਚੋਂ ਸਰੀਆ ਨਿਕਲਣਾ, ਪੁਰਾਣਾ ਟੀਅਰ ਨਿਕਲਣਾ, ਪੁਰਾਣਾ ਗਾਰਡਰ, ਸਾਰਾ ਮਜ਼ਦੂਰ ਦਾ ਹੁੰਦਾ। ਮੈਂ ਕਿਹਾ ਕਿੱਥੇ ਲਿਖਿਆ? ਕਿਤੇ ਨਹੀਂ ਲਿਖਿਆ ਭਾਈ, ਸਾਡਾ ਹੱਕ ਵਾ, ਸਾਨੂੰ ਦਿਓ। ਤੇ ਉਹ ਪਹਿਲੇ ਦਿਨ ਹੀ ਚਲਾ ਗਿਆ, ਟੀਅਰ ਵੇਚ ਕੇ ਚਲਾ ਗਿਆ। ਹੁਣ ਸੈਂਟਰੀ ਵਾਲਾ ਆਇਆ, ਸੈਂਟਰੀ ਵਾਲਾ ਆਇਆ ਵਾ, ਤੇ ਉਹ ਸੈਂਟਰੀ ਵਾਲਾ ਨਾ ਮੈਨੂੰ ਹਲਕਾ ਜਿਹਾ ਆਲ ਫਾਲ ਲੱਗਾ। ਮੈਂ ਕਿਹਾ ਬਿੱਲੇ ਸੈਂਟਰੀ ਦਾ ਕੰਮ ਕਿਹਨੇ ਕਰਨਾ? ਭਰਾ ਹੈਗਾ ਕਹਿੰਦਾ। ਭਰਾ ਹੈਗਾ ਕਹਿੰਦਾ। ਤੇ ਭਾਈ ਫੈਸਲ ਮੈਂ ਕਿਹਾ ਬਿਜਲੀ ਦਾ ਭਰਾ ਹੈਗਾ। ਹਾਂ ਜਿਹੜਾ ਭਰਾ ਕਹਿੰਦਾ ਭਰਾ ਕਰੂਗਾ। ਮੈਂ ਕਿਹਾ ਚੱਲ ਠੀਕ ਹੈ, ਤੇ ਪਿੱਤਰ ਹੋ ਗਿਆ ਸਾਰਾ ਕੰਮ ਚੁੱਕਾ। ਮੈਂ ਕਿਹਾ ਵਾਸ਼ਰੂਮ ਤੋੜਨਾ ਯਾਰ, ਲੈਟਰ ਭਾਰਾ ਵਾ, ਮਸ਼ੀਨ ਚਾਹੀਦੀ, ਭਰਾ ਹੈਗਾ ਕਹਿੰਦਾ। ਭਰਾ ਕਰੂਗਾ, ਭਰਾ ਹਾਜ਼ਰ ਹੈ ਕਹਿੰਦਾ। ਚਲੋ ਮੈਂ ਕਿਹਾ ਯਾਰ ਮਿਹਰਬਾਨੀ, ਸਾਰੇ ਕੰਮ ਤੂੰ ਕਹਿੰਦਾ। ਸਵੇਰੇ ਕਿੰਨੇ ਵਜੇ ਆਉਂਗਾ? ਕਹਿੰਦਾ ਸਵੇਰੇ 8 ਵਜੇ ਆ ਜਾਗੇ। ਤੇ ਮੈਂ ਕਿਹਾ ਯਾਰ ਮਜ਼ਦੂਰ ਨਹੀਂ ਲੱਭਣ ਡਿਆ, ਮਜ਼ਦੂਰ ਲੈ ਕੇ ਆਉਣਾ। ਭਰਾ ਹਾਜ਼ਰ ਹੈ, ਭਰਾ ਲੈ ਕੇ ਆਊਗਾ। ਤੂੰ ਮੈਨੂੰ ਦੱਸਣਾ ਵਾ ਭਾ ਮਿੱਠੂ, ਤੂੰ ਸਟਾਰ ਆ, ਤੂੰ ਫਿਲਮ ਡਰਾਮਿਆਂ ਚ ਆਉਂਦਾ, ਮੈਂ ਦੇਖਦਾ। ਚੋ ਤੂੰ ਬਾਹਰ ਚਲਾ ਯਾਰ, ਤੈਨੂੰ ਲੋਕ ਕੀ ਕਹਿਣਗੇ ਭਾ ਮਿੱਠਾ। ਮੈਂ ਕਿਹਾ ਠੀਕ ਆ, ਓਕੇ ਹੋ ਗਿਆ। ਤੇ ਉਹ ਅਗਲੇ ਦਿਨ ਆ ਗਿਆ ਕੰਮ ਤੇ ਆਇਆ ਵਾ। ਤੇ ਵੱਡਾ ਉਹਨੇ ਬੈਗ ਖੋਲਿਆ, ਵੱਡਾ ਬੈਗ ਖੋਲ ਕੇ ਤਾਂ ਮੈਨੂੰ ਕਹਿੰਦਾ ਥੋੜਾ ਪਾਣੀ ਤੇ ਲਾ ਕੇ ਆਓ। ਮੈਂ ਕਿਹਾ ਕੀ ਕਰਨਾ? ਪਾਣੀ ਲਿਆ ਕੇ ਉਹ ਦੱਸਦਾ। ਤੇ ਪਾਣੀ ਲੈ ਕੇ ਆਇਆ ਤੇ ਮੇਰੇ ਸਾਹਮਣੇ ਬਹਿ ਕੇ ਅੱਛਾ ਮੇਰੇ ਸਾਹਮਣੇ। ਮੈਂ ਕਿਹਾ ਕਰਨ ਡਿਆ, ਆਹ ਕਰਨ ਡਿਆ। ਮੈਂ ਕਿਹਾ ਤੂੰ ਚਵਲਾ ਮਾਰਨ ਡਿਆ, ਘਰ ਵਾ ਤੂੰ। ਮੈਂ ਕਿਹਾ ਛੱਤ ਤੇ ਬਿਠਾ ਆ ਕੇ ਤੇ ਮੇਰੇ ਸਾਹਮਣੇ ਨੂੰ ਬੋਤਲ ਬੰਦ ਕਰਕੇ ਨਾ ਮੇਰੇ ਛੱਤ ਆ ਸੁੱਟੀ ਘੁਮਾ ਕੇ ਕੰਮ ਸ਼ੁਰੂ ਕਰਤਾ। ਐ ਕੰਮ ਕਰ ਰਿਹਾ ਤੇ ਕੰਬੀ ਜਾ ਰਿਹਾ। ਮੈਂ ਥੱਲੇ ਚਲਾ ਗਿਆ। ਮੈਂ ਕਿਹਾ ਯਾਰ ਕਰਦਾ ਕੰਮ ਕਰੇ। ਘੰਟੇ ਕੇ ਬਾਅਦ ਉਹ ਉੱਪਰ ਗਿਆ। ਮੈਂ ਕਿਹਾ ਯਾਰ ਸੈਂਟਰੀ ਵਾਲਾ ਕਿੱਥੇ ਆ? ਉਹ ਮਿਸਤਰੀ ਕਹਿੰਦਾ ਉਹ ਭਾ ਮਿੱਠੂਆ ਯਾਰ, ਸਾਡੀ ਜਾਨ ਨੂੰ ਯਾਰ ਭਾਤਾ ਯਾਰ, ਕੀ ਦੇਤਾ ਸਾਨੂੰ ਯਾਰ, ਅੱਲਾ ਤੇ ਪਤਾ ਲਿਆ ਯਾਰ ਸਾਡਾ ਮੇਰਾ ਥੜੀ ਤੋੜ ਦਿੱਤੀ, ਮੇਰਾ ਹੱਥ ਤੋੜ ਦਿੱਤਾ। ਮੈਂ ਤਾਂ ਪਰੇਸ਼ਾਨ ਹੋ ਗਿਆ। ਮੈਂ ਕਿਹਾ ਹੈ ਕਿੱਥੇ ਆ? ਕਹਿੰਦਾ ਇੱਥੇ ਹੁਣ ਫਿਰਨ ਡਿਆ ਕੇ ਰੋਟੀ ਖਾਣ ਗਿਆ ਨਾ। ਮੈਂ ਕਿਹਾ ਚਲੋ ਸਹੀ ਆ। ਮੇਰੇ ਛੋਟੇ ਭਰਾ ਦਾ ਕਮਰਾ ਵਾ ਸੈਪਰੇਟ, ਉਹਦਾ ਵਿਆਹ ਹੋਇਆ। ਮੈਂ ਉਹਦੇ ਕਮਰੇ 'ਚ ਵੜਿਆ। ਮੈਂ ਕਿਹਾ ਯਾਰ ਜ਼ਾਹਦ ਕੰਮ ਤੋਂ ਆ ਵੀ ਗਿਆ ਤੇ ਆ ਕੇ ਸੌਂ ਗਿਆ। ਮੈਂ ਕਿਹਾ ਦੇਖਾਂ ਜੀ ਬੁਖਾਰ ਤੇ ਨਹੀਂ ਆ। ਮੈਂ ਇੰਜ ਕਰਕੇ ਰਜ਼ਾਈ ਲਾਈ ਤੇ ਸੈਂਟਰੀ ਵਾਲਾ ਪਿਆ। ਕਸਮ ਉਸਤਾਦ ਜੀ, ਉਹ ਪਿਆ। ਮੈਂ ਰਜ਼ਾਈ ਲਾਈ ਤੇ ਮੈਨੂੰ ਕਹਿੰਦਾ ਓ ਯਾਰ ਮਿੱਠੇ ਬੂਆ ਬੰਦ ਕਰ, ਲੈਟ ਆਉਣ ਡਈ ਯਾਰ। ਮੈਨੂੰ ਮੈਂ ਕਿਹਾ ਭਾਈ ਉੱਠ। ਓਏ ਆ ਭਰਾ ਨੇ ਇਹਨੇ ਕਿਹਾ ਓਏ ਆਹ ਕੌਣ ਪਿਆ? ਕਹਿੰਦਾ ਭਰਾ। ਅੱਛਾ ਭਰਾ ਦੇ ਕਮਰੇ, ਮਤਲਬ ਸ਼ਾਦੀ ਵਾਲੇ ਕਮਰੇ ਦੇ ਬੈੱਡ ਤੇ ਪੈ ਗਿਆ। ਬੱਚੇ ਉਹਨੂੰ ਸਾਰੇ ਥੱਲੇ। ਮੈਂ ਕਿਹਾ ਉਹ ਉੱਠੋ। ਮੈਂ ਕਿਹਾ ਤੇਰੇ ਬੂਟ ਕਿੱਡੇ ਮਾਰੇ, ਰੇਤ ਪਈ ਲੱਗੀ। ਉਹ ਝਾੜ ਦੇਗਾ ਤੂੰ, ਜਾ ਯਾਰ ਝਾੜ ਦੂੰਗਾ ਮੈਂ ਕੰਮ ਦਾ ਜਾ। ਤੇ ਮੈਨੂੰ ਕਹਿੰਦਾ ਮੈਂ ਕਿਹਾ ਕੰਮ ਨਹੀਂ ਕਰਨਾ, ਅੱਧਾ ਘੰਟਾ ਸੌ ਲੈਂਦੇ ਯਾਰ, ਮੈਂ ਰਾਤ ਸਾਰੇ ਕੰਮ ਕਰਦਾ ਰਿਹਾ, ਕੋਈ ਖਿਆਲ ਹੁੰਦਾ ਮੇਰੇ ਤੇ ਜਾ ਸਕਦਾ ਯਾਰ ਤੂੰ ਜਾ। ਤੇ ਮੈਨੂੰ ਕੱਢਤਾ। ਮੈਂ ਫਿਰ ਉਹ ਤੋਂ ਬਾਅਦ ਗਿਆ ਯਾਰ ਤੂੰ ਨਾ ਕਿਤੇ ਸੌਣ ਨਹੀਂ ਯਾਰ, ਤੂੰ ਨਾ ਕਿਤੇ ਉਹਨੂੰ ਆਰਾਮ ਕਰਨ ਦੇ। ਯਾਰ ਉਹ ਸੁਣਾਈ ਜਿਹੜਾ ਤੇਰੇ ਨਵੇਂ ਬੂਟ ਲੈ ਗਿਆ ਮਿਸਤਰੀ। ਆਹੋ ਮੇਰਾ ਦੋਸਤ ਕਾਸਮ ਕਾਲੀਆ, ਉਹਨੂੰ ਮੈਂ ਲਾਇਆ। ਮੈਂ ਕਿਹਾ ਯਾਰ 1000 ਰੇਟ ਤਾਂ ਚੜਾਉਣੇ ਕਿੰਨੇ ਪੈਸੇ? ਕਹਿੰਦਾ ਯਾਰ ਲੋਕਾਂ ਨੂੰ 2000 ਲਈਦਾ ਮਿੱਠੇ, ਤੂੰ 1500 ਦੇ ਦੂੰ ਭਰਾ। ਮੈਂ ਕਿਹਾ ਚੱਲ ਠੀਕ ਆ 1500 ਲੈ ਸੁੱਟ। ਹੁਣ ਮੇਰੇ ਇੱਕ ਬੂਟ ਨੂੰ ਪਸੰਦ ਆ ਗਏ। ਉਹਨੇ ਇੱਟ ਤਾਂ ਚੜਾਤੀ ਆ ਤੇ ਇੱਟ ਉੱਟ ਚੜਾ ਕੇ ਨਾ ਤੇ ਬੂਟ ਛਾਪਰ ਚ ਪਾ ਕੇ ਤੇ ਇੰਜ ਰੋਟੀ ਛੋਟੀ ਖਾ ਕੇ ਨਾ ਤੇ ਕਹਿਣ ਡਿਆ ਲਓ ਮਿੱਠਾ ਜੀ ਫਿਰ ਇਜਾਜ਼ਤ ਅੱਲਾ ਖੈਰ ਕੀਤੀ। ਮੈਂ ਕਿਹਾ ਠੀਕ ਹੈ ਪਹੁੰਚ, ਸਵੇਰੇ ਅੱਲਾ ਖੈਰ ਕੀਤੀ ਆਈ ਟਾਈਮ। ਤੇ ਉਹ ਗੇਟ ਚੋਂ ਨਿਕਲ ਲੱਗਾ ਨਾ। ਮੈਂ ਕਿਹਾ ਯਾਰ ਤੇ ਹੱਥ ਛਾਪਰ ਤੇ ਹੈ ਨਹੀਂ ਜੋ ਸਵੇਰੇ ਆਇਆ ਸੀ, ਇਹ ਛਾਪਰ ਕੀ ਲਿਆ ਚੱਲਾ ਵਾ? ਮੈਂ ਫੌਰਨ ਪਿੱਛੇ ਗਿਆ। ਮੈਂ ਕਿਹਾ ਕਾਲੀ ਹੋ ਰਿਹਾ ਆ ਦਿਖਾ ਛਾਪਰ ਚ ਕੀ ਆ? ਉਹ ਕੁਝ ਨਹੀਂ ਆ, ਕੁਝ ਨਹੀਂ, ਉਹ ਕੱਪੜੇ ਆ, ਕੁਝ ਨਹੀਂ ਕੱਪੜੇ ਆ। ਤੇ ਮੈਂ ਛਾਪਰ ਖੋਲ ਕੇ ਦੇਖਿਆ ਮੇਰੇ ਨਵੇਂ ਬੂਟ। ਮੈਂ ਕਿਹਾ ਇਹ ਕਿੱਧਰੋਂ ਸਵੇਰੇ ਵਿਆਹ ਤੇ ਜਾਣਾ ਸੀ। ਮੈਂ ਕਿਹਾ ਚੱਲ ਟਾਈਮ ਟੱਪ ਜਾਏਗਾ, ਮੇਰੇ ਬੂਟ ਲੈ ਗਿਆ। ਤੇ ਹੁਣ ਉਹ ਜਿਹੜਾ ਦੂਸਰਾ ਸੀਗਾ ਸੈਂਟਰੀ ਵਾਲਾ ਲੱਗਾ ਵਾ, ਉਹ ਸਿੰਕ ਦੇ ਜਿਹੜੀਆਂ ਸਲਫਾਂ ਨਹੀਂ ਪਾਈਆਂ ਕਿਚਨ ਚ, ਸਲਫਾਂ ਪਾਈਆਂ, ਉਹ ਨਾ ਮਿਸਤਰੀ ਨਵੀਆਂ ਰੱਖ ਕੇ ਇੰਜ ਕਰਕੇ ਬਾਹਰ ਨੂੰ ਆਇਆ ਤੇ ਉਹਨੇ ਹੁਣ ਖੁੱਡਾ ਮਾਰਨਾ ਸੈਂਟਰੀ ਵਾਲੇ ਨੇ। ਉਹਨੇ ਕੱਚੀ ਸਲਫ ਤੇ ਪੈਰ ਰੱਖ ਕੇ ਇੰਜ ਕਰਕੇ ਪਲਟ ਕੇ ਕੰਧ 'ਚ ਵੱਜਾ, ਆ ਡਿੱਗਿਆ ਪਿਆ। ਉਹ ਮਿਸਤਰੀ ਹੁਣ ਉਹਨੂੰ ਨਹੀਂ ਚੱਕ ਰਿਹਾ ਤਾਂ ਸੱਟਾ ਲੱਗਿਆ ਤੇ ਉਹਨੂੰ ਕਿਹਾ ਉਹ ਸਲਫ ਤੋੜ ਦਿੱਤੀ ਜੇ ਯਾਰ, ਹੁਣ ਕਿੱਥੋਂ ਪਾਉਣੀ ਆ ਯਾਰ, ਚਾਤੇ ਜਾਲ ਕਿਸੇ ਪਾਸੇ ਯਾਰ ਤੇਰੇ ਘਰ 'ਚ ਕਿਹੜਾ ਕੰਮ? ਪਾਕਿਸਤਾਨ ਚ ਸੁਣੋ ਤੁਸੀਂ। ਹੁਣ ਇਹ ਜ਼ਿਹਨ 'ਚ ਰੱਖਿਓ ਵੀ ਉਹਨੇ 1000 ਇੱਟ ਸੁੱਟੀ 1500 ਦੀ। ਮੈਂ ਬਾਹਰ ਬੈਠਾ ਧੁੱਪ ਸੇਕ ਰਿਹਾ ਤੇ ਉਹ ਇੱਟ ਸੁੱਟਣ ਵਾਲਾ ਅੱਜ ਨਹੀਂ ਆਇਆ। ਇੱਕ ਨਸ਼ਈ ਲੰਘ ਰਿਹਾ, ਨਸ਼ਈ ਲੰਘਦਾ ਰਹਿੰਦਾ, ਮੈਨੂੰ ਕਹਿੰਦਾ ਭਾਜੀ ਇੱਟ ਸੁੱਟਣੀ ਆ, ਉਹਦੀ ਇੱਟ ਸੁੱਟਣੀ ਆ। ਮੈਂ ਕਿਹਾ ਸੁੱਟਣੀ ਆ, ਮੈਂ ਸੁੱਟਾਂਗਾ। ਮੈਂ ਕਿਹਾ ਕਿੰਨੇ? 300 ਦੇਣਾ। ਬਸ 300 ਦੇ ਦੇਵਾਂ ਮੈਂ ਸਾਰੇ ਸੁੱਟ ਦਿਆਂਗਾ। ਮੈਂ ਕਿਹਾ 300 ਰੁਪਇਆ ਨਹੀਂ ਤਾਂ 1500 ਲਿਆ ਸੀ। ਮੈਂ ਕਿਹਾ ਤੁਹਾਨੂੰ 400 ਦਿਆਂਗਾ, ਇੱਟ ਸੁੱਟ।
ਠੀਕ ਹੈ ਭਾਜੀ ਮੈਂ ਸੁੱਟ ਦਿੰਦਾ ਮੈਂ ਕਿਹਾ ਇੱਕ ਮਿੰਟ ਠਹਿਰ ਚਲੇ ਮੈਂ ਨਹਾ ਧੋ ਕੇ ਬਾਹਰ ਨਿਕਲਦਾ ਵਾਂ ਉੱਪਰ ਵਾ ਮੈਂ ਕਿਹਾ ਫਰਸ਼ ਪਾਉਣ ਡਿਆ ਗਿੱਲਾ ਵਾ ਉੱਥੇ ਨਹੀਂ ਸੁੱਟਣੀ ਚਲੋ ਮੈਂ ਬੈਠਾ ਭਾਜੀ ਇੱਥੇ ਬੈਠਾ ਮੈਂ ਜਾਣ ਲੱਗਾ ਭਾਜੀ ਗੱਲ ਸੁਣਿਓ ਮੈਂ ਕਿਹਾ ਉਹ ਚਾਹ ਕਰਨ ਦੇ ਚਾਹ ਮੈਂ ਕਿਹਾ ਮਿਲੇ ਚਾਹ ਮਿਲਣੇ ਮੈਂ ਕਿਹਾ ਮਿਲੇ ਭਾਜੀ ਗੱਲ ਸੁਣਿਓ ਮੈਂ ਕਿਹਾ ਹਾਂ ਚਾਹ ਤੇ ਆਈ ਜਾਣੀ ਆ ਮੈਂ ਬਰਾਜ ਦੇ ਮਟੂ ਆ 10:30 ਵਜੇ ਦਾ ਮਕਾਨ ਸੀ ਅਬੂ ਮੇਰੇ ਨੇ ਦੇਖੋ ਪੈਰਾ ਖਲੀ ਚੱਕ ਆ ਗਿਆ ਬਰਾਜ ਚੱਕ ਆ ਗਿਆ ਮੈਂ ਕਿਹਾ ਤੂੰ ਇੱਟ ਸੁੱਟਣ ਆਇਆ ਵਾ ਅੱਛਾ ਜੀ ਵੱਟੂ ਹੋ ਕਹਿੰਦਾ ਹਾਂ ਅਸੀਂ ਮੈਂ ਇੱਟ ਸੁੱਟਣਾ ਉਹ ਮੈਨੂੰ ਪਤਾ ਵਾ ਅੱਜ ਇੱਟਾਂ ਸੁੱਟਣ ਡਏ ਆ ਮਜਬੂਰੀ ਹੈ ਭਾਈ ਥੋੜੀ ਜਿਹੀ ਓਕੇ ਤੇ ਮੈਂ ਕਿਹਾ ਚਲੋ ਮੈਂ ਅੰਦਰ ਜਾ ਕੇ ਆਵਾਜ਼ ਦੇਣਾ ਮੈਂ ਜਾਣ ਲੱਗਾ ਭਾਈ ਗੱਲ ਸੁਣਿਓ ਕਹਿੰਦਾ ਭਾਈ ਗੱਲ ਸੁਣਿਓ ਮੈਂ ਕਿਹਾ ਰੋਟੀ ਨਹੀਂ ਖਾਦੀ ਰੋਟੀ ਨਹੀਂ ਖਾਦੀ ਇੱਕ ਨਾਨਟੀ ਕਿਤੇ ਪੈਸੇ ਮੈਂ ਕਿਹਾ ਚਲਾ ਨਾਨਟੀ ਨਾਲ ਓਕੇ ਭਾਈ ਜਾ ਕੇ ਪਾਣੀ ਦਾ ਭੇਜੋ ਬਾਹਰ ਮੈਂ ਕਿਹਾ ਭੇਜ ਦਿੰਦਾ ਪਾਣੀ ਜਾ ਮੈਂ ਫੇਰ ਜਾਣਾ ਬੋਝ ਬਣਾਂਗਾ ਮੈਂ ਕਿਹਾ ਅੰਦਰੋਂ ਤੁਹਾਨੂੰ ਮੇਰੀ ਆਵਾਜ਼ ਦਿੰਦੇ ਆ ਕਹਿੰਦਾ ਚਲੋ ਠੀਕ ਆ ਮੈਂ ਅੰਦਰ ਚਲਾ ਗਿਆ ਮੈਂ 5 ਮਿੰਟ ਹੀ ਅੰਦਰ ਹੋਏ ਗਏ ਨੂੰ ਦਰਵਾਜ਼ਾ ਖੜਕਾਤਾ ਮੈਂ ਕਿਹਾ ਹਾਂ ਕੀ ਗੱਲ ਆ ਨਹੀਂ ਅੰਮੀ ਬਾਹਰ ਹੈ ਕਹਿੰਦੇ ਪਤਾ ਨਹੀਂ ਬਾਹਰ ਮੁੰਡਾ ਕਹਿੰਦਾ ਇੱਟ ਸੁੱਟਣੀ ਆ ਉਹ ਮੈਂ ਕਹਿੰਦਾ ਤੈਨੂੰ ਕੀ ਅਗਲੇ ਦੀ ਭਾਈ ਮੈਂ ਜਾਣਾ ਕਿ ਟਾਈਮ ਨਹੀਂ ਭਾਜੀ ਮੈਂ ਮਜ਼ਰੂਬ ਬੰਦਾ ਵਾ ਇੱਟ ਸਟਾਓ ਮੈਂ ਕਿਹਾ ਚੱਲ ਜਾ ਫਿਰ ਕਿਸੇ ਹੋਰ ਕੋਸਟਾ ਲੈ ਕੇ ਜਾ ਭੱਜਾ ਮੈਂ ਕਿਹਾ ਕਿਸੇ ਹੋਰ ਕੋਸਟਾ ਚਲੋ ਨਹੀਂ ਹੁਣ ਸੁੱਟ ਕੇ ਜਾਵਾਂਗਾ ਕੋਈ ਨਹੀਂ ਮੈਂ ਕੰਮ ਤੇ ਆ ਗਿਆ ਮੈਨੂੰ ਘੰਟੇ ਬਾਅਦ ਫੋਨ ਆ ਗਿਆ ਮੇਰਾ ਮੈਂ ਕਹਿੰਦੇ ਕੋਈ ਜਾਨ ਛੁਡਾ ਦੇ ਇਹ ਤਾਂ ਬਿਨਾਂ ਰਿਸ਼ਤੇਦਾਰੀਆਂ ਫੋਲੀ ਬੈਠਾ ਵਾ ਮੈਂ ਇੱਥੇ ਸੀਗਾ ਸਾਡੀ 10 ਮਿੰਟ ਜਗ੍ਹਾ ਸੀ ਤੇ ਇੱਟਾਂ ਉਦਾਂ ਹੀ ਪਈਆਂ ਵਾ ਗੱਲ ਸੁਣਾਈ ਜਾਂਦੇ ਆ ਮੈਨੂੰ ਇੱਕ ਫੇਰਾ ਲੈ ਕੇ ਚੌਥੀ ਚਾਹ ਪੀ ਲਈ ਤੇ ਟੋਕੀ ਪਈ ਆ ਐਵੇਂ 20 ਕਿੱਟ ਸੁੱਟ ਕੇ ਚਾਹ ਪੀ ਰਿਹਾ ਯਾਰ ਉਹਨੇ ਫੋਨ ਉਸਤਾਦ ਜੀ ਉਹ ਸੈਂਟਰੀ ਵਾਲੇ ਦਾ ਨਾ ਫੋਨ ਲੈ ਕਰਾਇਆ ਮੈਨੂੰ ਅੱਛਾ ਸੌਰੀ ਆਹੋ ਉੱਥੇ ਫੋਨ ਆਇਆ ਸੀ ਮੁੰਡਾ ਮਿਸਤਰੀ ਆਇਆ ਨਾ ਮੈਨੂੰ ਛੋਟੇ ਭਾਈ ਦਾ ਫੋਨ ਆਇਆ ਕਹਿੰਦਾ ਯਾਰ ਸੈਂਟਰੀ ਵਾਲਾ ਤੇ ਮਿਸਤਰੀ ਲੜ ਪਏ ਆ ਇੱਕ ਦੂਜੇ ਨੂੰ ਸੋਜਾਂ ਪਾਤੀਆਂ ਮੈਂ ਕਿਹਾ ਕੀ ਹੋਇਆ ਕਹਿੰਦਾ ਮਿਸਤਰੀ ਕਹਿਣ ਡਿਆ ਮੇਰਾ ਚੈਨਲ ਦਾ ਫੋਨ ਇਹਨੇ ਚੁੱਕਿਆ ਵਾ ਉਹ ਕਹਿੰਦਾ ਭਾਈ ਮੇਰੇ ਤਰਾਹੀ ਆਇਓ ਮੈਂ ਤਰਾਹੀ ਆਇਓ ਭਾਈ ਮੈਂ ਚੁੱਕਿਆ ਮੈਂ ਬੈਗ ਦੇਖੋ ਕਹਿੰਦਾ ਭਾਈ ਮੈਂ ਚੁੱਕਿਆ ਮੈਂ ਕਿਹਾ ਯਾਰ ਤੂੰ ਮਿਸਤਰੀ ਤੂੰ ਕੰਮ ਕਰ ਤੈਨੂੰ ਮੈਂ ਸ਼ਾਮ ਨੂੰ ਬੈਗ ਨਵਾਂ ਦੇ ਦੂੰ ਤੂੰ ਨਾ ਮੋਬਾਈਲ ਨਵਾਂ ਲੈ ਦੂੰ ਉਹਨੇ ਕੁੱਟ ਕੇ ਸੈਂਟਰੀ ਵਾਲਾ ਮੈਂ ਸ਼ਾਮ ਨੂੰ ਘੇਰਦਾ ਬੈਠਾ ਮੈਂ ਕੀ ਮਾਇਆ ਬਹੁਤ ਨੇ ਮੈਨੂੰ ਯਾਰ ਇਹਨੇ ਮੈਨੂੰ ਬਹੁਤ ਮਾਇਆ ਵਾ ਮੈਂ ਪਰਚਾ ਕਰਾਉਣਾ ਮੈਂ ਅੱਛਾ ਮੈਂ ਪਰਚਾ ਕਰਾਉਣਾ ਮੈਂ ਕਿਹਾ ਪਰਚਾ ਕਰਾਉਂਦਾ ਨਹੀਂ ਮੈਂ ਹਲੇ ਹਫਤਾ ਕੱਢਣਿਆ ਮੈਂ ਆ ਪਰਸੋਂ ਥਾਣੇ ਆਇਆ ਨਾ ਕਹਿੰਦਾ ਲੈ ਹਫਤਾ ਕੱਢਣਾ ਮੈਂ ਆ ਪਰਸੋਂ ਥਾਣੇ ਆਇਆ ਤੇ ਮਿਸਤਰੀ ਨੂੰ ਮੈਂ ਕਿਹਾ ਮੋਬਾਈਲ ਕਿੱਦਾਂ ਸੀ ਕਹਿੰਦਾ ਚੈਨਲ ਦਾ ਮੋਬਾਈਲ ਸੀ ਭਾਜੀ ਤੇ ਹੁਣ ਉਹਨੂੰ ਨਹੀਂ ਪਤਾ ਸ਼ਾਮ ਨੂੰ ਜਾਣ ਲੱਗੇ ਸਮਾਨ ਸੁਣ ਸੁੱਕਿਆ ਨਾ ਸੀਮਿੰਟ ਦੀ ਬੋਰੀਆਂ ਚੱਕ ਕੇ ਇੱਧਰ ਸੁੱਟੀਆਂ ਤੇ ਸੀਮਿੰਟ ਦੀ ਬੋਰੀਆਂ ਥੱਲੇ ਮੋਬਾਈਲ ਪਿਆ ਤੇ ਮੈਂ ਮੋਬਾਈਲ ਦੇਖਿਆ ਚੈਨਲ ਦਾ ਟੁੱਟਾ ਮੋਬਾਈਲ ਸਪੀਕਰ ਵੀ ਨਹੀਂ ਚੱਲਦਾ ਤੇ ਬੈਲ ਵੀ ਨਹੀਂ ਚੱਲਦੀ ਉਹ ਮੈਂ ਕਦੋਂ ਇਹਦਾ ਕਰਕੇ ਬੰਦਾ ਕੁੱਟਿਆ ਹੈ ਕਹਿੰਦਾ ਨਹੀਂ ਭਾਜੀ ਮੋਬਾਈਲ ਦਾ ਕਰਕੇ ਨੂੰ ਕੁੱਟਿਆ ਮੈਨੂੰ ਖਿੱਚ ਬਹੁਤ ਸੀ ਇੱਥੇ ਉਹ ਮੋਬਾਈਲ ਤੇ ਇੱਕ ਬਹਾਨਾ ਬਣਿਆ ਕਹਿੰਦਾ ਸਬੱਬੀ ਬਹਾਨਾ ਬਣ ਗਿਆ ਮੈਂ ਗੁਜ਼ਾਰਦਾ ਮਿੱਠੇ ਨੇ ਸਾਜੀ ਨੇ ਫੋਨ ਕੀਤੇ ਉਹ ਯਾਰ ਜੈ ਹੁਣ ਕਿੱਥੇ ਗੱਲ ਖੜੀ ਹੈ ਹੁਣ ਕੀ ਹੁਣ ਬਸ ਹਲੇ ਵੀ ਮੇਰੇ ਹਿਸਾਬ ਨਾਲ 2 ਦਿਨ ਦਾ ਕੰਮ ਆ ਲੇਕਿਨ ਮਿਸਤਰੀ ਕਹਿੰਦਾ ਭਾਈ ਮੇਰੇ ਕੋਲ ਅੱਗੇ ਕੰਮ ਹੈ ਨਹੀਂ ਮੈਂ ਹਫਤਾ ਲਾਉਣਾ ਵਾ ਉਹ ਵੀ ਬਾਸ ਦੀਆਂ ਸੱਟਾਂ ਵਾਲਾ ਹਿਸਾਬ ਹੈ ਜੀ ਕੰਮ ਉੱਥੇ ਹੀ ਹੈ ਉਸਤਾਦ ਜੀ ਇਹ ਕਿਸੇ ਤਰੀਕੇ ਨਾਲ ਹੀ ਨਿਕਲਦੇ ਨੇ ਮਿਸਤਰੀ ਲੇਕਿਨ ਨਹੀਂ ਡਿਵਾਈਸ ਤੇਰਾ ਯਾਰ ਘਰ ਜਦੋਂ ਕੰਪਲੀਟ ਹੋ ਜਾਏਗਾ ਮਿੱਠੇ ਉਹਨਾਂ ਸਾਰੇ ਮਿਸਤਰੀ ਮਜ਼ਦੂਰਾਂ ਦੇ ਤੂੰ ਹੱਥ ਵੱਢਣੇ ਹਾਂ ਤਾਂ ਕਿ ਕਿਤੇ ਹੋਰ ਨਾ ਜਾਣ ਨਹੀਂ ਉਹਦੇ ਕੋਲ ਮੈਂ ਜਿਹੜਾ ਹੁਣ ਮਿਸਤਰੀ ਕੰਮ ਕਰ ਰਿਹਾ ਉਹਦੇ ਕੋਲ ਮੈਂ ਹਿਸਾਬ ਲਾਇਆ ਸੀ ਨਾ ਉਹ ਸਾਰਾ ਹਿਸਾਬ ਤਾਂ ਲਾ ਕੇ ਨਾ ਸਿਗਰਟ ਵੀ ਅੱਜ ਫੜਿਆ ਚਾਹ ਦਾ ਕਾਪੀ ਇਹ ਤੇਰਾ 2-2.5 ਨੋਟਾਂ ਨਾਲ ਸਰ ਜਾਣਾ ਵਾ ਅੱਲਾ ਦੇ ਹੁਕਮ ਨਾਲ ਤੇਰਾ 2-2.5 ਨੋਟਾਂ ਸਰ ਜਾਣਾ ਵਾ ਸਰ ਦਿਆਂਗੇ ਚਲੋ ਕੋਈ ਨਹੀਂ ਕਰ ਲਾਂਗੇ ਲਕਾਇਆ ਹੋ ਜਾਏਗਾ ਸਾਡੀ ਮਜ਼ਦੂਰੀ ਹੈ ਨਾ ਫਿਰ ਕਰ ਲਾਂਗੇ ਉਹਦਾ ਤੇ ਦੱਸ ਜਿਹੜਾ 6 ਲੱਖ ਲੱਗ ਗਿਆ ਸਾਡੀ ਮੈਂ ਕਿਹਾ ਤੂੰ ਤਾਂ 2-2.5 ਨਾਲ ਤਾਂ ਨਹੀਂ ਬੜਿਆ ਹੁਣ ਮੈਨੂੰ ਕੀ ਪਤਾ ਸੀ ਉੱਤੋਂ ਹਾਂ ਨਿਕਲਣਾ ਥੱਲੋਂ ਹਾਂ ਨਿਕਲਣਾ ਤੁਸੀਂ ਖਰਾਬ ਹੀ ਬੜਾ ਕੀਤਾ ਹੋਇਆ ਸੀ ਉਹ ਦੱਸੀਏ ਜਿਹੜਾ ਤੂੰ ਛੋਟੀ ਜੀ ਗੱਲ ਕਰਦਾ ਤੇ ਆ ਕਰੇਗਾ ਦਿਓ ਪੈਸੇ ਦਿਓ ਕਰ ਲੋ ਹੁਣ ਮੇਰਾ ਦੋਸਤ ਕਾਸਮ ਕਾਲੀਆ ਮਿਸਤਰੀ ਲੈ ਕੇ ਆਇਆ ਮੈਂ ਕਿਹਾ ਮਿਸਤਰੀ ਸਾਹਿਬ ਸਿਰਫ ਫਰਸ਼ ਨੂੰ ਨਾ ਟੀਪਾ ਟਾਪਾ ਹੀ ਕਰਨੀ ਹਲਕਾ ਹਲਕਾ ਮਸਾਲਾ ਪਾਉਣਾ ਉਹ ਕਹਿੰਦਾ ਮਸਾਲੇ ਦੇ ਵੀ ਇੰਨੇ ਪੈਸੇ ਲੱਗਣੇ ਤੇ ਕਾਲੀ ਹੁਣ ਉਹਨੂੰ ਪਿੱਛੋਂ ਲੁਕਮਾ ਦੇਣਾ ਤੇ ਹੁਣ ਫਰੰਟ ਤੇ ਆਇਆ ਨਾ ਤੇ ਮੈਨੂੰ ਕਹਿੰਦਾ ਮੇਨ ਮਿਸਤਰੀ ਪੁੱਛ ਰਿਹਾ ਭਾਜੀ ਵਾਸ਼ਰੂਮ ਢਾਉਣਾ ਆਹੋ ਢਾਉਣਾ ਵਾ ਸਾਰਾ ਢਾ ਦੇ ਉਹ ਇਹਦਾ ਨਾ ਨਾਸਬ ਆਪੇ ਹੀ ਢਾ ਦੇ ਤੈਨੂੰ ਮੈਂ ਜੋ ਕਹਿਣ ਡਿਆ ਬਿੱਠੇ ਕੋ ਪੈਸਾ ਬੜਾਓ ਮੈਂ ਕਿਹਾ ਮੈਨੂੰ ਮਾਫੀ ਦੇ ਮਾਫੀ ਦੇ ਜਾਨ ਛੁਡਾ ਦੇ ਮੇਰੀ ਹੁਣ ਉਹ ਚਲਾ ਗਿਆ ਜਿਹਨੇ ਵਾਸ਼ਰੂਮ ਢਾਇਆ ਨਾ ਮਿਸਤਰੀ ਨੇ ਉਹਦਾ ਉਹ ਨਲਾਇਕ ਵੀ ਤੂੰ ਪਿੱਛੋਂ ਕਮਰਾ ਸ਼ੁਰੂ ਕਰਨਾ ਵਾ ਪਲਸਤਰ ਤੇਰਾ ਪਹਿਲੇ ਵਾਸ਼ਰੂਮ ਢਾਉਂਦਾ ਤੁੱਕ ਨਹੀਂ ਬਣਦਾ ਪਹਿਲੇ ਵਾਸ਼ਰੂਮ ਸਾਰਾ ਢਾਤਾ ਤੇ ਪਿੱਛੋਂ ਕੰਮ ਸ਼ੁਰੂ ਕਰ ਲਿਆ ਵਾਸ਼ਰੂਮ ਢੱਠਿਆ ਹੁਣ ਪਿੱਛੋਂ ਸਾਰਾ ਪਾਣੀ ਲਾਉਂਦਾ ਆਉਂਦਿਆ ਵਾਸ਼ਰੂਮ ਢੱਠ ਗਿਆ ਪਾਣੀ ਦੇ ਉੱਤੇ ਢਾਲ ਨਹੀਂ ਹੈਗੀ ਉਹ ਪਾਣੀ ਸਾਰਾ ਉੱਥੇ ਜਮਾ ਹੋ ਗਿਆ ਜਿੱਥੋਂ ਵਾਸ਼ਰੂਮ ਢੱਠਿਆ ਉੱਥੇ ਪਾਣੀ ਇਕੱਠਾ ਹੁੰਦਾ ਤੇ ਸਵਿਮਿੰਗ ਪੂਲ ਜਿਹਾ ਬਣ ਗਿਆ ਸ਼ਾਮ ਨੂੰ ਜਦੋਂ ਥੱਲੇ ਉਤਰਿਆ ਨਾ ਇੰਜ ਕਰਕੇ ਬੈਠਕ ਦਾ ਬੂਹਾ ਖੋਲਿਆ ਨਾ ਮੇਰਾ ਮੇਨ ਕਮਰਾ ਸੀ ਇੰਜ ਬੂਹਾ ਖੋਲ ਕੇ ਤਾਂ ਓਏ ਛੱਤ ਕਿੱਦਾਂ ਡੇਗੀ
ਤੇ ਛੱਤ ਡਿੱਗ ਪਈ ਹੈ। ਲੈਂਟਰ ਡਿੱਗ ਪਿਆ ਨਾ, ਅੱਧਾ ਜਿੱਥੇ ਪਾਣੀ ਸੀ ਉਹ ਤਾਂ ਡਿੱਗ ਪਿਆ, ਨਾਲ ਸੀਲਿੰਗ ਵੀ ਥੱਲੇ ਆ ਗਈ, ਉਹ ਥੱਲੇ ਸਾਰਾ ਬੈੱਡ ਬੁੱਡ ਖਲਾਰਾ ਪਿਆ। ਅੰਮੀ ਜੀ ਨੇ ਰੌਲਾ ਪਤਾ ਸਾਡਾ ਲੈਂਟਰ ਡਿੱਗ ਪਿਆ, ਸਾਡਾ ਲੈਂਟਰ, ਅੱਧਾ ਮਹੱਲਾ ਇਕੱਠਾ ਹੋ ਗਿਆ। ਉਹਨੇ ਸਾਰੇ ਮਹੱਲੇ ਨੇ ਸਮਝਾਇਆ, ਮਿਸਤਰੀ ਤੂੰ ਨਲਾਇਕ ਆ, ਤੂੰ ਪਿੱਛੋਂ ਕੰਮ ਸ਼ੁਰੂ ਕਰੇ, ਢਾਹ ਇੱਥੇ ਦੇ ਤਾਂ ਪਾਣੀ ਦੀ ਢਾਲ ਢੋਲ ਕੋਈ ਨਹੀਂ ਕਹਿੰਦਾ। ਉਹ ਕਹਿੰਦਾ ਮੈਂ ਆਖਿਆ ਵੀ ਨਿਕਲ ਹੀ ਜਾਊਗਾ, ਇਹ ਕਿਤੇ ਪਾਸੇ ਤੋਂ ਨਹੀਂ ਜਾਊਗਾ। ਉਹ ਫਿਰ ਅੰਮੀ ਕਹਿੰਦੇ ਥੱਲੇ ਨੂੰ ਆ ਗਏ, ਉਹ ਕਹਿੰਦੇ ਨਿਕਲ ਗਿਆ ਵਾ। ਬੇਟੇ ਮੈਂ ਕਹਿੰਦਾ ਪਤਾ ਕੀ ਗੱਲ, ਤੂੰ ਇੱਕ ਵਾਰੀ ਨਾ A to Z ਸ਼ੁਰੂ ਤੋਂ ਕਰ, ਸਾਰਾ ਮਕਾਨ ਖਾਲੀ ਕਰ ਦੇ। ਨਹੀਂ, ਮੈਂ- ਪਲਾਟ ਕਰ ਲਾ, ਪਲਾਟ ਤਾਂ ਦੁਬਾਰਾ ਸ਼ੁਰੂ ਕਰ। ਮਾਫੀ। ਇਹ ਰੌਲਾ ਹੁੰਦਾ ਯਾਰ, ਜਿਹੜੀ ਚੀਜ਼ ਨਵੀਂ ਬਣਾਉਣੀ ਨਾ ਉਹ ਆਸਾਨ ਹੁੰਦੀ, ਹਾਂ। ਬਣੀ ਨੂੰ ਵਾਧਾ ਘਟਾ ਕਰਨਾ ਔਖਾ ਕੰਮ ਹੁੰਦਾ। ਮੈਂ ਕਿਹਾ ਅੰਮੀ ਜੀ ਮੇਰੇ ਕੰਨਾਂ ਨੂੰ ਹੱਥ ਲੱਗ ਗਏ, ਮੈਂ ਬੜੀ ਬਣਾਈ ਬਣੀ ਨੂੰ ਦੁਬਾਰਾ ਬਣਾਉਣਾ ਬੜਾ ਔਖਾ ਹੁੰਦਾ ਹੈ। ਹਾਂ ਮੈਂ ਤੈਨੂੰ ਕਹਿਦਾ ਤੂੰ ਕੋਈ ਨਾ ਮੰਨਤ ਮੰਗ ਲੈ, ਮਿਸਤਰੀ ਤਾਂ ਜਾਣੇ ਮਿੱਠੇ ਉਹ ਲਿੱਦੇ। ਭਾਈ ਉਹ ਮੰਨਤ ਹਾਊਸ ਹੀ ਸ਼ੁਰੂ ਹੋਇਆ ਵਾ। ਉਸਤਾਦ ਜੀ ਸਵੇਰ ਤੋਂ ਸ਼ਾਮ ਤੱਕ ਇਹਦਾ ਫੋਨ ਕਰ ਨੂੰ ਉਹ ਇੱਟ ਨਹੀਂ ਪਹੁੰਚੀ ਔਰ ਰੇਤੇ ਦੀ ਢੇਰੀ। ਨਹੀਂ ਤੇ ਜਿਹੜੀ ਮੇਰੇ ਕੋਲ ਇੰਨੀ ਇੱਟ ਲੈ ਗਿਆ ਉਹਦੇ ਨਾਲ ਵੀ ਨਹੀਂ ਸਰਿਆ ਤੇਰਾ। ਜਿਹੜੀ 2-250 ਇੰਨੀ ਇੱਟ ਲੈ ਗਿਆ ਤੂੰ। 2-250 2-250 ਨਹੀਂ ਸੀ ਓਏ। ਜਿਹੜੀ ਜਿਹਦੇ ਕੋਲ ਮਟੀਰੀਅਲ ਲੈਣ ਦੇ ਆ, ਉਹਦਾ ਨਾ 1.25 ਲੱਖ ਹੋ ਗਿਆ। ਇੰਜ ਕਰਕੇ ਅੰਮੀ ਨੇ ਗਿਣ ਕੇ ਉਹਨੂੰ 1.25 ਲੱਖ ਦਿੱਤਾ ਕਿ ਪੁੱਤ ਤੇਰਾ ਨਿਲ ਹੋ ਗਿਆ, ਰੁਪਿਆ ਰਹਿ ਗਿਆ ਹੁਣ ਉੱਤੇ 300। ਮੈਂ ਜਾ ਰਿਹਾ ਕਿਤੇ ਰਾਹ 'ਚ ਫੰਡ ਅਟੈਕ, ਮੈਨੂੰ ਫੋਨ ਵੱਜੀ ਜਾ ਰਿਹਾ। ਮੈਂ ਇੰਜ ਕਰਕੇ ਫੋਨ ਸੁਣਿਆ ਮਟੀਰੀਅਲ ਵਾਲਾ। ਮੈਂ ਕਿਹਾ ਭਾਜੀ ਕੀ ਗੱਲ ਹੋਈ? ਹੁਣ ਉਹਦੀ ਆਵਾਜ਼, ਉਹਦੀ ਟੂਨ ਹੀ ਹੋ ਰਹਾ। ਭਾਜੀ ਮੈਂ ਕਹਿ ਰਿਹਾ ਸੀ ਆਉਂਦਾ ਅੰਮੀ ਜੀ ਨੇ ਮੇਰਾ ਨਿਲ ਕਰਤਾ ਵਾ ਤੇ ਰੁਪਿਆ 300 ਰਹਿੰਦਾ ਸੀ, ਮੈਂ ਸੀਮੈਂਟ ਦੇ ਪੈਸੇ ਦੇਣੇ, ਗੱਡੀ ਲੱਗੀ ਹੋ 300 ਵੀ ਦੇ ਦਿੰਦੇ। 1.25 ਲੱਖ ਦੇ ਦਿੱਤਾ। ਮੈਂ ਕਿਹਾ ਯਾਰ ਅੱਲਾ ਦੇ ਬੰਦੇ 1.25 ਲੱਖ ਹੋ ਗਿਆ, ਹਲੇ ਕੰਮ ਚੱਲਣ ਡਿਆ ਵਾ। ਉਹ ਨਹੀਂ ਫਿਰ ਹਿਸਾਬ ਨਹੀਂ ਹੋਣਾ ਚੰਗਾ, ਬਿਹਤਰ ਜ਼ਿੰਦਗੀ ਮੌਤ ਦਾ ਕੀ ਪਤਾ ਲੈ, ਉਹ 300 ਵੀ ਮਾਰ ਦਿੰਦੇ। ਮੈਂ ਕਿਹਾ ਯਾਰ ਜਾਨ ਇਹ ਛੱਡ। ਮਿਸਤਰੀ ਯਾਰ ਤੂੰ ਮੈਨੂੰ ਦੇਣੇ ਨੇ, ਮੈਂ ਨਾ ਪਲਾਟ ਨਵਾਂ ਲੈ ਕੇ ਨਾ ਮੈਂ ਉੱਥੇ ਇਹਨਾਂ ਨੂੰ ਲਾਉਣਾ। ਮੈਂ ਇਹ ਮਿਸਤਰੀ ਸਹੀ ਨੇ, ਸਹੀ ਨੇ। ਅਸਲ 'ਚ ਰੌਲਾ ਹੈ ਕਿ ਇਹਨਾਂ ਨੂੰ A to Z ਦੱਸੋ ਕਿ ਭੈਣ ਇਹ ਪਲਾਟ ਆ, ਏਦਾਂ ਬਣਾਉਣਾ। ਨਹੀਂ ਇਹ ਮੈਂ- ਠੇਕਾ ਨਹੀਂ ਮੁੱਕਿਆ ਨੇ, ਇਹਨੇ ਦਿਹਾੜੀਆਂ ਮੁੱਕੀਆਂ ਪਹਿਲੇ ਦਿਨ ਮੈਨੂੰ ਕੀ ਕਿਹਾ ਸੀ, ਮੈਂ ਠੇਕਾ ਮੁੱਕਿਆ ਵਾ ਉਹ ਠੇਕਾ ਮੁੱਕਿਆ ਵਾ, ਠੇਕਾ ਵਾ। ਭਾਜੀ ਬਾਹਰ ਗਲੀ 'ਚ ਖਲੋ ਕੇ ਮੈਂ ਤੇ ਉਹ ਧੁੱਪੇ ਖਲੋ ਕੇ ਸਾਰੀ ਉਹਨੇ ਇਮਾਰਤ ਵੇਖੀ ਆ, ਉਹਨੇ ਸਾਰਾ ਮੇਰਾ ਦਾਇਚਾ ਕੱਢਿਆ। ਤੇ ਹੁਣ ਅੱਛਾ ਉਸਤਾਦ ਜੀ ਤੁਸੀਂ ਦੱਸਿਓ ਵੀ ਠੇਕੇ ਦੇ ਵਿੱਚ ਮਿਸਤਰੀ ਦਾ ਫਾਇਦਾ ਹੁੰਦਾ ਕਿ ਨੁਕਸਾਨ ਹੁੰਦਾ? ਫਾਇਦਾ ਹੁੰਦਾ। ਮਿਸਤਰੀ ਦਾ ਫਾਇਦਾ ਹੁੰਦਾ ਨਾ, ਉਹ ਫਸਿਆ ਬੈਠਾ। ਦਿਹਾੜੀ 'ਚ ਵੀ ਫਾਇਦਾ ਹੁੰਦਾ, ਠੇਕੇ 'ਚ ਵੀ ਫਾਇਦਾ ਹੁੰਦਾ। ਉਹਨਾਂ ਨੂੰ ਫਾਇਦਾ ਹੀ ਠੇਕਾ ਇਸ ਤੋਂ ਕਰਦੇ ਆ ਕਿ ਅਸੀਂ ਫਟਾਫਟ ਕੰਮ ਨਿਬੇੜ ਕੇ ਨਾ ਬਹੁਤੇ ਪੈ ਇਸ ਤੋਂ ਠੇਕੇ ਦਾ ਜਿਹੜਾ ਕੰਮ ਹੁੰਦਾ ਨਾ, ਜਿਹੜਾ ਠੇਕੇਦਾਰ ਹੁੰਦਾ ਉਹ ਵੀ ਇੱਕ ਬੰਦਾ ਹੋਣਾ ਚਾਹੀਦਾ। ਸਮਝ ਆ? ਹੁਣ ਬਾਹਰ ਕੰਧ ਨਹੀਂ ਸੀ ਬਣਵਾਈ ਆਪਾਂ, ਹਾਂਜੀ ਹਾਂਜੀ ਇਹ ਸਿੰਪਲ ਜਿਹੜੀ ਇੰਜ ਕੰਧ ਬਣਵਾਈ ਸੀ, ਹਾਂਜੀ ਉਹਦਾ ਬਿੱਲ ਆਇਆ ਮੈਨੂੰ 50,000 ਰੁਪਈਆ। ਅਗਰਾਜ ਜਿਹੜਾ ਇੱਕ ਕੰਧ ਬਣਾਈ ਸੀ ਤੇ ਉਹਦੇ 'ਚ 25,000 ਮਜ਼ਦੂਰੀ ਲਿਖੀ ਤੇ ਇੱਕ ਦਿਨ 'ਚ ਕੰਮ ਹੋਇਆ ਸਾਰਾ। ਤੇ ਮੈਂ 25,000 'ਚ ਕੀ ਲਿਖਿਆ, 4 ਮਜ਼ਦੂਰ 2 ਮਿਸਤਰੀ, ਜਿਹੜੇ ਮੈਂ ਦੇਖੇ ਨਹੀਂ ਇੱਥੇ ਲੱਗੇ ਅੰਦਰ। ਤੇ ਬਿੱਲ ਬਣਾਉਣ ਵਾਲੇ ਦਾ ਢੇਠਾਪਨ ਚੈੱਕ ਕਰਕੇ ਉਹਨੂੰ ਇਹ ਵੀ ਨਹੀਂ ਪਤਾ ਕਿ 6 ਜਣੇ ਤਾਂ ਉਹਨੇ ਦੇਖੇ ਹੀ ਨਹੀਂ, ਉਹਦੇ ਉੱਥੇ ਘਰ 'ਚ। ਆਪਣੀ ਇੱਕ ਸਾਦਾ ਕੰਧ ਜੀ ਭਾਈ। ਇਹ ਦੋ ਦਿਨਾਂ ਚ ਹੋਏਗੀ ਜੀ ਇੱਕ ਦੋ ਦਿਨਾਂ 'ਚ ਹੋਈ, ਉਹਨੇ ਕਿਹਾ ਜੀ 4 ਮਜ਼ਦੂਰ ਲੱਗੇ 2 ਮਿਸਤਰੀ ਲੱਗੇ। 2 ਦਿਨ ਲੱਗੇ। ਵਿੱਚ ਇੱਟਾਂ ਵੀ ਉਹਦੀਆਂ, ਸਾਰਾ ਕੁਝ ਨਹੀਂ ਉਹ ਸਾਡਾ ਮਟੀਰੀਅਲ ਆਪਣਾ ਸੀ। ਇਹ ਸਾਡਾ ਸੀਗਾ। ਉਹ ਕੰਧ ਦਾ ਸਾਈਜ਼ ਹੋਣਾ ਵਾ 12x10 ਜਾਂ 12x12 ਇੱਕ ਕੰਧ। 9 ਇੰਚੀ ਦੀ। ਅੱਲਾਹੁ ਅਕਬਰ। ਹੁਣ ਉਹ ਮਿਸਤਰੀ ਠੇਕਾ ਕਰ ਲਿਆ ਵਾ, ਠੇਕਾ ਕਰਕੇ ਫਿਰ ਮੇਰੇ ਕੋਲ ਰੋਈ ਜਾਂਦਾ, ਮੈਨੂੰ ਬਚਿਆ ਕੁਝ ਨਹੀਂ। ਮੈਂ ਜ਼ਿਆਤੀ, ਮੇਰੇ ਨਾਲ ਜ਼ਿਆਤੀ ਹੋ ਗਈ, ਮੈਨੂੰ 25,000 ਹੋਰ ਦੇਣਾ ਹੀ। ਮੈਂ ਥੱਲੇ ਅੰਮੀ ਮੇਰੀ ਪਰੇਸ਼ਾਨ ਵੀ 25,000 ਨਹੀਂ ਅੰਮਾ ਦੇਖੋ ਨਾ ਵੀ ਇੰਨੇ। ਚੱਲ ਯਾਰ ਅੱਲਾ ਨੇ ਤੈਨੂੰ ਇਹਨਾਂ ਦੇ ਮੈਂ ਹੋ ਗਿਆ, ਮੈਂ ਕਿਹਾ ਕੋਈ ਨਹੀਂ ਯਾਰ ਮੇਰੀ ਜਾਨ ਛੱਡ ਦਿਓ, ਮੈਂ ਉਹ ਪੈਸੇ ਹੋਰ ਜਾਨ ਛੱਡ ਦਿਓ। ਇਹ ਦਿਲ ਤੇ ਕਰੇ- ਉਸਤਾਦ ਜੀ ਹੁਣ ਗੱਲ ਕਰਦਾ ਕਹਿੰਦਾ ਠੇਕੇ ਦੀ ਗੱਲ ਕਰਦਾ। ਹੁਣ ਮੈਂ ਅਮੀਰ ਪੁੱਛਿਆ ਵਾ, ਮੈਂ ਗੱਲ ਕੁਲ ਕਰਿਆ, ਮੈਂ ਕਿਹਾ ਵੀ ਜੀ ਕੀ ਪਕਾ? ਕਹਿੰਦੀ ਕਾਲੇ ਚਨੇ ਪੱਕੇ। ਤੇ ਉਹ ਮੇਰੇ ਨਾਲ ਗੱਲ ਕਰਦਾ, ਮਾਂ ਜੀ ਮੈਂ ਕਾਲੇ ਚਨੇ ਨਹੀਂ ਖਾਣਾ, ਹੋਰ ਕੁਛ ਆ ਪਕਾਓ। ਮੇਰਾ ਫੇਰ ਹਾਂ ਤੇ ਭਾ ਮਿੱਠਾ ਕੀ ਕਹਿਣਾ ਸੀ? ਮੈਂ ਕਿਹਾ ਤੂੰ ਕਹਿਤਾ ਜੋ ਕਹਿਣਾ ਸੀ। ਉਹ ਭਾਈ ਦੱਸ। ਮੈਂ ਇਹੋ ਜਿਹੇ ਮਿਸਤਰੀ ਦਿਲ ਕਰੇ ਤੁਸੀਂ ਲਾਓ ਉਸਤਾਦ ਜੀ ਪਲਾਟ 'ਚ, ਤੇ ਮੈਂ ਅਗਲੇ ਦਿਨ ਆਵਾਂ ਤੇ ਨੁੱਕਰ ਤੇ ਇੱਕ ਕਮਰਾ ਬਣਾਇਆ ਵਾ ਛੋਟਾ ਜਿਹਾ, ਤੇ ਮੈਂ ਕਹਾਂ ਇਹ ਕੀ? ਤੇ ਕਹਿੰਦੇ ਭਾਜੀ ਇਹ ਦਰਅਸਲ ਨਾ ਅਸੀਂ ਉਹਦਾ ਸਿੱਧੂਪੁਰੇ ਆਉਣਾ ਹੁੰਦਾ ਵਾ, ਤੇ ਉਹ ਰੋਜ਼ ਆਉਣਾ ਜਾਣਾ, ਟਾਈਮ ਮੁੱਕ ਜਾ, ਤੇ ਆ ਅਸੀਂ ਬਣਾ ਲਿਆ, ਫਿਰ ਜਾਣ ਲੱਗਾ ਸੀ ਇਹਨੂੰ ਢਾ ਦਾਂਗੇ। ਤੇ ਦਿਲ ਕਰੇ 2 ਦਿਨ ਬਾਅਦ, 1 ਦਿਨ ਬਾਅਦ ਪਤਾ ਲੱਗਿਆ ਨਾਲ ਥੋੜਾ ਵਾਸ਼ਰੂਮ ਵੀ ਬਣਾ ਲਿਆ ਪਹਿਲੇ ਆਪਣਾ, ਫਿਰ ਨਾਲ ਕਿਚਨ ਵੀ ਬਣਾ ਲਿਆ। ਚੀਤੇ ਕਿਤੇ ਮੈਂ ਦੇਖਾਂ ਵੀ ਉਹਦੀ ਬੁੱਢੀ ਉੱਥੇ ਰੋਟੀ ਵੀ ਪਕਾ ਰਹੀ ਹੈ, ਤੇ ਮੇਰਾ ਮਕਾਨ ਇਧਰੋਂ ਨੁੱਕਰ ਤੋਂ ਸ਼ੁਰੂ ਕੀਤਾ ਵਾ, ਇਧਰ ਆਪਣਾ ਬਣਾ ਲਿਆ ਵਾ। ਤੇ ਐਂਡ ਤੇ ਸਾਰਾ ਆਪਣਾ ਬਣਾ ਕੇ ਬਾਹਰ ਮੰਜੀ ਤੇ ਬੈਠਾ ਸਿਗਰਟ ਪੀ ਰਿਹਾ ਵਾ। ਹਾਂਜੀ ਭਾਜੀ ਲਓ ਜੀ, ਹੁਣ ਮੇਰੇ ਲੋ ਮੈਂ ਈਜ਼ੀ ਆ, ਹੁਣ ਆਉਣ ਜਾਣ ਦੀ ਰੋਟੀ ਪਾਣੀ ਵੀ, ਹੁਣ ਦੱਸੋ ਕੀ ਕਰਨਾ ਮਕਾਨ ਹੈ। ਇਹ ਸੈਂਟਰੀ ਵਾਲੇ ਦੇ ਨਾਲ ਉਸਤਾਦ ਜੀ ਨੇ ਗੱਲ ਕਰਾ, ਭਾਜ ਫੈਸਲ ਦੀ ਗੱਲ ਕਰਾਈ, ਦਾਦਾ ਦੱਸ ਜੀ ਵੀ ਇਹ ਗੱਲ ਕਰਨਾ। ਤੇਰੇ ਨਾਲ ਗੱਲ ਕਰਾਈ ਸੈਂਟਰੀ ਵਾਲੇ ਦੀ। ਹੁਣ ਮੈਂ ਤੇ ਦਾਨਿਸ਼ ਬੈਠੇ ਆ। ਓਕੇ ਹੁਣ ਉਹ ਕਰੈਕਟਰ ਹੋਰ ਟਾਈਪ ਦਾ। ਪਹਿਲੇ ਨਾ ਦਾਨਿਸ਼ ਕਹਿਣ ਡਿਆ ਕਿ ਅਸੀਂ ਨਾ ਘਰ ਨਾ ਆਪਣਾ ਸਾਰਾ ਸੈਂਟਰੀ ਦਾ ਕਰਾਣਾ ਹੈਗਾ, ਤੇ ਹਾਂ ਕਹਿੰਦਾ ਕਰ ਦਾਂਗੇ, ਮਸਲਾ ਹੀ ਕੋਈ ਨਹੀਂ।
ਮੈਂ ਕਿਹਾ ਯਾਰ ਮੇਰੀ ਗੱਲ ਮੈਂ ਕਿਹਾ ਯਾਰ ਅਸੀਂ ਚੌਥੇ ਫਲੋਰ ਤੇ ਸਵਿਮਿੰਗ ਪੂਲ ਬਣਾਉਣਾ। ਕਹਿੰਦਾ ਮਸਲਾ ਹੀ ਕੋਈ ਨਹੀਂ। ਚੌਥੇ ਫਲੋਰ ਤੇ? ਆਹੋ ਉਹ ਕਹਿੰਦਾ ਮਸਲਾ ਹੀ ਕੋਈ ਨਹੀਂ, ਸਵਿਮਿੰਗ ਪੂਲ ਬਣ ਜਾਊਗਾ ਚੌਥੇ ਫਲੋਰ, ਕਿੰਨਾ ਕੁ ਫੁੱਟ ਦਾ ਇਹ ਉਹ ਫਲਾ। ਮੈਂ ਕਿਹਾ ਯਾਰ ਇਹ 2-3 ਜਿਹੜੇ ਈਜ਼ੀ ਨਾਲ ਲੈਣ। ਕਹਿੰਦਾ ਕੋਈ ਮਸਲਾ ਨਹੀਂ। ਫਿਰ ਮੈਂ ਕਿਹਾ ਸਟੀਮ ਵਾਲਾ ਕਮਰਾ ਅਸੀਂ ਬਾਈ ਇਹ ਤਾਂ ਭਾਵ ਵਾਲਾ ਹੁੰਦਾ। ਉਹ ਵੀ ਕਹਿੰਦਾ ਉਹ ਵੀ ਮਸਲਾ ਹੀ ਕੋਈ ਨਹੀਂ। ਕਹਿੰਦਾ ਮੈਂ ਕਿਹਾ ਸਵੇਰੇ ਜਿਹੜਾ 8 ਵਜੇ ਨਾਲ ਮਿੱਠੇ ਦਾ ਨਹਾ ਜਾਣਾ। ਕਹਿੰਦਾ ਬਸ ਤੁਸੀਂ ਕਰਾ ਲਿਆ। ਜਦੋਂ ਮੇਰਾ ਕਹਿ ਰਿਹਾ ਬਸ ਤੁਸੀਂ ਕਰਾ ਲਿਆ ਕਹਿੰਦਾ ਬਸ ਤੁਸੀਂ ਕਰਾ ਲਿਆ। ਫਿਰ ਮਗਰੋਂ ਇਹਦੀ ਅੰਮੀ ਦਾ ਫੋਨ, ਇਹਦੀ ਅੰਮੀ ਦੀ ਕਸਮੇ ਵੀ ਨੇ ਫੜ ਲਿਆ ਉਹਦੇ ਕੋਲੋਂ। ਇਹਦੀ ਅੰਮੀ ਕਹਿੰਦੇ ਮਿੱਠੇ ਬੱਸ ਕਰ ਜਾ, ਉਹਨੂੰ ਗੱਲਾਂ ਚ ਲਾਇਆ ਵਾ, ਉਹਨੂੰ ਕਰ ਲੈਣ ਦੇ, ਕੁਝ ਕਰ ਲੈਣ ਦੇ। ਨਹੀਂ ਬੇਸ਼ੱਕ ਤਾਂ ਫਸ ਗਿਆ ਵਾ। ਮੇਰੇ ਕੋਲ ਸ਼ਿੱਤਾ ਨਾ ਗਈ। ਨਹੀਂ ਮਿੱਠੇ ਪਲੀਜ਼ ਇਹਨਾਂ ਨੂੰ ਕਹੋ। ਹਾਂ ਪਲੀਜ਼ ਆ ਜੀ ਮਿੱਠੇ ਪਲੀਜ਼ ਇਹਨਾਂ ਨੂੰ ਕੰਮ ਕਰ ਲੈ। ਉਹ ਨਸ਼ਈ ਨਾ ਅੰਮੀ ਨੇ ਕਹਾ ਮਾਂ ਜੀ ਚਾਹੀ ਹੋ ਜਾਏ। ਮੈਂ ਕਹਿੰਦੀ ਛਿੱਤਰ ਨਾ ਖਾਈ ਮੇਰੇ ਕੋਲ ਚੁੱਪ ਕਰਕੇ ਕੰਮ ਕਰ। ਉਹ 10 ਇੱਟਾਂ ਛਿੜਦੇ ਤੇ ਚਾਹ ਬਣਵਾ ਲੈ। ਅੱਛਾ ਜੀ। ਅੱਛਾ ਉਹ ਜਿਹੜਾ ਦੋਸਤ ਸੀ ਨਾ ਮੇਰੇ ਕੋਲ 500 ਇੱਟ ਤੇ ਪੈਸੇ ਲੈ ਗਿਆ। 500 ਇੱਟ ਅੱਜ ਆਏਗੀ, 500 ਕੱਲ ਸੀਗੀ। ਉਹਨੇ ਕਿਹਾ ਵੀ ਮਿਠਾਈ ਮੈਂ ਹਰ ਸ਼ੈ ਓਕੇ ਕਰਕੇ ਇੱਟ ਸੁੱਟਤੀ ਆ ਤੇ ਪੈਸੇ, ਮੈਂ ਕਿਹਾ ਪੈਸੇ ਨਹੀਂ ਜੀ ਕੋਲ ਲੈ ਜਾ। ਪੈਸੇ ਪੁੱਛ ਮੈਂ ਦੇ ਗਿਆ ਤੇ ਇੱਟ ਬਾਹਰ ਪਈ। ਮੈਂ ਕਿਹਾ ਵੀ ਜੀ ਉਹ ਇੱਟ ਸੁੱਟ ਕੇ ਨਹੀਂ ਗਿਆ। ਅੰਮੀ ਕਹਿੰਦੇ ਪਤਾ ਨਹੀਂ ਇੱਕ ਫੇਰਾ ਉੱਪਰ ਸੁੱਟ ਕੇ ਗਿਆ ਤੇ ਕਹਿੰਦਾ ਮੈਨੂੰ ਘਰ ਕੋ ਕੰਮ ਆ। ਮਿੱਠੇ ਨੇ ਕਿਹਾ 1000 ਰੁਪਏ ਲੈ ਜਾ, ਬਾਕੀ ਸਵੇਰੇ ਆ ਕਰ ਲਈ। ਤੇ ਇੱਟ ਉੱਥੇ ਪਈ। ਮੈਂ ਸਵੇਰੇ ਫੋਨ ਕੀਤਾ, ਮੈਂ ਕਿੱਥੇ? ਕਹਿੰਦਾ ਮੈਂ ਤਾਂ ਵਿਆਹ ਤੇ ਆ। ਮੈਂ ਕਿਹਾ ਇੱਟ ਕਿਹਨੇ ਸੁੱਟ ਰਹੀ? ਕਹਿੰਦਾ ਇੱਥੋਂ ਕੋ ਮਿਸਤਰੀ ਦੇਖ ਲਓ, ਮਜ਼ਦੂਰ ਦੇਖ ਲਓ, ਸੁੱਟ ਦੂਗਾ। ਤੇ 1000 ਲੈ ਘਰ ਚਲਾ ਗਿਆ। ਇਹ ਆਦਤ 2-2.5 ਲੱਖ ਉਹ ਰੁਪਏ। ਤੈਨੂੰ ਲੱਗਦਾ ਕਿ ਤੇਰਾ ਕੰਮ ਪੂਰਾ ਹੋ ਜਾਊਗਾ? ਅੱਲਾ ਦੇ ਹੁਕਮ ਨਾਲ ਹੋ ਜਾਏਗਾ, ਲੇਕਿਨ ਉਹਨੇ ਕਰਨਾ। ਮੈਂ ਇਹਨੂੰ ਕਿਹਾ ਮੈਂ ਕਿ ਤੂੰ ਆ ਕੇ ਤੇ ਦੇਖ ਲੈਣਾ। ਹੁਣ ਮਿਸਤਰੀ ਚੜਿਆ ਉੱਪਰ ਵਾਸ਼ਰੂਮ ਤੇ। ਉਹਨੇ ਮਜ਼ਦੂਰ ਨੇ ਕਿਹਾ ਇੱਥੋਂ ਕੋਈ ਛਾਪਰ ਸੁੱਟ, ਮੈਂ ਨਾ ਚੂੜੀ ਤੇ ਚੜਾਉਣਾ ਵਾ। ਹੁਣ ਖਾਲੀ ਛਾਪਰ ਆ, ਮਜ਼ਦੂਰ ਫਾਰਗ। ਉਹ ਵਾਸ਼ਰੂਮ ਜਿਹੜਾ ਖਾਲੀ ਛਾਪਰ ਐਜੋ ਸੁੱਟਿਆ, ਛਾਪਰ ਉੜਦਾ ਨਾ ਥੱਲੇ ਲੈ ਕੇ ਆਪਣਾ। ਉਹ ਤੂੰ ਪਾਗਲ ਹੈ ਯਾਰ, ਇਹਦੇ ਵਿੱਚ ਬੱਟਾ ਪਾ ਤੇ ਜ਼ਰਾ ਜ਼ੋਰ ਨਾਲ ਸੁੱਟ ਮੇਰੇ ਤੱਕ ਪਹੁੰਚੇ। ਉਹ ਕਹਿੰਦਾ ਠੀਕ ਹੈ, ਮੈਂ ਇਹਨੂੰ ਕੀਤਾ ਹੋਇਆ, ਮੈਂ ਵੇਖਣਾ ਵੀ। ਉਹਨੇ ਅੱਧਾ ਰੋੜਾ ਇੰਨੇ ਕੇ ਛਾਪਰ ਤੇ ਚੜਾ ਕੇ ਨਾ ਐਜ ਖਿੱਚ ਕੇ ਮਾਰਿਆ ਤੇ ਮਿਸਤਰੀ ਨਾਲ ਦੇ ਘਰ ਜਾ ਕੇ ਡਿੱਗੇ। ਅਸੀਂ ਚੁੱਕ ਕੇ ਤੇ ਆਉਂਦੇ ਨੇ ਨਾ ਮੋਟਾ ਪੈ ਫਾਲਿਆ ਦੀ ਨਾ ਫਾੜੇ ਨੂੰ ਕਹਿੰਦਾ ਯਾਰ ਮਿੱਠਾ ਪਾਗਲ ਹੈਗਾ। ਕਹਿੰਦਾ ਫਾੜੇ ਨੂੰ ਦੱਸ ਯਾਰ। ਉਹ ਮੇਰੇ ਇੱਕ ਮਿਸਤਰੀ ਮਜ਼ਦੂਰ ਆਇਆ, 3-4 ਦਿਨ ਆਇਆ ਨਹੀਂ। ਮੈਂ ਕਿਹਾ ਉਹ ਦੂਜਾ ਮਜ਼ਦੂਰ ਨਹੀਂ ਆਇਆ। ਕਹਿੰਦਾ ਭਾਜੀ ਅੱਜ ਗਿਆ। ਮੈਂ ਕਿੱਥੇ ਗਿਆ ਵਾ? ਉਹ ਕਚਹਿਰੀਆਂ ਗਿਆ। ਮੈਂ ਕਿਹਾ ਖੈਰ ਹੋਵੇ ਸੀ। ਉਹਦੀ ਤਰੀਕ ਸੀ ਭਾਜੀ। ਮੈਂ ਕਿਹਾ ਤਰੀਕ ਸੀ, ਖੈਰ ਹੋਵੇ ਕੀ ਗੱਲ? ਕੋਈ ਫੈਮਿਲੀ ਇਸ਼ੂ? ਕਹਿੰਦਾ ਨਹੀਂ ਫੈਮਿਲੀ ਇਸ਼ੂ ਨਹੀਂ। ਇੱਧਰ ਅਸੀਂ ਕਿਤੇ ਕੋਹਮਪੁਰ ਸਿਟੀ ਦਾ ਮਕਾਨ ਸ਼ੁਰੂ ਕੀਤਾ ਸੀ, ਉਹਨੇ ਮਾਲਕ ਨੂੰ ਫੈਰ ਮਾਰਤਾ। ਮਾਲਕ ਡਰਾ ਵੀ ਰਹੇ ਨਾਲ ਉਹਨਾਂ ਮੈਂ ਕਿਹਾ ਅੱਛਾ ਭਾਈ ਭਾਬੀ ਦੇ ਓਏ ਮਿੱਠੇ ਉਹ ਗਰੇਲ ਨਾਲ। ਆਹੋ ਗ੍ਰਿਲ ਵਾਲਾ। ਮੇਰੇ ਭਰਾ ਨੇ ਫੋਨ ਕੀਤਾ ਗ੍ਰਿਲ ਨੂੰ। ਮੈਂ ਕਿਹਾ ਯਾਰ ਗ੍ਰਿਲ ਦਾ ਐਸਟੀਮੇਟ ਲਵਾ, ਗ੍ਰਿਲ ਲਾਉਣੀ ਨੂੰ ਪੜਦਾ ਨਹੀਂ। ਕਹਿੰਦਾ ਠੀਕ ਆ ਭਾਜੀ। ਮੈਂ ਸ਼ਾਮ ਨੂੰ ਘਰ ਗਿਆ। ਕਹਿੰਦਾ ਭਾਜੀ ਉਹ ਗ੍ਰਿਲ ਦਾ ਰੌਲਾ ਹੀ ਕੋਈ ਨਹੀਂ। ਉਹਨੇ ਕਿਹਾ 6-7 ਹਜ਼ਾਰ ਬਣ ਜਾਣੀ। ਮੈਂ ਕਿਹਾ ਠੀਕ ਆ। ਉਹਨੂੰ ਕਿਹਾ ਸਵੇਰੇ ਆ ਕੇ ਐਸਟੀਮੇਟ ਲਾ, ਪੈਸੇ ਲੈ ਤੇ ਗ੍ਰਿਲ ਬਣਾਉਣੇ। ਕਹਿੰਦਾ ਠੀਕ ਆ। ਉਹ 2 ਦਿਨ ਬਾਅਦ ਆਇਆ, 20 ਪੜ ਗਿਆ ਬੱਚਾ ਇਦਾਂ ਦਾ। ਤੇ ਮੈਂ ਕਿਹਾ ਕੌਣ? ਕਹਿੰਦਾ ਗ੍ਰਿਲ ਦਾ ਸਾਖਤਾ। ਮੈਂ ਕਿਹਾ ਸਾਖਤਾ ਪਮੈਸ਼ ਲੈ ਲਵੇ, ਸਟੀਲ ਦੀ ਬਣਾਉਣੀ ਅੱਛੀ ਬਣ ਜਾਏਗੀ, ਬਾਅਦ ਚੋਂ ਬਣ ਜਾਏਗੀ। ਉਹਨੇ ਆ ਪਮੈਸ਼ ਪੂੰਛ ਲੈ ਕੇ ਹਰ ਸ਼ੈ ਕਰ ਕੁਰ ਕੇ ਕਰ ਕਰਾ ਕੇ ਤੇ ਮੇਰੇ ਨਾਲ ਖਲੋਤਾ ਨਹੀਂ ਗੱਲ ਕਰ ਰਿਹਾ। ਕਹਿੰਦਾ ਭਾਜੀ ਹੋਕੇ ਹੋ ਜਾਏਗੀ, 1 ਨੰਬਰ ਕੰਮ ਕਰਕੇ ਦੇਗਾ, ਜੱਟ ਸਾਡਾ ਵੀਰ ਆ, ਓਕੇ ਕੋਈ ਰੌਲਾ ਨਹੀਂ। 44,000 ਰੁਪਏ ਕਹਿੰਦਾ ਲੱਗੇਗਾ। ਮੈਂ ਕਿਹਾ ਸ਼ਾਹਦੁਰ ਕਹਿੰਦਾ। ਮੈਂ ਕਿਹਾ 7,000 ਵਾਲਾ ਕਿਹੜਾ ਸੀ? ਮੈਂ ਕਹਿੰਦਾ 7-8 ਹਜ਼ਾਰ ਗ੍ਰਿਲ ਬਣ ਜਾਏ। ਕਹਿੰਦਾ ਇਹੀ ਸੀ। ਮੈਂ ਕਿਹਾ ਲਾਹਨ ਥੱਲੇ ਛੋਟੇ ਦੇ। ਮੈਂ ਕਿਹਾ ਲਾਫਾ ਕਰਾ ਦੇ। ਮੈਂ ਕਿਹਾ 44,000 ਕਹਿਣ ਡਿਆ। ਉਹ ਮਿਸਤਰੀ ਨਾ ਮੈਨੂੰ ਕਹਿੰਦਾ ਤੂੰ ਕੰਮ ਕੀ ਕਰਦਾ? ਮੈਂ ਕਿਹਾ ਯਾਰ ਮੈਂ ਸ਼ੋਅ ਕਰਦਾ, ਮੈਂ ਕਾਮੇਡੀ ਸ਼ੋਅ ਸਾਡਾ 41 ਚੈਨਲ ਆ। ਉਹਨੇ ਕਿਸੇ ਨੇ ਇੱਕ ਦਿਨ ਦੇਖ ਕੇ ਨਾ ਰਾਤ ਆਪਣੇ ਮੁੰਡੇ ਤੇ ਅਗਲੇ ਦਿਨ ਆ ਕੇ ਮੈਨੂੰ ਕਹਿੰਦਾ ਗੁਸਲਖਾਨੇ ਦੇ ਉੱਪਰ ਚੜਿਆ ਵਾਸ਼ਰੂਮ ਤੇ, ਓਏ ਆ ਗਿਆ ਬਿੱਠੂ ਆ ਗਿਆ। ਉਹ ਭਾ ਬਿੱਠੂ ਰਿਆ ਉਹ ਦੇਖੇ ਰਾਤੀ ਤੇਰਾ ਸ਼ੋਅ ਜਾ। ਤੁਸੀਂ 3 ਬੰਦੇ ਜੇ ਕੋ ਕੌਡੂ ਜਿਹਾ, ਕੋ ਗੰਜਾ ਜਿਹਾ ਤੇ ਹੋਰ ਬੈਠੇ ਹੁੰਦੇ ਤੁਸੀਂ, ਉਹ ਯੁਕਤਾ ਸ਼ੁਕਤਾ ਮਾਰਦੇ ਹੋ ਤੇ ਏਦਾਂ ਤੇਰਾ ਮੋਜੋ ਬੜਾ ਹੋਇਆ ਯਾਰ। ਤੇ ਬੇਸਿਕਲੀ ਉਹਨੇ ਮੈਨੂੰ ਕਹਿਣਾ ਸੀ ਪੈਸੇ ਦਾ ਵੀ ਖਰਚਾ ਖੁਰਚਾ ਦੇ। ਤੇ ਮੈਂ ਕਿਹਾ ਆਹੋ। ਮੈਂ ਕਿਹਾ ਸਾਡੇ ਉਸਤਾਦ ਜੀ ਸਾਰਾ ਸ਼ੋਅ ਸ਼ੂ ਕਰਦੇ 41 ਚੋਂ ਆ ਮਜ਼ਾ ਆਇਆ। ਮੁੰਡਾ ਵੀ ਕਹਿਣ ਡਿਆ ਇਹ ਬੜੇ ਮਸ਼ਹੂਰ ਹੈਗੇ ਬੜੇ। ਤੇ ਮੈਨੂੰ ਪਤਾ ਹੀ ਮੈਂ ਤੇਰੇ ਘਰ ਲੱਗਾ। ਮੈਂ ਥੱਲੇ ਉਤਰ ਲੱਗਾ ਤੇ ਮੈਨੂੰ ਕਹਿੰਦਾ ਭਾ ਬਿੱਠੂ ਗੱਲ ਸੁਣੀ। ਮੈਂ ਕਿਹਾ ਉਹ ਪੈਸੇ ਦੇ ਕਹਿੰਦਾ ਉਹ ਫਿਰ ਉਹ ਏਦਾਂ ਕਰਦਾ, ਫਿਰ ਏਦਾਂ ਮਸਾਲੇ ਦਾ ਕਹਦੇ। ਮੈਂ ਕਿਹਾ ਮਸਾਲੇ ਦਾ ਕਹਦੇ। ਮੈਂ ਕਿਹਾ ਮਸਾਲਾ ਕੀ? ਰੇਤ ਬਜਰੀ ਦਾ ਕਹਦੇ। ਮੈਂ ਕਿਹਾ ਠੀਕ ਆ। ਤੇ ਮੋਟਰਸਾਈਕਲ ਮੈਂ ਕੇਕ ਮਾਰੀ ਉੱਤੋਂ ਪੜਦੇ। ਮੈਂ ਕਹਿੰਦਾ ਉਹ ਭਾ ਬਿੱਠੂ। ਮੈਂ ਕਿਹਾ ਉਹ ਪੈਸਾ ਦਾ ਵੀ ਕਰੀ ਕੁਛ। ਮੈਂ ਕਿਹਾ ਤੂੰ ਕਹਿਣਾ ਮੈਨੂੰ ਪੈਸਾ ਦਾ ਹੀ ਸੀਗਾ, ਤੂੰ ਜਾਣ ਸ਼ੁਕਰ ਕਰ। ਉਹਨੇ ਕਿਹਾ ਮਸਾਲੇ ਦਾ ਕਹਦੇ, ਮਸਾਲੇ ਦਾ। ਤੇ ਤੂੰ ਕਿਹੜੇ ਮਸਾਲੇ ਦਾ? ਮਸਾਲਾ ਆ ਭੁਜਮਾ ਜਿਹਾ ਛੋਟੇ ਕੋਲ। ਉਹ ਕਹਿੰਦਾ ਥੱਲੇ। ਉਹਨੇ ਕਿੰਨੀ ਵਾਰੀ ਕਿਹਾ ਵਾ ਸੀਰੀਅਸਲੀ। ਅੰਮੀ ਨੇ ਚਾਵਲ ਬਣਾਏ ਮੁਰਗੇ ਵਾਲੇ, ਰੈਤਾ ਰੂਤਾ ਹਾਰਸ਼ਾ ਦੇ ਕੇ ਨਾ ਖਾ ਪੀ ਕੇ ਤੁੰਨ ਕੇ ਆ, ਜਰਾ ਫਿੱਟ ਹੋ ਕੇ ਨਾ ਧੁੱਪੇ ਪੈ ਕੇ ਸਿਰ ਲਾ ਕੇ ਦਾ ਆਹ ਤੁਹਾਡੀ ਖੁਸ਼ੀ ਨੂੰ ਖਾਦੇ ਆ। ਮੈਨੂੰ ਇਹ ਜਰਦਾ ਬਹੁਤ ਪਸੰਦ ਆ।
ਅੰਮੀ ਕਹਿੰਦਾ ਤੂੰ ਜ਼ਰਦਾ ਨਹੀਂ ਬਣਾਈਏ ਤੂੰ ਆ ਖਾ ਲੈ, ਬਸ ਠੀਕ ਆ। ਇਹ ਹੁਣ ਕਦੋਂ ਮੁੱਕੂਗਾ? ਉਹਨੇ ਕਿਹਾ 5-7 ਦਿਨ ਲੱਗ ਜਾਣੇ ਲੈ। ਇਹ 5-7 ਦਿਨ ਮੇਰਾ ਕੋਈ ਜ਼ੇਬ ਨਹੀਂ। ਇਹ ਉਤਲਾ ਸਾਰਾ ਬਣਵਾ ਕੇ ਨਾ ਮੁੜ ਕੇ ਥੱਲੜਾ ਟਠਾ ਲਾ ਸਾਰਾ, ਉਹਨੇ ਥੱਲੇ ਥੱਲੇ ਨਵਾਂ ਸ਼ੁਰੂ ਕਰ। ਹੁਣ ਉਹ ਮੈਂ ਨਾ ਮੇਰਾ ਬੈੱਡ ਦੇ ਫਰਨੀਚਰ ਪਿਆ ਸੀ, ਮੈਂ ਕਿਹਾ ਯਾਰ ਕਾਲੀਏ ਮੈਂ ਚੱਲਾਂ ਦਫ਼ਤਰੇ, ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਨਾ ਇਹ ਉੱਪਰ ਚੜਾ ਦੇ ਕਮਰੇ 'ਚ ਤਾਂ ਕਿ ਫਰਸ਼ ਪਏਗਾ ਆਸਾਨੀ ਹੋ ਜਾਏ। ਕਹਿੰਦਾ ਠੀਕ ਆ ਭਾਈ ਜਾਓ ਤੁਸੀਂ। ਉਹਨੇ ਸਾਈਡ ਟੇਬਲਾਂ ਬੈੱਡ ਖੋਲ ਕੇ ਉੱਪਰ ਚੜਾਤਾ। ਹੁਣ ਸੀੜੀਆਂ ਥਾਣੀ ਸੇਫ ਵੱਡੀ ਸੀ, 3 ਪੱਲਿਆਂ ਵਾਲੀ ਸੇਫ ਸੀੜੀਆਂ ਥਾਣੀ ਜਾਂਦੀ ਭਲਾ ਤਾਂ ਨਹੀਂ ਜਾਂਦੀ। ਉਸਤਾਦ ਜੀ ਉਹਨੇ ਧੱਕੇ ਮਾਰ ਮਾਰ ਕੇ ਬਾਲੇ ਮਾਰ ਮਾਰ ਕੇ ਸੇਫ ਸਾਰੀ ਛਿਲਤੀ, ਸੇਫ ਸਾਰੀ ਛਿਲਤੀ। ਮੈਂ ਸ਼ਾਮ ਨੂੰ ਘਰ ਆਇਆ, ਮੈਂ ਇੰਝ ਹੀ ਵੇਖਿਆ ਪੜਦੇ, ਮੇਰਾ ਤਾਂ ਗੁੱਸੇ ਨਾਲ ਦਿਮਾਗ ਲੱਖ ਰੁਪਏ ਸੇਫ। ਮੈਂ ਕਿਹਾ ਆਹ ਕੀ ਹੋਇਆ? ਅੰਮੀ ਕਹਿੰਦੀ ਭਾਈ ਅਸੀਂ ਉਹਨੂੰ ਕਹੀ ਗਏ ਆ ਵੀ ਤੈਨੂੰ ਸੇਫ ਨਹੀਂ ਚਾਹਨੀ। ਕਹਿੰਦਾ ਲਓ ਮੈਂ ਕਾਲੀਏ ਕਾ ਤੋਂ ਮੈਂ ਚੜਾ ਕੇ ਦਿਖਾਊਂਗਾ। ਤੇ ਸੇਫ ਥੱਲੇ ਛੱਡੀ ਪਈ। ਮੈਂ ਕਾਲ ਕੀਤੀ, ਮੈਂ ਕਿਹਾ ਹੋ ਹੈਲੋ ਉਹ ਸੇਫ ਦਾ ਕੀ ਬੜਾ ਕਰਕੇ ਆਵਾਂ? ਕਹਿੰਦਾ ਨਹੀਂ ਸਮਝ ਆਉਂਦੀ ਭਾਈ, ਦੇਖ ਲਓ ਕਿਤੇ ਹੋਰ ਰੱਖ ਲਓ। ਮੈਂ ਕਿਹਾ ਸਮਝ ਤੂੰ ਕੀ ਆਉਣਾ, ਤੂੰ ਲੱਖ ਰੁਪਏ ਸੇਫ ਦਾ ਬੇੜਾ ਕਰਕੇ ਆ। ਕਹਿੰਦਾ ਹਲਕੀ ਜੀ ਪਾਲਿਸ਼ ਉਧਰੋਂ ਲੱਤੀ ਆ, ਹਲਕੀ ਜੀ ਪਾਲਿਸ਼ ਇੱਧਰੋਂ, ਤੇਰਾ ਭਰਾ ਨਹੀਂ ਸੀ ਕੋਈ ਹੱਥ ਪਾਉਂਦੇ, ਮੈਂ ਕੱਲੇ ਨੇ ਫਿਰ ਆਹੀ ਕੁਛ ਕਰਨਾ ਸੀ। ਲਓ ਉਹ ਛੇੜੇ ਕਰਕੇ ਹੋ ਗਿਆ। ਤੂੰ ਕੀ ਗੱਲ, ਤੂੰ ਕੰਮ ਕਰਾ ਰਿਹਾ ਜਾਂ ਕੋਈ ਮਿਸਤਰੀ ਚੈੱਕ ਕਰ ਰਿਹਾ ਫੈਸਲਾਬਾਦ ਦੇ ਵੀ ਕਿਹੜਾ ਸਹੀ ਤੇ ਕਿਹੜਾ ਨਹੀਂ? ਹੁਣ ਸਾਡੇ ਸਾਹਮਣੇ ਨਾ ਮਹਿਰਾਨ ਕਾਰ ਬਾਹਰ ਲਾਉਂਦੇ ਤੇ ਉਧਰੋਂ ਸਾਡਾ ਮਲਬਾ ਡੇਗਿਆ, ਵਿੱਚੋਂ ਸੜਕ ਰਹਿ ਗਈ ਇੰਨੀ, ਆਉਣ ਜਾਣ ਵਾਲਾ ਮਸਲਾ ਬਣੇ। ਉਹ ਸਾਹਮਣੇ ਦੀ ਮਾਈ ਨਿਕਲ ਕੇ ਕਹੀ ਜਾਵੇ ਹਾਂ ਮਲਬਾ ਕਿਤੇ ਚੱਕਿਆ ਜਾਵੇ ਨਾ ਗਲੀ ਸੁੱਖ ਚ ਆ ਜਾਵੇ। ਮੈਂ ਕਿਹਾ ਬਾ ਹਾਲੇ ਤਾਂ ਘੰਟਾ ਨਹੀਂ ਹੋਇਆ ਮਲਬਾ ਡਿੱਗਣ ਨੂੰ, ਬਸ ਪੁੱਤ ਵੀ ਕੀ ਕਰੀਏ, ਹਾਂ ਮਲਬਾ ਕਿਤੇ ਚੱਕਿਆ ਜਾਵੇ ਘੰਟੇ ਬਾਅਦ ਹੀ ਹਲੇ ਘੰਟਾ ਨਹੀਂ ਹੋਇਆ। ਸਾਜੀ ਸਿਰਫ ਬਾਥਰੂਮ ਪਲਸਟਰ ਕਰਾਣਾ ਪਹਿਲੇ ਫੈਸਲੇ ਦੀਵਾਰਾਂ। ਇੱਕ ਸੈਕਿੰਡ, ਜਿਹੜੀ ਪਹਿਲੀ ਰੇਤ ਦੀ ਰੇੜੀ ਮੈਂ ਸਟਾਈ ਆ ਨਾ ਉਹ ਮੈਂ ਤੀਜੇ ਘਰਾਂ ਦੇ ਸਾਹਮਣੇ ਥੜੇ ਨਾਲ ਸਟਾਤੀ ਤੇ ਉਹ ਰੇਤ ਸਾਰੀ ਚੁੱਕੀ ਗਈ ਆ। ਰੇਤ ਚੁੱਕ ਗਈ ਆ, ਉਹ ਨਹੀਂ ਚੁੱਕ ਲਈ ਮਿਸਤਰੀ ਨੇ ਇਸਤੇਮਾਲ ਕਰ ਲਈ। ਤੇ ਉਹਨਾਂ ਦਾ ਮੁੰਡਾ ਆ ਗਿਆ ਨਾ ਦਰਵਾਜ਼ਾ ਖੜਕਾ ਗਿਆ, ਮੇਰੇ ਅਮੀਰ ਕਹਿੰਦਾ ਮਾਂ ਜੀ ਅੱਗੇ ਤੋਂ ਨਾ ਤੁਹਾਡੀ ਮਿਹਰਬਾਨੀ, ਰੇਤ ਸਾਡੇ ਬੂਹੇ ਕੋਲ ਨਾ ਸਟਾਇਓ, ਸਾਡੇ ਫੰਕਸ਼ਨ ਆਉਣ ਡਿਆ ਵਾ, ਆ ਤੁਸੀਂ ਸਾਰੀ ਰੇਤ ਉੱਤੇ ਛੱਡ ਗਏ। ਅੰਮੀ ਕਹਿੰਦੇ ਰੇਤ ਤੇ ਸਾਰੀ ਮਿਸਤਰੀਆਂ ਚੁੱਕ ਲਈ ਸੀ, ਕਿਹੜੀ ਰੇਤ ਆ? ਆਓ ਮੈਂ ਤੁਹਾਨੂੰ ਦਿਖਾਉਂਦਾ। ਮੈਂ ਕਹਿੰਦਾ ਝੂਠ ਬੋਲਣ ਡਿਆ। ਅੰਮੀ ਉੱਥੇ ਗਏ ਤੇ ਉਹਨੇ ਝਾੜੂ ਮਾਰ ਕੇ ਇੰਨੀ ਕੁ ਰੇਤ ਇਕੱਠੀ ਕੀਤੀ, ਆ ਦੇਖੋ ਸਾਰੀ ਉੱਤੇ ਛੱਡ ਕੇ ਗਏ ਨੇ। ਮੇਰੇ ਅੰਮੀ ਕਹਿੰਦੇ ਸਾਈਡ ਬਾਹਰ ਆ ਵੇਖ, ਸਾਰੀ ਰੇਤ ਛੱਡ ਕੇ ਸਾਰੀ ਉੱਤੇ ਹੀ ਲਾਈ ਆ, ਚੁੱਕ ਸਾਰੀ ਰੇਤ ਕਰ। ਯਾਰ ਤੁਹਾਡਾ ਕੀ ਮਹੱਲਾ ਕੀ ਇਹ ਮਿਸਤਰੀ ਸੈਂਟਰੀ ਵਾਲਾ ਨਾ ਉਹਦੇ ਬੜੇ ਵਾਕਿਆ ਤਾਂ ਉਸਤਾਦ ਜੀ ਸੁਣਾ ਦਿੰਦੇ। ਸੈਂਟਰੀ ਵਾਲੇ ਨੇ ਉਹਦੇ ਵਾਕਿਆ ਹੋਰ ਰਿਹਾ ਵਾ। ਚੱਲ ਸਾਫ਼ ਕਰਕੇ ਸੁਣਾ ਦੇਣਾ। ਬੇਟਾ ਉਹਨੂੰ ਫੋਨ ਕਰਕੇ ਕਹਿ ਰਿਹਾ ਯਾਰ ਕੰਮ ਨਹੀਂ ਕੀਤਾ ਤੇ ਉਹ ਟੁਰਦਾ ਤੇ ਕਰ ਦਿੰਦੇ ਅੱਧੇ ਘੰਟੇ ਦਾ ਕੰਮ ਪਰ ਰਹਿੰਦਾ ਗਿਆ ਯਾਰ ਆਪਣੀ ਇੱਕ ਹੁਣ ਨਾ ਫਸਦਾ ਬੰਦਾ ਕਿਸ ਤਰ੍ਹਾਂ ਉਸਤਾਦ ਜੀ? ਹੁਣ ਬੰਦਾ ਨਾ ਮਿਸਤਰੀ ਨੂੰ ਇਸ ਤਰ੍ਹਾਂ ਫਸਦਾ ਹੈਗਾ ਕਿ ਮਿਸਤਰੀ ਨੇ ਆਇਆ ਥੋੜੇ ਜਿਹੇ ਯਾਨੀ ਕਿ ਕੰਮ ਕੀਤਾ ਤੇ ਉਹਨੇ ਬਾਅਦ ਚ ਤੁਹਾਨੂੰ ਗੱਲਬਾਤ ਸੁਣਾ ਕੇ ਨਾ ਪੈਸੇ ਤੁਹਾਡੇ ਕੋਲ ਲੈ ਲਏ। ਹਾਂਜੀ, ਤੇ ਫਿਰ ਨਾ ਤੁਸੀਂ ਅੱਗੇ ਜੋਗੇ ਨਾ ਤੁਸੀਂ ਹਾਂ ਜਦੋਂ ਤੁਸੀਂ ਐਡਵਾਂਸ ਦੇ ਦਿੱਤੇ ਨਾ ਪੈਸੇ ਤੇ ਫਸ ਗਏ ਤੁਸੀਂ। ਭਾਜੀ ਉਹਨੇ ਆਧੇ ਚ ਕੰਮ ਛੱਡਤਾ, ਸੈਂਟਰੀ ਦਾ ਤਬਦੀਲੀ ਸਾਰਾ ਕੁਝ ਆਧੇ ਚ ਛੱਡ ਕੇ ਚਲਾ ਗਿਆ। ਹੁਣ ਮੈਂ ਕਿਸੇ ਨੂੰ ਕਹਿਣ ਜੋਗਾ, ਉਹਨੇ ਮੇਰੇ ਕੋਲ 1000 ਕਰਕੇ 10000 ਤੇ ਐਡਵਾਂਸ ਲੈ ਲਿਆ ਮੇਰੇ ਕੋਲ, ਤੇ ਕੰਮ ਸਾਰਾ ਸੀਗਾ ਉਹਨੇ ਮੈਨੂੰ ਮੁੱਕਿਆ 6000 ਤੇ 8000 14000 ਦਾ। 10000 ਲੈ ਗਿਆ, ਕੰਮ ਸਾਰਾ ਹੀ ਪਿਆ। ਤੇ 2 ਦਿਨ ਬਾਅਦ ਮੈਨੂੰ ਫੋਨ ਕਰ ਕਹਿੰਦਾ ਅਸਲਾਮ ਵਾਲੇਕੁਮ ਜੀ, ਹਾਂ ਭਾਈ ਬੇਟਾ ਕਿੱਦਾਂ ਕੰਮ ਨਿਬੜ ਗਿਆ? ਮੈਂ ਕਿਹਾ ਕੰਮ ਤੇ ਨਿਬੜ ਹੀ ਜਾਣਾ ਸੀ, ਮੈਂ ਨਵੇਂ ਕਾਰੀਗਰ ਲਾ ਲਏ, ਚਲੋ ਅੱਲਾ ਖਾਲ ਕਿਤੇ ਸੋਹਣਾ ਹੋ ਗਿਆ। ਤੇ ਕਾਲ ਕੱਟ ਲੱਗਾ, ਮੈਂ ਕਾਲ ਨਾ ਕੱਟੀ। ਮੈਂ ਕਿਹਾ ਤੇਰਾ 10,500 ਐਡਵਾਂਸ ਆਇਆ। ਉਹ ਕਿੱਦਾਂ ਆ ਗਿਆ? ਕਹਿੰਦਾ ਭਾਜੀ। ਮੈਂ ਕਿਹਾ ਤੂੰ 10,500 ਦਾ ਲਿਆ, ਲਿਖਿਆ ਪਿਆ ਮੇਰੇ ਕੋਲ ਹੱਥ 'ਚ ਪਈ ਆ। ਮੈਂ ਕਿਹਾ ਤੈਨੂੰ 76 ਰੁਪਏ ਨੇ, ਤੂੰ ਅਗਰ ਦਿਮਾਗ ਖਰਾਬ ਕੀਤਾ। ਮੈਂ ਕਿਹਾ ਤੇਰੇ ਕੋਲ ਨਹੀਂ ਭਾਈ ਮੇਰਾ 8,000 ਆਇਆ। ਮੈਂ ਕਿਹਾ ਚਲੋ ਜਿੰਨੇ ਵੀ ਆਏ ਤੇ ਕੀ ਕਰੀਏ? ਚਲੋ ਕਹਿੰਦਾ ਵੀ ਸ਼ਾਮ ਨੂੰ ਭਾਈ ਖਾਤਾ ਮਿਲਾ ਲੈਂਦੇ, ਵੀ ਸ਼ਾਮ ਨੂੰ ਖਾਤਾ ਮਿਲਾ ਲੈਂਦੇ। ਮੈਂ ਕਿਹਾ ਤੂੰ ਲਿਖਿਆ ਹੋਇਆ? ਨਹੀਂ ਹਿਸਾਬ ਕਰਨਾ ਪੇਪਰ ਰਲਾ ਲਾ ਭਾਈ। ਜਿਹੜੀ ਪਹਿਲੇ ਦਿਨ ਮਿਸਤਰੀ ਸਾਹਿਬ ਨੇ ਮੈਨੂੰ ਅਟੈਂਪ ਕੀਤੀ, ਜਦੋਂ ਪਹਿਲੀ ਇੱਟ ਰੱਖਣ ਲੱਗਾ ਨਾ ਕਹਿੰਦਾ ਮਿੱਠੇ ਭਾਈ ਮਾਂ ਜੀ ਨੂੰ ਬੁਲਾਓ, ਮਾਂ ਜੀ ਨੇ ਬਰਕਤ ਦੇ ਨਾਲ ਇੱਟ ਰੱਖਣੀ। ਮੈਂ ਕਿਹਾ ਠੀਕ ਹੈ ਭਾਜੀ। ਉਹਨੇ ਨਿਸ਼ਾਨ ਲਾਤਾ, ਕਹਿੰਦਾ ਇੱਥੇ ਅੰਮੀ ਜੀ ਇੱਟ ਗਿੱਲੀ ਕਰਕੇ ਰੱਖ ਦਿਓ, ਅਸੀਂ ਇੱਥੋਂ ਬਿਸਮਿਲ੍ਲਾ ਸ਼ੁਰੂ ਕਰਨੀ। ਅੰਮੀ ਨੇ ਅੱਜ ਕਰਕੇ ਦੁਆ ਦੂ ਦੇ ਕੇ ਨਾ ਉੱਥੇ ਇੱਟ ਰੱਖੀ ਆ। ਉਹ ਇੱਟ ਉੱਥੇ ਹਫਤਾ ਪਹਿਲੇ ਪਿੱਛੋਂ ਕੰਮ ਸ਼ੁਰੂ ਕਰਤਾ। ਤੇ ਜਿਹੜੀ ਅੰਮੀ ਜੀ ਨੇ ਸ਼ੁਰੂਆਤ ਕਰਾਈ ਹੈ ਹਾਂ ਉਹ ਇੱਥੇ ਹੀ ਆ ਪਈ ਆ, ਤੇ ਆਪਣਾ ਪਿੱਛੋਂ ਸ਼ੁਰੂ ਕਰ ਆਪਣਾ ਲਿਆ। ਪਿੱਛੋਂ ਸ਼ੁਰੂ ਕਰਤਾ। ਯਾਰ ਇਹ ਕਿਹੜੇ ਮਿਸਤਰੀ ਯਾਰ, ਇਹਨਾਂ ਨੂੰ ਲੈ ਕੇ ਆ ਚਾਰਾਂ ਨੂੰ ਇੱਥੇ। ਤੁਸੀਂ ਦੇਖੋ ਉਹ ਖਾਤਾ ਬੜਾ ਸੋਹਣਾ ਹੁੰਦਾ ਵਾ, ਉਹ ਹਰ ਤਰੀਕੇ ਨਾਲ ਵਿੱਚ ਦੱਸੂਗਾ ਵੀ ਅੰਮੀ ਅੱਜ ਆਪ ਪਕਾ ਲਓ, ਮੈਂ ਆ ਨਹੀਂ ਖਾਣਾ, ਇੱਥੇ ਹਾਂ ਕਰ ਲਓ, ਇੱਥੇ ਆ ਹੋਣਾ ਚਾਹੀਦਾ ਸੀ, ਤੇਰੇ ਭਰਾ ਨੂੰ ਏਦਾਂ ਨਹੀਂ ਸੀ ਹੋਣਾ ਚਾਹੀਦਾ, ਤੇਰੇ ਭਰਾ ਸਾਰਾ ਰਿਸ਼ਤੇਦਾਰੀਆਂ ਨੇ ਵੀ ਦੱਸਦਾ ਵਾ। ਮੈਨੂੰ ਕਹੂਗਾ ਅੱਜ ਸਾਜਰੇ ਚਲਾ ਕੇ ਕੰਮ ਤੇ ਦੱਸਿਆ ਹੀ ਨਹੀਂ। ਮੈਂ ਸਾਜਰੇ ਕੰਮ ਤੇ ਚਲਾ ਗਿਆ, ਭਾ ਮਿੱਠੂ ਤੇਰਾ ਤੇ 2 ਵਜੇ ਦਾ ਟਾਈਮ ਆ। ਅੱਛਾ, ਉਹ ਪਤਾ ਕਿ ਉਹ ਤੁਹਾਡੇ ਮਹੱਲੇਦਾਰ ਹੋਣੇ ਆ, ਤੁਹਾਨੂੰ ਪਹਿਲੇ ਵੀ ਜਾਣਦੇ ਹੋਣੇ ਆ। ਮੈਨੂੰ ਪਹਿਲੇ ਨਹੀਂ ਸੀ ਜਾਣਦਾ, ਉਹ ਕਦੀ ਨਹੀਂ ਸੀ ਜਾਣਦਾ। ਲੇਕਿਨ ਉਹ ਜਾਣ ਗਿਆ ਤੈਨੂੰ। ਉਹ ਮੈਨੂੰ ਉਹ ਹੁਣ ਉਹਨੇ ਮੈਨੂੰ ਵਿਆਹ ਤੇ ਵੀ ਬੁਲਾਇਆ ਵਾ, ਰਿਸ਼ਤੇਦਾਰੀ ਸਾਡੀ ਪੂਰੀ ਪੈ ਗਈ। ਕਹਿੰਦਾ ਏਦਾਂ ਕਰਕੇ ਮੇਰੇ ਭਤੀਜੇ ਦਾ ਵਿਆਹ ਵਾ, ਤੂੰ ਆਉਣਾ ਭਾ ਮਿੱਠੂ ਚੱਕਰ ਲਾਉਣਾ। ਮੈਂ ਕਿਹਾ ਲਾਵਾਂਗੇ ਇਨਸ਼ਾਅੱਲਾ। ਭਾ ਮਿੱਠੂ? ਮਿੱਠੂ ਕਹਿੰਦਾ ਮੈਨੂੰ, ਮਿੱਠਾ ਕਹਿੰਦੇ ਜੀ। ਅੱਛਾ ਮਿੱਠੂ। ਅੱਛਾ ਤੇ ਹੁਣ ਮੇਰਾ ਕੋਈ ਜ਼ੇਨ ਨਹੀਂ ਥੱਲੇ ਟੈਲ ਲਵਾਉਣ ਦਾ, ਮੈਨੂੰ ਬਾਰ-ਬਾਰ ਕਹੀ ਜਾਂਦੇ। ਮੇਰੀ ਗੱਲ ਸੁਣੋ, ਇੱਥੇ ਪਾਣੀ ਡੋਲਦਾ ਵਾ,
ਕੱਲ ਨੂੰ ਕੋਈ ਮਸਲਾ ਬਣ ਗਿਆ, ਲੀਕੇਜ ਹੋ ਗਈ, ਡਰਾਈ ਜਾਣ ਡਿਆ, ਕੱਲ ਲੀਕੇਜ ਹੋ ਗਈ, ਲੈਂਟਰ ਫੇਰ ਥੱਲੇ ਆਗਾ, ਮੈਨੂੰ ਕਹੀ ਥੋੜਾ ਪੱਥਰ ਲਵਾ ਲਾ। ਮੈਂ ਕਿਹਾ ਮੇਰੇ ਕੋਲ ਪੈਸੇ ਨਹੀਂ ਹੈ, ਚਲੋ ਅੱਲਾ ਦੇਗਾ, ਫੇਰ ਕਿਤੇ ਲਵਾ ਲੈ। ਇਹ ਗਿਆ ਵਾ ਫਿਰ, ਮੈਨੂੰ ਨਹੀਂ ਫਿਰ ਕੱਲ ਨੂੰ ਕਹਿਣਾ ਭਾਈ ਜੇ ਕੱਲ ਨੂੰ ਲੀਕੇਜ ਹੋ ਗਈ, ਲੈਂਟਰ ਥੱਲੇ ਆ ਗਿਆ, ਇਹ ਤੂੰ ਮੈਨੂੰ ਕਹਿਣਾ ਮਾੜਾ ਜਿਹਾ ਲਵਾ ਲਾ, ਕਿਤੋਂ ਫੜ ਤਲ ਲਾ ਪੈਸੇ ਹੁਣ। ਮੈਨੂੰ ਮੇਰੀ ਮਜ਼ਦੂਰੀ ਦਾ ਪਤਾ, ਮੇਰੀ ਮਜ਼ਦੂਰੀ ਦਾ ਰੌਲਾ, ਚਲੋ ਭਾਈ ਤੂੰ ਮੈਨੂੰ ਉਹ ਦੇ ਹੀ ਦੇਣੀ ਹੈ ਤੂੰ। ਮੈਂ ਫੇਰ ਥੱਲੇ ਜਾਣ ਲੱਗਾ, ਚਲੋ ਕੋਈ ਨਹੀਂ, ਅੱਲਾ ਜੋ ਦੇਗਾ, ਕੋਈ ਨਹੀਂ ਮਾਂ ਜੀ, ਕੋਈ ਨਹੀਂ ਹੈ, ਹੁਣ ਤੰਗ ਨਾ ਕਰਿਓ। ਫਿਰ ਜਗਲੇ ਤੋਂ ਕਹਿਣ ਡਿਆ ਮੇਰੀ ਮਾਲਾ ਤੂੰ ਪੱਥਰ ਲਵਾ ਲਾ, ਜੇ ਲੈਂਟਰ ਥੱਲੇ ਆ ਗਿਆ ਫੇਰ ਏਦਾਂ ਕਰੀ। ਮੈਂ ਕਿਹਾ ਯਾਰ ਮੇਰੇ ਕੋਲ ਪੈਸੇ ਨਹੀਂ ਹੈਗੇ। ਚਲੋ ਕਹਿੰਦਾ ਭਾਈ ਮੈਂ ਮੋਟਰਸਾਈਕਲ ਕੱਢ ਲਈ, ਮੈਂ ਥੱਲੇ ਜਾਣ ਕਿੱਕ ਮਾਰਨੇ, ਉੱਤੋਂ ਪੜਦਾ ਕਹਿੰਦਾ ਨਹੀਂ ਆ ਪੈਸੇ। ਮੈਂ ਕਿਹਾ ਨਹੀਂ ਆ। ਚਲੋ ਫਿਰ ਕਹਿੰਦਾ ਭਾਈ ਜੀ ਲੈਂਟਰ ਥੱਲੇ ਆ, ਤੁਸੀਂ ਮੈਨੂੰ ਵੀ ਕਹਿਣਾ ਵਾ। ਮੈਂ ਕਹੀ ਵੀ ਇਹਦਾ ਮੇਰੇ ਕੋਲ ਨਹੀਂ ਆ ਪੈਸੇ। ਐਂਡ ਤੱਕ ਜਾਣ ਲੈ ਰਹੇ। ਮੈਂ ਸ਼ਾਮ ਨੂੰ ਘਰ ਗਿਆ ਤਾਂ ਮੈਨੂੰ ਕਹਿੰਦਾ ਤੇਰਾ ਭਾਈ ਆਇਆ ਸੀ। ਮੈਂ ਕਿਹੜਾ? ਓਏ ਉਹੀ। ਮੈਂ ਕਿਹੜਾ? ਮੈਂ ਕਮਰਾ ਨਹੀਂ ਛੱਡ ਕੇ ਗਿਆ ਅੱਛਾ ਜਿਹੜਾ ਲੈਦਾ ਹੋਇਆ ਉਹ। ਅੱਛਾ ਓਏ ਉਹ ਤੇ ਕਹਿੰਦਾ ਤੂੰ ਨਹੀਂ ਭਾਈ ਹੋਰ ਆ। ਅੱਛਾ ਮੈਂ ਕਿਹਾ ਕੀ ਕਹਿੰਦਾ ਸੀ? ਮੈਨੂੰ ਆਣ ਡਿਆ ਸੀ ਪਰਨਾਲਾ ਜਿਹੜਾ ਅੰਡਰਗਰਾਉਂਡ ਕਰੋ, ਵੈਰਿੰਗ ਅੰਡਰਗਰਾਉਂਡ ਕਰੋ ਤੇ ਇੰਜ ਕਰੋ ਇੰਜ ਕਰੋ। ਮੈਂ ਹਿਸਾਬ ਲਾ ਲਿਆ, ਉਹ ਨਹੀਂ ਉਹਦਾ ਹੋਰ ਹਿਸਾਬ ਆ ਭਾਈ। ਮੈਂ ਕਿਹਾ ਯਾਰ ਮੈਨੂੰ ਸਿੱਧੀ ਗੱਲ ਕਰਦਾ, ਉਹ ਕਹਿੰਦਾ ਉਹ ਉੱਚੀਆਂ ਬਾਬਾ ਜੀ ਭਾਈ, ਉਹ ਤਾਂ ਬੜੇ ਵੱਡੇ ਇਹ project ਦਿਲ ਕਰੇ ਮਰਦਮਸ਼ੁਮਾਰੀ ਵਾਲੇ ਆ ਜਾਣ ਨਾ ਇਸੇ ਦੌਰਾਨ, ਤੇ ਉਹ ਬਾਹਰ ਆ ਕੇ ਦੇ ਵਿੱਚ ਆਪਣਾ ਵੀ ਪਾ ਕੇ ਜੀ ਲਹਾ ਦੇਵੇ ਕਿ 6 ਨੇ ਨਾ ਟੋਟਲ 9 ਲਹਾ ਦੇਵੇ ਇਸਤਰੀ ਮਜ਼ਦੂਰ ਵੀ ਕਿ ਅਸੀਂ ਵੀ ਇੱਥੇ ਹੀ ਆ ਹੁਣ। ਉਸਤਾਦ ਜੀ ਅਸੀਂ ਬੈਠਕ ਬਾਣੀ ਸੀਗੀ, ਕਸਮ ਵਾਲੀ ਗੱਲ ਹੈ। ਅਸੀਂ ਉਸਤਾਦ ਜੀ ਆ ਜਿਹੜਾ ਘਰ ਸਾਡਾ ਚਾਲਦੇ ਉਹਦੀ ਬੈਠਕ ਬਾਣੀ ਸੀ ਬੈਠਾ ਜੀ। ਯਾਰ ਬੈਠਕ ਬਣਾਉਣੀ ਹੁੰਦਾ ਯਾਰ, ਬੈਠਕ ਪਾਉਣੀ ਕਿਹੜੀ ਹੁੰਦੀ? ਬਣਾਣੀ ਸੀ ਉਸਤਾਦ ਜੀ, ਬੈਠਕ ਪਾਉਣੀ ਸੀ। ਠੀਕ ਹੈ। ਤੇ ਮੈਨੂੰ ਨਾ ਉਹ ਉਦੋਂ ਉਸਤਾਦ ਜੀ ਦੌਰ ਹੁੰਦਾ ਸੀ, ਖੱਤ ਖੁੱਤ ਜਾਂਦੇ ਹੁੰਦੇ ਸੀ, ਤੇ ਮੈਨੂੰ ਕਹਿੰਦਾ ਬੇਟਾ ਤੂੰ ਪੜ੍ਹ ਲਿਖ ਲੈਂਦਾ? ਮੈਂ ਕਿਹਾ ਹਾਂਜੀ ਪੜ੍ਹ ਲਿਖ ਲੈਂਦਾ। ਮੇਰਾ ਪੁੱਤਰ ਖੱਤ ਲਿਖੀ। ਉਸਤਾਦ ਜੀ ਕਸਮ ਹੈ ਉਹਨੇ ਮੇਰੇ ਕੋਲ ਖੱਤ ਲਿਖਵਾਇਆ ਕਿ ਮੈਨੂੰ 1 ਮਹੀਨੇ ਦਾ ਕੰਮ ਮਿਲ ਗਿਆ ਵਾ, ਇੱਕ ਬੈਠਕ। ਤੇ ਮੈਂ ਮਹੀਨੇ ਬਾਅਦ ਆਵਾਂਗਾ, ਫਕਤ ਫਲਾਣਾ। ਤੇ ਅੱਬੂ ਕਹਿੰਦੇ ਇਹ ਕਿਹਦੇ ਵੱਲੋਂ? ਕਹਿੰਦਾ ਮੈਂ ਆਪਣੇ ਨੂੰ ਲੈ ਕੇ। ਅੱਬੂ ਕਹਿੰਦੇ ਮਹੀਨੇ ਦਾ ਕੰਮ ਹੈ? ਕਹਿੰਦਾ ਨਹੀਂ ਜਲਦੀ ਮੁਕਾ ਦਾਂਗੇ। ਆਹੋ ਉਸਤਾਦ ਜੀ ਉਹਨੇ ਕਮ ਤੋਂ ਕਮ 1.5 ਮਹੀਨਾ ਲਾਇਆ ਸੀਗਾ। ਨਹੀਂ ਇਹ ਬੜਾ ਕੰਮ ਹੁੰਦਾ ਭੈਣ। ਅਸਲ 'ਚ ਯਾਰ ਉਹ ਵੀ ਵਿਚਾਰੇ ਕੀ ਕਰਨ ਨਾ, ਉਧਰ ਜਦੋਂ ਖਸਤਾ ਮਕਾਨ ਨੂੰ ਤੁਸੀਂ ਕਹਿੰਦੇ ਨਾ ਕਿ ਇੱਥੋਂ ਇੰਜ ਕਰਦੇ ਉਹ ਛੇੜਦੇ ਨੇ, ਲੇਕਿਨ ਉਹ ਬਾਕੀ ਗੱਲ ਪਈ ਜਾਂਦਾ ਸਾਰਾ ਕੁਝ। ਬਾਕੀ ਗੱਲ ਪੈਂਦਾ। ਹਾਂ ਉਹਨਾਂ ਨੇ ਹੁਣ ਜਦੋਂ ਤੁਸੀਂ ਇੱਕ ਅੰਦਰ ਮਾੜੀ ਜੀ ਕੰਧ ਕਰਨੀ, ਉਹਨਾਂ ਨੂੰ ਪਾਣੀ ਨਹੀਂ ਲਾਉਣਾ। ਜਦੋਂ ਪਾਣੀ ਲਾਉਣਾ ਵਾ ਤੇ ਬਾਕੀ ਜਿਹੜੀਆਂ ਚੀਜ਼ਾਂ ਉਹ ਪਾਣੀ ਇੰਤਜ਼ਾਰ 'ਚ ਹੁੰਦੀਆਂ ਵੀ ਪਾਣੀ ਲੱਗੇ ਤੇ ਅਸੀਂ ਥੱਲੇ, ਤੇ ਉਹ ਕੀ ਕਰੋਗੇ ਤੁਸੀਂ ਹੁਣ? ਫੇਰ ਵੀ ਸ਼ੁਕਰ ਕਰ ਜੋ ਵੀ ਆ ਪਿਆਰ ਮੁਹੱਬਤ ਨਾਲ ਕਰੀ ਜਾ ਰਹੇ ਬਹੁਤ ਅੱਛਾ ਵਾ। ਉਸਤਾਦ ਜੀ ਜਿਹੜੀ ਕੰਧ ਬਣਾਈ ਸੀ ਝਾਲ ਵਾਲੇ ਘਰ ਦੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਕੰਧ ਬਣਾਣੀ ਹੈ ਕਿੰਨੇ ਯਾਨੀ ਕਿ ਪੈਸੇ ਲੱਗਣਗੇ, ਦਿਹਾੜੀ ਕਿੰਨੀ? ਉਹਨੇ ਮੈਨੂੰ ਦੱਸੀ ਦਿਹਾੜੀ ਆਪਣੀ। ਮੈਂ ਕਿਹਾ ਸੀਮੈਂਟ ਕਿੰਨਾ ਕੁ ਲੱਗੇਗਾ? ਕਹਿੰਦਾ ਯਾਨੀ ਕਿ 40 ਬੋਰੀਆਂ ਲੱਗਣਗੀਆਂ। ਮੈਂ ਕਿਹਾ 40 ਬੋਰੀਆਂ ਕਿੱਧਰ? ਕਹਿੰਦਾ ਪਲਸਤਰ ਵੀ ਹੋਣੀ, ਇਹ ਹੋਣਾ ਉਹ ਹੋਣਾ। ਮੈਂ ਉਹਨੂੰ ਉਸਤਾਦ ਜੀ ਸਿੱਧਾ ਠੇਕਾ ਮੁੱਕਿਆ। ਮੈਂ ਕਿਹਾ ਕਿੰਨੇ ਦਿਨ ਦੇ ਵਿੱਚ ਬਣਾਏਗਾ? ਕਹਿੰਦਾ 3 ਦਿਨ ਦਾ ਕੰਮ ਹੈਗਾ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਠੇਕਾ ਹੀ ਮੁੱਕ। ਉਸਤਾਦ ਜੀ ਕਸਮ ਵਾਲੀ ਗੱਲ, ਜੇ ਸਵੇਰੇ ਸ਼ੁਰੂ ਹੋਏ ਨੇ ਸ਼ਾਮੀ 4-5 ਵਜੇ ਨਾਲ ਕੰਧ ਬਣਾ ਕੇ ਠੇਕੇ 'ਚ। ਠੀਕ ਹਾਂ ਤੇ ਜੇ ਅਗਰ ਨਾ ਹੋਵੇ ਤਾਂ ਉਂਝ ਉਹ ਮੁੱਕਿਆ ਉਹਨੇ ਵੀ ਵਿਚਾਰੇ ਨੂੰ ਠੇਕਾ ਹੀ ਆ, ਲੇਕਿਨ ਸਾਡੇ ਕੰਮ ਬਹੁਤ ਨਿਕਲਦੇ ਰਹੇ। ਉਹ ਬਿਨਾਂ 50,000 ਠੇਕਾ ਮੁੱਕਿਆ ਸੀ, ਲੇਕਿਨ ਉਹ ਕੋ ਕੰਮ ਬਹੁਤ ਨਿਕਲਦਾ ਰਿਹਾ। ਉਹ ਫਿਰ ਭਾਈ ਹੱਥ ਜੋੜ ਗਿਆ। ਹੁਣ ਕਿੰਨਾ ਰਹਿ ਗਿਆ ਵਾ? ਹੁਣ ਨਹੀਂ ਮਤਲਬ ਉਹ ਤਾਂ ਦੱਸਣਾ ਕਿ ਵੀ ਲੈਟਰਿਨ ਬਣ ਗਈ ਆ, ਕਮਰਾ ਬਣ ਗਿਆ ਵਾ, ਲੈਂਟਰ ਏਦਾਂ ਦੱਸ ਮੈਨੂੰ ਜ਼ਰਾ। ਵਾਸ਼ਰੂਮ ਓਕੇ ਹੋ ਗਿਆ, ਬਣ ਗਿਆ ਸਾਰਾ ਕਮਰਾ ਪਲਸਤਰ ਹੋ ਗਿਆ, ਵਾਸ਼ਰੂਮ 'ਚ ਹਰ ਸ਼ੈ ਹੋ ਗਈ ਆ, ਵਾਇਰਿੰਗ ਫਰਸ਼ ਵੀ ਪੈ ਗਿਆ ਵਾਸ਼ਰੂਮ ਦਾ। ਹਾਂਜੀ। ਓਕੇ ਹੁਣ ਬਿਜਲੀ ਦਾ ਕੰਮ ਰਹਿੰਦਾ ਵਾ। ਵਾਸ਼ਰੂਮ 'ਚ ਹਾਂਜੀ। ਤੇ ਓਕੇ ਕਿੱਦਾਂ ਹੋ ਗਿਆ? ਹਰ ਸ਼ੈ ਓਕੇ ਹੋ ਗਈ। ਮਿਸਤਰੀ ਦਾ ਓਕੇ ਹੋਇਆ ਨਾ। ਅੱਛਾ ਮਿਸਤਰੀਆਂ ਦਾ। ਹਾਂਜੀ। ਅੱਛਾ ਹੁਣ ਸੈਟਿੰਗ ਵਾਲਿਆਂ ਦਾ ਰਹਿ ਗਿਆ। ਸੈਂਟਰ ਉਹਦਾ ਬਿਜਲੀ ਵਾਲਿਆਂ ਦਾ। ਬਿਜਲੀ ਦਾ ਰਹਿ ਗਿਆ ਸਾਰਾ ਹੀ। ਤੇ ਸੈਂਟਰੀ ਵਾਲੇ ਜਿਹੜੇ ਨਾ ਉਹ ਕਨੈਕਸ਼ਨ ਕਰ ਗਏ ਆ, ਪਾਣੀ ਚਾਲੂ ਕਰ ਗਏ ਆ। ਹੁਣ ਟੂਟੀਆਂ ਲੱਗਣੀਆਂ ਵਾ। ਪਾਣੀ ਚਾਲੂ ਕਰਕੇ ਤੇ ਟੂਟੀਆਂ ਤੋਂ ਬਗੈਰ ਪਾਣੀ ਕਿੱਦਾਂ ਰੁਕਿਆ? ਆਹਾ ਥੱਲੇ ਵਾਲਾ ਪੋਰਸ਼ਨ ਰੈਡੀ ਆ ਨਾ, ਥੱਲੇ ਤੇ ਆਉਣ ਡਿਆ ਵਾ। ਹੁਣ ਉੱਤੇ ਮੇਨ ਲਾਈਨ ਨੂੰ ਪਾਣੀ ਨਹੀਂ ਦਿੱਤਾ ਲੈ। ਹਾਂਜੀ ਉੱਪਰ ਟੂਟੀਆਂ ਲੱਗਣੀਆਂ, ਵੇਸਣ ਲੱਗਣਾ ਵਾ। ਟੂਟੀਆਂ ਕਿਉਂ ਨਹੀਂ ਲਾਈਆਂ ਲੈ? ਹਲੇ ਗਿੱਲਾ ਵਾ। ਇਹ ਕਿਤੇ ਨਹੀਂ ਤੇ ਵਾਇਰਿੰਗ ਕਰ ਗਏ ਉਹ ਤੇ ਟੂਟੀਆਂ ਕਿਉਂ ਨਹੀਂ ਲਾਈਆਂ? ਉਸਤਾਦ ਜੀ ਹਲੇ ਗਿੱਲੀਆਂ ਵਾ ਕੰਧਾਂ। ਜੋ ਟੂਟੀਆਂ ਠੱਕ ਕਰਨਗੇ ਸੀਮੈਂਟ ਸਾਰਾ ਥੱਲੇ ਆ ਜਾਊਗਾ। ਇਹ ਘੰਟਾ ਕੁ ਪਹਿਲੇ ਲਾ ਕੇ ਗਏ, ਪਤਾ ਨਹੀਂ ਕਿੱਦਾਂ ਦੀ ਮੈਂ ਲਾ ਕੇ। ਦੱਸਦਾ ਜਿਹੜਾ ਬਿਜਲੀ ਵਾਲਾ ਸੀ, ਬਿਜਲੀ ਵਾਲੇ ਪਿੱਛੇ ਲਾਤਾ ਮੈਂ ਉਹ ਕੁੱਪੀ। ਮੈਂ ਉਹ ਇੰਜ ਕਰਕੇ ਤਾਰ ਪਾਈ ਆ, ਗਿੱਲੀ ਕੰਧ ਸੀਗੀ ਪਲਸਤਰ, ਉਹਨੇ ਇੰਜ ਕਰਕੇ ਤਾਰ ਖਿੱਚੀ, ਪੈਪ ਸਾਰਾ ਬਾਹਰ ਆ ਗਿਆ, ਕੰਧ ਸਾਰੀ ਉੱਥੋਂ ਪਲਸਤਰ ਲੱਥ ਗਿਆ। ਪਲਸਤਰ ਸਾਰਾ ਲੱਥ ਗਿਆ। ਉਹਨੇ ਉਹਦੇ ਕਾਂਡੀ ਮਾਰਤੀ, ਇੱਥੇ ਮਾਰੀ ਕਾਂਡੀ, ਕੱਟ ਪੈ ਗਿਆ। ਓਏ ਤੂੰ ਤਾਂ 3 ਸਟੂਡੀਜ਼ ਵਾਲੇ ਤੇ ਨਹੀਂ ਲਾ ਰਹੇ ਘਰ ਤਿੰਨੇ? ਸਾਰੇ ਹੁੰਦੇ ਓਏ ਉਹ 3 ਸਟੂਡੀਜ਼ ਵਾਲੇ ਲਾ ਰਹੇ ਨੇ ਤਿੰਨੇ। ਹੁਣ ਉਸਤਾਦ ਜੀ ਇਹਦਾ ਜ਼ੇਨ ਸੀ ਕਿ ਮੈਂ ਵਾਕਫਕਾਰ ਤਲਕ ਵਾਲੇ ਬੰਦਿਆਂ ਨੂੰ ਲਾਵਾਂਗਾ, ਕੰਮ ਜਲਦੀ ਹੋਏ। ਪੈਸੇ ਬਚਣਗੇ, ਹਾਂ ਟਾਈਮ ਬਚੇਗਾ। ਉਹ ਓਨਾ ਹੀ ਫਸ ਗਿਆ। ਹੁਣ ਮਿਸਤਰੀ ਨੇ ਪਾਣੀ ਲਾਇਆ ਵਾ, ਇੱਧਰ ਵਾਲੇ ਹਿਸਾਬ ਵਿੱਚ ਅੱਛੇ ਆ, ਇੱਧਰ ਵਾਲੇ ਵੀ ਅੱਛੇ। ਪਿਛਲੇ ਸਾਨੂੰ ਪਤਾ ਨਹੀਂ ਕੌਣ ਆ। ਮਿਸਤਰੀ ਨੇ ਪਾਣੀ ਲਾਇਆ, ਪਾਣੀ ਲਾਉਂਦੇ ਕਿਤੇ ਕਾਲ ਸੁਣਦਾ ਰਿਹਾ, ਪਾਣੀ ਇੱਕੋ ਜਗ੍ਹਾ ਲਾਈ ਗਿਆ। ਉਹ ਉਹਦੇ ਸਾਰੇ ਪਿਛਲੇ ਘਰ ਪਾਣੀ ਚਲੇ ਗਿਆ।
ਹੁਣ ਉਹਦਾ ਬੈੱਡ ਭਰ ਗਿਆ, ਭਾਂਡੇ ਭਰ ਗਏ, ਉਹ ਵਿਚਾਰੇ ਮਾੜੇ ਸੀ ਕਿਤੇ, ਉਹਨੇ ਤਾਂ ਕਬੂਤਰ ਵੀ ਰੱਖੇ ਤੇ ਕਬੂਤਰ ਵੀ ਪਾਣੀ ਕਿਤੇ ਡਿੱਗ ਗਏ, ਉਹ ਬੜਾ ਰੌਲਾ ਬਣਿਆ। ਹਾਂ, ਉਹਦਾ ਨਿਆਣਾ ਸੁੱਤਾ ਪਿਆ ਸੀ, ਉਹ ਗੁੱਟਿਆ ਕਬੂਤਰ ਇੰਜ ਕਰਕੇ ਪਰ ਕਰਦੇ। ਤੇ ਉਹ ਹੁਣ ਉਹਨਾਂ ਨੂੰ ਇਹ ਨਾ ਪਤਾ ਲੱਗੇ ਵੀ ਹੁਣ ਇਹ ਚੀਜ਼ ਅਸੀਂ ਗਲੀ ਥਾਣੀ ਆਏ, ਸਾਨੂੰ ਕੀ ਪਤਾ ਲੱਗਾ ਮਿਸਤਰੀ ਕਿਤੇ ਉੱਤੋਂ ਹੀ ਚੜਾ ਹੀ ਛੱਤ ਹੋਈ। ਉੱਥੋਂ ਠੰਡ ਤੇ ਉੱਤੋਂ ਕਬੂਤਰ ਕਿੱਲੇ ਤੇ ਕਬੂਤਰ ਇੰਜ ਕਰਕੇ ਨਾ ਤੇ ਉੱਡ ਨਹੀਂ ਰਹੇ ਉੱਥੋਂ ਇਹਨੇ ਕਰੀ ਜਾ ਪਰ ਨਹੀਂ ਖੋਲ ਲਕੀਲ ਕੀ ਬਾਜ਼ੀ ਮਾਰ ਕੀ ਬਾਦੀ ਮਾਰ ਕੇ ਕਹਿ ਰਹੇ ਤੇ ਨਾ ਚੁੱਜ ਨਾ ਕਰ ਕਬੂਤਰਾਂ ਦੇ ਦੰਦ ਵੱਜਦੇ ਆ। ਚੁੱਜਾ ਵਜਣੀ ਆਪਸ ਹੁਣ ਮਿਸਤਰੀ ਪਾਣੀ ਪੂਣੀ ਲਾ ਕੇ ਉਹਦਾ ਵਿਚਾਰਾ ਹਰਸ਼ ਤਬਾਹ ਕਰਕੇ ਆਪ ਥੱਲੇ ਆ ਗਿਆ ਵਾਸ਼ਰੂਮ 'ਚ। ਉੱਤੇ ਸੀ ਕੱਲਾ ਮਜ਼ਦੂਰ, ਉਹ ਤੋਂ ਛੱਤ ਤੋਂ ਆਇਆ, ਉਹਨੇ ਛੱਤ ਤੋਂ ਗੋਹ ਤੇ ਖੜੋਤਾ ਸੀ ਮਜ਼ਦੂਰ, ਉਹਨੇ ਗੋਹ ਤੋਂ ਹੀ ਚੁੱਕ ਲਿਆ ਅੱਜ ਕਰਕੇ। ਆਪਣੇ ਘਰ ਸਿੱਟ ਲਿਆ। ਮਜ਼ਦੂਰ ਚੁੱਕ ਲਿਆ, ਉਹਨੇ ਆਪਣੇ ਘਰ ਸੁੱਟ ਲਿਆ, ਮਜ਼ਦੂਰ ਕੁੱਟਿਆ। ਯਾਰ ਤੂੰ ਕਿਹੜਾ ਕੰਮ ਸ਼ੁਰੂ ਕਰਾ ਲਿਆ ਆਪਣੇ ਖੁਦਾ ਦਾ ਨਾਮ ਸੀਰੀਅਸਲੀ ਮਜ਼ਦੂਰ ਦਾ ਲੋਧਾ ਕੀਤਾ, ਮਜ਼ਦੂਰ ਲੱਭਿਆ ਹੀ ਨਹੀਂ ਕਿੱਧਰ ਗਿਆ। ਉਹ ਕਹਿੰਦਾ ਮੈਂ ਇੱਥੇ ਕੰਮ ਹੀ ਨਹੀਂ ਕਰਨਾ ਭਾਈ। ਅੱਜ ਮੈਂ ਫਿਰ ਸ਼ਾਮ ਨੂੰ ਗਿਆ, ਮੈਂ ਕਿਹਾ ਭਾਜੀ ਮਾਫੀ ਮੈਂ ਮੰਗਦਾ ਚਾਹੁੰਦਾ, ਤੁਹਾਡੇ ਕੋਲ ਅਸੀਂ ਇਜਾਜ਼ਤ ਨਹੀਂ ਲਈ, ਸਾਨੂੰ ਕੋਈ ਪੁੱਛਿਆ ਨਹੀਂ। ਬੇ ਤੂੰ ਤੇ ਬੇਵਕੂਫ ਆ, ਤੂੰ ਪਹਿਲੇ ਦਿਨ ਆਪਣਾ ਇੱਕ YouTube ਚੈਨਲ ਬਣਾਉਂਦਾ ਤੇ ਮਕਾਨ ਸ਼ੁਰੂ ਕਰਨਾ ਰੋਜ਼ ਦਾ ਕਿਵੇਂ ਲੋਕ ਤੇਰੇ ਮਿਲੀਅਨ ਚ ਵਿਊਜ਼ ਜਾਣੇ। ਅੱਛਾ ਟੂਟੀਆਂ ਛੋਟੀਆਂ ਲੱਗ ਰਹੀਆਂ, ਉਹ ਸੁੱਕੇਗਾ ਸੀਮੈਂਟ ਪੈਪ ਮਤਲਬ ਤਾਂ ਕਿ ਉਹਨੂੰ ਕੱਸ ਪਾਉਣਗੇ ਤੇ ਉਹ ਹੋ ਜਾਏਗਾ। ਬਾਕੀ ਕਮਰਾ ਪਿੱਛੇ ਪਹਿਲੇ ਦੱਸ, ਪਹਿਲੇ ਕੀ ਸੀ, ਸਭ ਤੋਂ ਪਹਿਲੇ ਕਿੱਦਾਂ ਸੀ? ਕਮਰਾ ਹੈਗਾ ਸੀ, ਕੋਈ ਕਮਰਾ ਹੈਗਾ ਸੀ, ਵਾਸ਼ਰੂਮ ਹੈਗਾ ਸੀ? ਹੈਗਾ ਸੀ। ਓਕੇ ਓਕੇ, ਉਸੇ ਹੀ ਵਾਸ਼ਰੂਮ ਨੂੰ ਤੂੰ ਠੀਕ ਕਰਾਇਆ ਉਸੇ ਜਗ੍ਹਾ ਤੇ ਬਣਿਆ ਨਵਾਂ? ਖੁੱਲਾ ਕੀਤਾ ਢਾ ਕੇ। ਅੱਛਾ ਥੋੜਾ ਖੁੱਲਾ ਕੀਤਾ, ਜਗ੍ਹਾ ਹੋਈ ਹੈ ਕਿਉਂਕਿ ਉਹਦੀ ਸੀਵਰੇਜ ਉੱਥੇ ਪਈ ਨਾ, ਉੱਥੇ ਪਾਤਾ। ਜਿਹੜਾ ਕਮਰਾ ਸੀ ਉਹਦੇ ਵੀ ਸ਼ਾਇਦ ਨੂੰ ਛੇੜਿਆ ਜਾਂ ਜਿੱਦਾਂ ਢਾਇਆ ਉੱਥੇ ਕੰਨਾ ਚੁੱਕਦੀ? ਕਮਰੇ ਦੇ ਦਰਮਿਆਨ ਵਿੱਚ ਇੱਕ ਛੋਟੀ ਜਿਹੀ ਕੰਧ ਕਰਕੇ ਕਿਚਨ ਬਣਾਇਆ ਵਿੱਚ ਸਾਈਡ ਤੇ, ਕੰਧ ਚੁੱਕਦੀ ਨਾ। ਕਿੰਨੇ ਮਰਲੇ ਦਾ ਘਰ ਆ ਤੇਰਾ? 4 ਮਰਲੇ ਦਾ। 4 ਮਰਲੇ ਚ ਉੱਪਰ ਪਿੱਛੇ ਇੱਕੋ ਹੀ ਕਮਰਾ ਵੱਡਾ? ਇੱਕੋ ਕਮਰਾ ਸੀ, ਉਹਦੇ ਚ ਕਿਚਨ ਬਣਾ ਲਿਆ ਛੋਟਾ ਜਿਹਾ। ਉਹ ਚ ਕਾ ਤੋਂ ਕਿ ਗਰਮੀਆਂ ਚ ਤੇ ਮੌਤ ਹੋ ਜਾਏਗੀ। ਇਹ ਤੇ ਤੁਹਾਨੂੰ ਪਤਾ ਨਹੀਂ, ਵੈਂਟੀਲੇਟਰ ਲਾਇਆ ਨਾ ਤੁਹਾਨੂੰ ਇਹੀ ਤਾਂ ਪਤਾ ਨਹੀਂ। ਉਤੋਂ ਛੱਤ ਹੀ ਨਹੀਂ ਪਾੜ ਲਈ ਹੈ ਨਾ। ਉਹ ਜਿਹੜੀ ਮਿਸਤਰੀਆਂ ਨੇ ਕੰਮ ਛੱਤ ਸਿੱਟੀ ਨਹੀਂ, ਇਹਨੇ ਫਾਇਦਾ ਚੁੱਕ ਲਿਆ, ਇਹਨੇ ਉੱਥੇ ਕਿਚਨ ਬਣਵਾ ਲਿਆ ਕਿ ਨਹੀਂ ਯਾਰ ਇੱਕ ਮਿੰਟ ਠਹਿਰ ਜਾ ਯਾਰ, ਇੱਕ ਮਿੰਟ ਉਹ ਭਾਈ ਇੱਕ ਮਿੰਟ। ਉੱਤੋਂ ਤੂੰ ਉਹਨੂੰ ਖੋਲ ਦਿੱਤਾ, 4 ਟੀਅਰ ਕੱਢਦੇ ਆ, ਕੱਢ ਕੇ ਬਣਾ ਲਿਆ। ਹਾਂ, ਹੁਣ ਜਦੋਂ ਬਾਰਿਸ਼ ਆਏਗੀ ਤੇ ਫਿਰ ਉਹ ਤਾਂ ਛਾਪਰ ਪਾ ਦਾਂਗੇ। ਉਹ ਕਹਿੰਦੇ ਜੀ ਤੇ ਚਿਮਨੀ ਲਵਾ, ਭਾ ਮਿੱਠੂ ਤੇ ਚਿਮਨੀ ਲਵਾ। ਕੀ ਲਵਾ? ਚਿਮਨੀ ਜਿਹੜੀ ਮੈਂ ਯਾਰ ਦੀ ਚਿਮਣੀ, ਮੈਂ ਚਿਮਣੀ ਯਾਰ ਦੀ ਚਿਮਣੀ। ਉਹ ਕਹਿੰਦਾ ਮੈਂ ਕਿਹਾ ਚਿਮਨੀ ਲਾ ਦੇ, ਕਹਿੰਦਾ ਉਹ 40-50 ਹਜ਼ਾਰ ਦੀ ਬਣੀ। ਮੈਂ ਕਿਹਾ ਫਿਰ 4 ਟੀਅਰ ਕੱਢ ਦੇ, ਉਹੀ ਹਿਸਾਬ ਆ। ਹੁਣ ਤੇ ਮੋਹਰਾ ਵਾ, ਮੋਹਰਾ ਵਾ ਤੇ ਉੱਥੋਂ ਮਿੱਟੀ ਛਿੱਟੀ ਜਿਹੜੀ ਕਿਚਨ ਚ ਆਏਗੀ ਯਾਰ, ਉੱਤੇ ਟਾਇਲ ਲੱਗ ਗਈ, ਫਰਸ਼ ਪੈ ਗਿਆ ਵਾ। ਤੇ ਮੋਹਰਾ ਕਿੱਧਰ ਗਿਆ? ਉਹ ਵਿੱਚ ਹੀ ਗਿਆ। ਉਹ ਭਾਈ ਨਹੀਂ ਠਹਿਰ ਜੋ, ਮਤਲਬ ਤੂੰ ਉੱਥੇ ਕਢਾ ਲਿਆ ਮੋਹਰਾ, ਹਾਂ, ਥੱਲੇ ਕਿਚਨ ਚੁੱਲਾ, ਹਾਂ ਚੁੱਲਾ। ਹੁਣ ਭਾਫ ਜਾਏਗੀ ਬਾਹਰ। ਓਪਨ ਮਾਈਂਡ। ਹੁਣ ਜਦੋਂ ਭਾਫ ਬਾਹਰ ਜਾਏਗੀ ਤਾਂ ਉੱਤੋਂ ਮਿੱਟੀ ਨਹੀਂ ਆਏਗੀ? ਹਾਂ, ਉੱਪਰ ਫਰਸ਼ ਵਾ, ਤੇ ਧੂਆਂ ਕਿੱਦਾਂ ਬਾਹਰ ਜਾ ਰਿਹਾ? ਉੱਪਰ ਉਹ ਟੀਅਰ ਕਢਾਤੇ ਆ। ਨਾ ਸਾਜ ਬੱਚਾ ਜੀ, ਸਹੀ ਬੱਚਾ ਹੈ। ਸਾਡੀ ਤੁਸੀਂ ਮਿਸਤਰੀਆਂ ਨਾਲ ਲੜਾਇਆ ਕਰੋ। ਬਗੈਰ ਤਾਂ ਤੁਸੀਂ ਉਹ ਗੱਲ ਸਮਝਿਆ ਨਹੀਂ ਸਾਡੀ, ਜਿਹੜਾ ਉੱਪਰ ਮੋੜਾ ਨਾ ਇਹਨਾਂ ਨੇ ਕਦੀ ਮਕਾਨ ਨਹੀਂ ਆ ਬਣਵਾਏ, ਜਾਏਗਾ ਬਾਹਰ। ਇਹਨਾਂ ਨੇ ਬਣੇ ਬਣਾਏ ਲਏ ਆ, ਇਹਨਾਂ ਨੇ ਕਦੀ ਬਣਵਾਏ ਨਹੀਂ। ਨਹੀਂ ਮੈਂ ਇਦਾਂ ਦਾ ਨਹੀਂ ਬਣਵਾਇਆ, ਐਡਾ ਟੈਕਨੋਲੋਜੀ ਵਾਲਾ ਕਿ ਭਾਫ ਬਾਹਰ ਜਾ ਰਹੀ ਆ, ਉੱਤੋਂ ਪੱਥਰ ਆਵੇ, ਆ ਕੁਛ ਨਹੀਂ ਰਿਹਾ। ਮੈਂ ਇਦਾਂ ਦਾ ਤਾਂ ਮੈਂ ਸੁਣਿਆ ਪਹਿਲੀ ਯਾਰ ਵਾਰ। ਤੁਸੀਂ ਹੁਣ ਦੇਖੋ, ਹੁਣ ਮਿਸਤਰੀ ਉਹ ਕੀ ਹੈ ਭਲਾ, ਹੁਣ ਸਾਈਡ ਦੀ ਦੀਵਾਰ ਆ, ਜਿਹੜਾ ਕਿਚਨ ਦਾ ਐਗਜ਼ਾਸਟ ਆ, ਉਹ ਤੁਸੀਂ ਮੈਨੂੰ ਦੱਸਿਓ, ਤੁਸੀਂ ਚੈਨਲ ਬੈਠੋ ਕਿੱਥੇ ਲੱਗਦਾ ਹੁੰਦਾ ਵਾ? ਉੱਤੇ ਨੂੰ ਛੱਤ 'ਚ ਕਿਚਨ ਦਾ ਐਗਜ਼ਾਸਟ ਛੱਤ 'ਚ ਨਹੀਂ ਲੱਗਦਾ ਹੁੰਦਾ ਹਮੇਸ਼ਾ, ਜਿੱਥੇ ਕਿਚਨ ਦਾ ਦਰਵਾਜ਼ਾ ਉਹਦੇ ਉੱਪਰ ਹਲਕਾ ਜਿਹਾ ਉੱਪਰ ਲੱਗਦਾ ਹੁੰਦਾ, ਤੇ ਉਹ ਕਿੱਥੇ ਕਮਰੇ ਦੇ ਅੰਦਰ ਸਿੱਟ ਰਿਹਾ ਸਾਰੀ ਭਾਫ? ਬਾਹਰ ਨੂੰ ਸੁੱਟ ਰਿਹਾ। ਬਾਹਰ ਕਿੱਧਰ ਨੂੰ? ਪਰਲੀ ਸਾਹਿਬ ਸੇਨ ਨਾਲ ਨੂੰ। ਤੇ ਸੇਨ 'ਚ ਗਰਮੀਆਂ 'ਚ ਜਿਹੜੇ ਬੈਠੇ ਉਹ ਭਾਫ ਮਰ ਜਾਣ ਫਿਰ ਤੇ ਸੇਕਣਾ? ਮੈਂ ਤੁਹਾਨੂੰ ਇਹੀ ਪੁੱਛਿਆ ਵੀ ਸੇਨ ਨਾਲ ਨੂੰ ਲੱਗਦਾ ਹੁੰਦਾ ਜਾਂ ਨਹੀਂ ਛੱਤ ਤੇ ਲੱਗਦਾ ਹੁੰਦਾ? ਮੈਂ ਦੱਸਦਾ ਤੈਨੂੰ, ਅਗਰ ਤੇ ਤੁਹਾਡੀ ਜਿਹੜੀ ਕਮਰੇ ਦੀ ਦੂਜੇ ਪਾਸੇ ਘਰ ਨਹੀਂ ਹੈਗੇ, ਉਹਨਾਂ ਦੇ ਕੋਠੇ ਨੀਵੇਂ ਨੇ, ਤੇ ਤੁਸੀਂ ਕਿਸੇ ਵੀ ਦੀਵਾਰ 'ਚ ਉਹਨੂੰ ਲਾ ਦਿਓ ਤਾਂ ਕਿ ਉਹ ਦਸ ਬਾਹਰ ਸਿੱਟੀ ਜਾਵੇ। ਹਾਂ ਠੀਕ ਆ। ਅਗਰ ਸਾਈਡਾਂ ਤੇ ਵੀ ਸਾਰੀ ਕੰਸਟਰਕਸ਼ਨ ਹੋਈ ਆ, ਲੋਕਾਂ ਦੇ ਕਮਰੇ ਨੇ ਸਾਈਡਾਂ ਦੇ ਵੀ, ਫਿਰ ਉਹਨੂੰ ਛੱਤ 'ਚੋਂ ਬਾਹਰ ਚਿਮਨੀ, ਛੱਤ 'ਚੋਂ ਬਾਹਰ ਚਿਮਨੀ ਨਾਲ ਬੰਦਾ 50,000 ਦੀ ਵੈਸੇ ਕੋਈ ਪੈਪ ਜਿਹਾ ਬਣਵਾ ਕੇ ਉਹ ਚਲਾ ਕੇ ਉਹਨੂੰ ਫਿਰ, ਲੇਕਿਨ ਉਤੋਂ ਬਾਰਿਸ਼ ਤੇ ਫਿਰ ਹੋਣੀ ਸੀ। ਹੁਣ ਉਹਨੇ ਐਗਜ਼ਾਸਟ ਭਲਾ ਕਿੱਥੇ ਲਾਇਆ? ਕਿੱਥੇ? ਘਰ ਆਪਣੇ ਜਾ ਕੇ ਉਹਨੇ ਲਾ ਲਿਆ ਹੋਣਾ। ਨਹੀਂ, ਸਾਡੇ ਨਾਲ ਹਮਸਾਏ ਆ, ਉਹਨਾਂ ਦੇ ਕਮਰੇ 'ਚ ਕੱਟਤਾ। ਨਾ ਦਾ ਸੇਕ ਨੂੰ ਉਹ ਹਮਸਾਏ ਵਿਚਾਰਾ ਆਲੂ ਪਿਆਜ਼ ਦਾ ਕੰਮ ਆ, ਉਹ ਮੋਟਾ ਹੈਲਦੀ, ਉਹ ਸਵੇਰੇ ਆ ਗਿਆ, ਬਾਹਰ ਆਓ ਜੀ। ਮੈਂ ਕਿਹਾ ਕੀ ਹੋਇਆ? ਬਾਹਰ ਆਓ ਜੀ, ਅੰਦਰ ਕੱਲ ਥੋੜਾ ਪਾਸ ਆਈ। ਉਹ ਬੜਾ ਹੱਦ ਵਾਲਾ ਸੀ, ਆ ਮੇਰੇ ਨਾਲ ਆ ਘਰ ਦਾ। ਮੈਂ ਉੱਪਰ ਗਿਆ ਛਾਤੇ ਆ ਕੇ ਆਸ਼ਰੇ ਤੇ ਕੱਢਤਾ ਜੀ। ਇਹ ਹੁਣ ਕੀ ਕਿੱਦਾਂ ਕਰਨਾ? ਮੈਂ ਕਿਹਾ ਯਾਰ ਇਹ ਤੇ ਕੀ ਕੀਤਾ? ਮੈਂ ਉੱਤਰ
ਮੈਂ ਉਧਰ ਗਿਆ ਜਾ ਕੇ ਬੁਲਾਇਆ, ਮੈਂ ਕਿਹਾ ਯਾਰ ਭਾ ਸਾਬਰ ਤੂੰ ਐਗਜ਼ਾਸਟ ਉਧਰ ਕਰਦਾ, ਓਏ ਉਧਰ ਨਿਕਲ ਗਿਆ ਕਹਿੰਦਾ। ਮੈਂ ਕਿਹਾ ਯਾਰ ਤੈਨੂੰ ਪਤਾ ਨੀ। ਕਹਿੰਦਾ ਯਾਰ ਬਸ, ਕਹਿੰਦਾ ਯਾਰ ਪਰੇਸ਼ਾਨੀ ਨਹੀਂ ਪਤਾ ਲੱਗਾ, ਇੱਧਰ ਕਰ ਲੈ, ਕਹਿੰਦਾ ਚੱਲ। ਉਸਤਾਦ ਜੀ ਦੇ ਘਰ ਮੈਂ ਤੁਹਾਨੂੰ ਦੱਸਿਆ 3 ਸਟੂਡੀਓ ਵਾਲੇ ਕਿੰਨੇ ਕਰੈਕਟਰ ਲੱਗ ਗਏ। ਉਹ ਉਸਤਾਦ ਜੀ ਸਹੀ ਆ, ਇਹ ਬੇਵਕੂਫ ਆ। ਓਏ ਨਹੀਂ, ਹੁਣ ਕੰਮ ਤੇ ਅੰਮੀ ਨੂੰ ਬਹਿ ਕਹਿੰਦਾ ਮਾਈ ਮੇਰੀ ਗੱਲ ਸੁਣ ਲਾ, ਆਂਡਾ ਵੀ ਨਾਲ ਖਾਈ ਜਾਂਦਾ, ਚਾਹ ਵੀ। ਕੰਮ ਤੇ 3-4 ਦਿਨ ਦਾ ਮੁੱਕਿਆ, ਮੇਰੇ ਕੋਲ ਅੱਗੇ ਕੰਮ ਕੋਈ ਨਹੀਂ ਹੈ, ਮੈਂ ਘਰ ਬਹਿਣਾ, ਮੇਰਾ ਜਿਸਮ ਨਹੀਂ ਕੰਮ ਕਰਦਾ, ਮੈਂ ਤਾਂ ਲੱਗਾ ਹੋਇਆ। ਬੇਟੇ ਉਹਨਾਂ ਨੂੰ ਲੈ ਕੇ ਆ ਯਾਰ। ਯਾਰ ਅਹਲੇ ਜਦੋਂ ਉਸਤਾਦ ਮੈਂ ਉਹਨੂੰ ਫੜ ਲਿਆ ਕਿਸੇ ਦਿਨ ਤੇਨਾਂ ਚਾਉਣ ਨੂੰ, ਉਹ ਤੈਨੂੰ ਦੂਜਾ ਉਹਨਾਂ ਨੂੰ ਨਾ ਪਲਾਟ ਦਿੰਨੇ ਆ। ਮੈਂ ਤੁਹਾਨੂੰ ਦੱਸਦਾ ਤਰੀਕਾ ਬੈਸਟ ਸੋਸ਼ਲ ਮੀਡੀਆ ਦੇ। ਇੱਕ ਉਹਨਾਂ ਨੂੰ ਪਲਾਟ ਦਿੰਨੇ ਆ, ਮਹੀਨੇ ਦੇ ਇੱਕ ਕੈਮਰਾਮੈਨ ਉਹਨਾਂ ਦੇ ਉੱਤੇ ਰੱਖ ਦਿੰਨੇ ਆ। ਹਾਂ ਉਹਨਾਂ ਕੇ ਜੋ ਕਰਨ ਨਾ ਰੋਜ਼ ਇਹਨਾਂ ਦੀ ਵੀਡੀਓ ਬਣਾਈ ਜਾ। ਤੁਸੀਂ ਉਹ ਕਾਲੀਆ ਲਾਉਣਾ ਵਾ ਤੇ ਉਹ ਸੈਂਟਰੀ ਲਾਉਣਾ। ਮੈਂ ਕਹਿੰਦਾ ਛੱਡ ਗਲੋ ਤੇ ਬੱਕੀਆਂ ਟੁੱਟ ਜਾਣੀ, ਮੈਂ ਹੱਸੀ ਜਾਂਦਾ। ਮੈਨੂੰ ਅੰਮੀ ਜੀ ਕਹਿੰਦੇ ਕੀ ਹੋਇਆ ਤੂੰ ਇੰਨਾ ਉੱਚੀ ਉੱਚੀ ਹੱਸਣਾ। ਮੈਂ ਕਹਿੰਦਾ ਉਹਦੇ ਕੋਲ ਇੰਨੀ ਕਹਿੰਦਾ ਰੋਡ ਕਿਹਾ ਸੀ ਇੰਨਾ ਕੁ ਰੋੜੇ 'ਚ ਨਾ ਛੱਪ ਲਵੇਟ ਕੇ ਮਾਰ। ਮੈਂ ਕਹਿੰਦਾ ਅੱਧੀ ਇੱਟ ਮਾਰਦੀ ਤੇ ਆ ਬੱਚੀ ਮੇਰੇ ਉਹਨੇ ਆ ਮਾਰੀ ਉੱਤੇ। ਨਹੀਂ ਉਹ ਵੀ ਇਹ ਉਹੀ ਜਿਹੜਾ ਲੱਗਦਾ ਭਰਾ। ਹਾਂ ਇਹ ਦੂਜਾ ਵਾ, ਓਏ ਕਰਦੇ ਜੋ ਕਰਦੇ ਤੈਨੂੰ ਮੈਂ ਕਹਿਣ ਡਿਆ। ਢਾਦੇ ਉਹ ਬਾਰੇ ਆਪ ਹੁਦਰਾ ਜਿਹੜਾ ਉਹ। ਹੁਣ ਸੀਲਿੰਗ ਮੈਂ ਕਿਹਾ ਯਾਰ ਲੈਂਟਰ ਡਿੱਗ ਪਿਆ, ਸੀਲਿੰਗ ਥੋੜੀ ਜਿਹੀ 2-4 ਕਰ ਦੇਣਾ। ਨਹੀਂ ਮੈਂ ਸੱਚੀ ਹੁਣ ਗੱਲ ਕਰ ਰਿਹਾ ਕਿ ਕਮਰੇ ਦੇ ਅੰਦਰ ਤੂੰ ਕਿਚਨ ਬਣਾ ਲਿਆ। ਹਾਂਜੀ ਹੁਣ ਤੇ ਚਲੋ ਸਰਦੀਆਂ ਨੇ, ਫੁੱਲ ਗਰਮੀਆਂ ਦੇ ਉਹ ਪੂਰਾ ਮਤਲਬ ਕਿਚਨ ਪੂਰਾ ਲਹਿਦਾ, ਦੀਵਾਰ ਨਾਲ ਦੀਵਾਰ, ਛੱਤ ਨਾਲ ਦੀਵਾਰਾਂ ਲੱਗੀਆਂ ਕਿਚਨ ਦੀਆਂ, ਲੱਗ ਗਈਆਂ। ਖਾਣਾ ਹੀ ਲਹਿਦਾ ਬਣ ਗਿਆ। ਲੈਦਾ ਉਹਦੇ ਚ ਐਗਜ਼ਾਸਟ ਲਾਇਆ ਕਿਤੇ, ਹਾਂਜੀ ਉਹ ਕਿੱਧਰ ਨੂੰ ਆਪਣੇ ਵੱਲ ਨੂੰ ਕੱਢਿਆ ਅਗਲਾ। ਸੇ ਨਾਲ ਨੂੰ ਕਮਰੇ 'ਚ ਤੇ ਬਣਿਆ ਵਾ ਕਿਚਨ, ਤੇ ਸੇਂਡ ਕਿੱਥੋਂ ਆ ਗਿਆ ਉੱਥੇ? ਕਿਚਨ ਤੇ ਤੂੰ ਬਣਾਇਆ ਕਮਰੇ 'ਚ, ਹਾਂਜੀ ਤੇ ਸੇਂਡ ਕਿੱਥੋਂ ਆ ਗਿਆ? ਉਸਤਾਦ ਜੀ 4 ਮਰਲੇ ਜਗ੍ਹਾ, ਇੱਕ ਕਮਰਾ ਪਿੱਛੇ ਆ, ਇੱਕ ਅੱਗੇ ਆ, ਦਰਮਿਆਨ ਸਾਰਾ ਸੇਮ ਹੀ ਆ। ਓਕੇ ਯਾਨੀ ਤੂੰ ਸੇਨ ਵਾਲੀ ਸਾਈਡ ਤੇ ਨੁੱਕਰ ਤੇ ਕਿਚਨ ਬਣਵਾਇਆ, ਹਾਂ। ਤੇ ਉਹਦਾ ਐਗਜ਼ਾਸਟ ਸੇਨ ਨਾਲ ਕੱਢ ਦਿੱਤਾ। ਸੇ ਨਾਲ ਕਰਤਾ। ਓਕੇ ਠੀਕ ਹੋ ਗਿਆ, ਦਿਮਾਗ ਹੈ ਸਾਡੇ ਹਾਂ ਮੈਨੂੰ ਠੀਕ ਹੋ ਗਿਆ। ਅੱਛਾ ਉਧਰ ਨੂੰ ਕੱਢ ਰਿਹਾ ਉਹਦਾ ਐਗਜ਼ਾਸਟ, ਤੇ ਉਹ ਟੋਟਲ ਕਮਰੇ ਦੇ ਅੰਦਰ ਲੈਦਾ ਬਾਕਸ ਆ, ਬਾਕਸ ਯਾਨੀ ਉਹਦਾ ਕਮਰੇ ਨਾਲ ਕੋਈ ਲਿੰਕ ਨਹੀਂ। ਕੋਈ link ਨਹੀਂ। ਦਰਵਾਜ਼ਾ ਉਹਦਾ ਕਿੱਥੇ ਆ? ਦਰਵਾਜ਼ੇ ਸੇ ਨਾਲ ਨੂੰ ਸਹੀ ਜਗ੍ਹਾ ਕਮਰੇ ਦੀ ਲੈ ਲਈ ਨਾ ਇਹਨਾਂ ਨੇ। ਜਗ੍ਹਾ ਕਮਰੇ ਦੀ ਲੈ ਲਈ। ਜਗ੍ਹਾ ਕਮਰੇ ਦੀ ਲਈ ਆ। ਓਕੇ ਦੀਵਾਰ ਹੋ ਗਈ ਨਾ ਇਹਦੀ। ਮੈਂ ਸਮਝ ਗਿਆ ਮਾਨ ਦੀਵਾਰ। ਮੈਂ ਸਮਝ ਗਿਆ ਜਿੱਦਾਂ ਮਤਲਬ ਕਿ ਤੂੰ ਸੇ ਨਾਲੋਂ ਤੂੰ ਉਹਨੂੰ ਕਰ ਲਿਆ ਕਮਰੇ ਦੇ ਅੰਦਰ, ਉਹਦਾ ਸਿਰਫ ਦੀਵਾਰਾਂ ਆ ਜਾਣਗੀਆਂ ਇੰਜ ਕਰਕੇ, ਤੇ ਉਹ ਉਧਰ ਬਣ ਗਿਆ ਕਿਚਨ। ਗੁੱਡ ਹੋ ਗਿਆ। ਅੱਛਾ ਅਟੈਚ ਬਾਥਰੂਮ ਦਿਖਾਣਾ ਆਪਣੇ ਮਿਸਤਰੀ ਨੂੰ, ਆਪਣੇ ਦੂਜੇ ਸੀਨੀਅਰ ਹਲੇ 3 ਦਿਨ ਹੋਏ ਕੰਮ ਸ਼ੁਰੂ ਹੋਏ ਨੂੰ, ਕੰਮ ਧੜਾ ਧੜ ਬਾਹਰ ਸੀਮਿੰਟ ਬਜਰੀ ਹਰ ਸ਼ੇ ਪਈ। ਇੱਕ ਮਿਸਤਰੀ ਨੂੰ ਲਾਇਆ ਸੀ ਐਕਸਟਰਾ, ਉਹ ਕਿਤਨਾ ਘੰਟਾ ਕੁ ਪਹਿਲੇ ਆ ਗਿਆ, ਸਵੇਰੇ ਘੰਟਾ ਕੁ ਬਹਿ ਬੂ ਕੇ ਨਾ ਸਿਗਰਟਾਂ ਸੁਗਰਟਾਂ ਪੀ ਕੇ 2 ਵਾਰੀ ਚਾਹ ਵੀ ਪੀ ਗਿਆ, ਤੇ ਨਾਲ ਕੇਕ ਰਾਸੀ ਮੰਗਾਏ, ਉਹਨੂੰ ਖਾ ਖੂ ਕੇ ਨਾ ਤੇ ਸੋਹਣਾ ਬੋਰਾ ਪੈਕ ਕਰਕੇ ਨਾ ਕਾਂਡੀਆਂ ਕੂੰਡੀਆਂ ਤੇ ਬਾਹਰ ਨੂੰ ਜਾਣ ਡਿਆ। ਅਮੀ ਕਹਿੰਦੇ ਭਾ ਤੂੰ ਕਿੱਥੇ ਚੱਲਾਂ? ਮੈਂ ਤਾਂ ਕੰਮ ਹੀ ਹੈ ਨਹੀਂ, ਚੱਲੀਏ ਬਸ। ਹਲੇ 3 ਦਿਨ ਹੋਇਆ, ਹਰ ਸ਼ੇ ਢਈ ਢੋਈ ਪਈ ਆ। ਤੇ ਫਿਰ ਅਸਲੀ ਮਿਸਤਰੀ ਵੀ ਆ ਗਿਆ, ਕਹਿੰਦਾ ਕਿੱਧਰ ਜਾਣ ਡਿਆ? ਕਹਿੰਦਾ ਮੈਂ ਤਾਂ ਉੱਥੇ ਕੰਮ ਹੀ ਨਹੀਂ ਆਇਆ, ਕੰਮ ਹੀ ਮੁੱਕ ਗਿਆ ਇਹਨਾਂ ਦਾ। ਕਹਿੰਦਾ ਹਲੇ 3 ਦਿਨ ਹੋਏ। ਅੱਛਾ ਕਹਿੰਦਾ ਹੈ ਵਾ ਕੰਮ? ਪੰਜਾਬੀ ਇਹਨੂੰ ਜਾਂਚ ਨਹੀਂ ਆ, ਮਕਾਨ ਬਣਵਾਉਂਦੀ ਏ ਆ ਜਾਂਦਾ, ਉਹ ਪਿੱਛੋਂ ਗੱਲਾਂ ਕਰਦੇ ਆ। ਸ਼ੁਕਰ ਆ ਬੇ ਭਾਜੀ ਇਹ ਪਤਾ ਕੀ ਗੱਲ ਆ, ਇਹ ਕੰਮ ਇਹ ਨਾ ਗੱਲ ਲੰਬੀ ਆ। ਅਸੀਂ ਅਗਲਾ ਸ਼ੋਅ ਵੀ ਇੱਥੇ ਸ਼ੁਰੂ ਕਰਾਂਗੇ, ਕੱਲ ਨੂੰ ਵੇਖਦੇ ਆ। ਅੱਛਾ ਉਸਤਾਦ ਜੀ ਨਹੀਂ ਠਹਿਰ ਜਾ, ਇੱਥੇ ਰੋਕਦੇ ਆ ਨਾ ਸ਼ੋਅ, ਇੱਥੋਂ ਹੀ ਤੁਸੀਂ ਅਗਲਾ ਜਿਹੜਾ ਨਾ ਉਹ ਕੱਲ ਨੂੰ ਦੇਖਣਾ ਹੁਣ, ਠੀਕ ਹੈ ਨਾ? ਤੇ ਆਪਣਾ ਖਿਆਲ ਰੱਖੋ ਉਨੀ ਦੇਰ ਤੱਕ। ਕੱਲ ਦੇ ਸ਼ੋਅ ਤੋਂ ਬਾਅਦ ਕਵਾਂਗਾ ਅੱਲਾ ਹਾਫਿਜ਼, ਸ਼ੋਅ ਮੁੱਕ ਗਿਆ। ਹਾਲੇ 2 ਵੀ ਕੰਟੀਨਿਊ ਨਿਜ਼ਾਮ ਚੱਲਦਾ ਪਿਆ।